ਵੈਲਕਮ ਟੂ ਭਾਰਤ ਆਈਕਿਊ ਐਜੂਕੇਸ਼ਨ। ਦਿਸ ਇਜ਼ ਨਵਜਿੰਦਰ। ਅੱਜ ਮੈਂ ਤੁਹਾਡੇ ਲਈ ਲੈ ਕੇ ਆਇਆਗਾ ਸਾਇੰਸ ਦਾ ਮੈਰਾਥਨ, ਜੋ ਕਿ ਪੰਜਾਬ ਕੌਂਸਟੇਬਲ ਐਗਜ਼ਾਮ ਦੇ ਵਿੱਚ ਆਉਣਾ ਹੈਗਾ। ਠੀਕ ਹੈ, ਸਾਇੰਸ ਦੇ ਵਿੱਚ ਜਿੰਨੇ ਵੀ ਟੌਪਿਕ ਨੇਗੇ ਉਹ ਆਪਾਂ ਇਸ ਵੀਡੀਓ ਦੇ ਵਿੱਚ ਤੇ ਇੱਕ ਨੈਕਸਟ ਵੀਡੀਓ ਜਿਹੜੀ ਮੈਂ ਲੈ ਕੇ ਆਊਂਗਾ, ਦੋਨਾਂ ਵਿੱਚ ਕਵਰ ਕਰ ਲਾਂਗੇ। ਜਿਹੜੀ ਅੱਜ ਦਾ ਪਾਰਟ ਰਹੇਗਾ ਉਹਦੇ ਵਿੱਚ ਆਪਾਂ ਕਵਰ ਕਰਾਂਗੇ ਫਿਜ਼ਿਕਸ ਤੇ ਕੈਮਿਸਟਰੀ। ਠੀਕ ਹੈ, ਫਿਜ਼ਿਕਸ ਤੇ ਕੈਮਿਸਟਰੀ ਅੱਜ ਆਪਾਂ ਸਾਰੀ ਕਵਰ ਕਰ ਲਾਂਗੇ। ਜਿੰਨੇ ਕੁ ਵੀ ਕੁਐਸਚਨ ਬਣਦੇ ਨੇ ਪ੍ਰੀਵੀਅਸ ਈਅਰ 'ਚ ਪੁੱਛੇ ਗਏ ਨੇਗੇ ਜਾਂ ਹੈੱਡ ਕੌਂਸਟੇਬਲ ਤੇ SI ਦੇ ਪੇਪਰ ਦੇ ਵਿੱਚ ਆਏ ਸੀਗੇ, ਉਹ ਸਾਰੇ ਆਪਾਂ ਕੁਐਸਚਨ ਡਿਸਕਸ ਕਰ ਲਾਂਗੇ। ਤੇ ਆਉਣ ਵਾਲੀ ਵੀਡੀਓ 'ਚ ਆਪਾਂ ਬਾਇਓਲੋਜੀ ਤੇ ਸਾਇੰਸ ਐਂਡ ਟੈਕ ਦੇ ਜਿਹੜੇ ਕਰੰਟ ਅਫੇਅਰਸ ਨੇਗੇ ਉਹ ਸਾਰੇ ਆਪਾਂ ਡਿਸਕਸ ਕਰ ਲਾਂਗੇ। ਤੇ ਜ਼ਿਆਦਾ ਦੇਰੀ ਨਾ ਕਰਦੇ ਹੋਏ ਅੱਜ ਦਾ ਆਪਾਂ ਲੈਕਚਰ ਸਟਾਰਟ ਕਰਦੇ ਹਾਂ। ਸਭ ਤੋਂ ਪਹਿਲਾ ਕੁਐਸਚਨ ਕੀ ਹੈ? ਲਾਈਟ ਈਅਰ ਇਜ਼ ਦਾ ਯੂਨਿਟ ਆਫ। ਜਿਹੜੀ ਲਾਈਟ ਈਅਰ ਹੈ ਉਹ ਕਿਹਦੀ ਯੂਨਿਟ ਹੈ? ਇਹ ਕੁਐਸਚਨ PCS 'ਚ ਵੀ ਪੁੱਛਿਆ ਜਾ ਚੁੱਕਿਆ ਹੈਗਾ। ਠੀਕ ਹੈ, ਇਸ ਨੂੰ ਯਾਦ ਰੱਖਣਾ ਤੁਸੀਂ, ਡਿਸਟੈਂਸ। ਠੀਕ ਹੈ, ਡਿਸਟੈਂਸ ਨੂੰ ਮਾਪਣ ਦੀ ਜਿਹੜੀ ਯੂਨਿਟ ਹੈ, ਠੀਕ ਹੈ, ਇਕਾਈ ਹੈ, ਉਹ ਕੀ ਹੈਗਾ? ਲਾਈਟ ਈਅਰ ਹੈਗਾ। ਤੇ ਲਾਈਟ ਈਅਰ ਤੋਂ ਆਪਾਂ ਨੂੰ ਲੱਗਦਾ ਵੀ ਇਹ ਕੀ ਸਮੇਂ ਦੀ ਹੋਏਗੀ, ਟਾਈਮ ਦੀ ਹੋਏਗੀ, ਬਟ ਲਾਈਟ ਈਅਰ ਤੁਸੀਂ ਯਾਦ ਰੱਖਣਾ ਕਿਹਦੀ ਹੈਗੀ? ਡਿਸਟੈਂਸ ਦੀ। ਉਸ ਤੋਂ ਬਾਅਦ ਨੈਕਸਟ ਕੁਐਸਚਨ ਹੈ ਦਾ ਯੂਨਿਟ ਆਫ ਪਾਵਰ ਆਫ ਲੈਂਜ। ਜਿਹੜਾ ਲੈਂਸ ਹੁੰਦੇ ਨੇ, ਜਿਵੇਂ ਕਨਕੇਵ ਲੈਂਜ ਹੋ ਗਿਆ, ਕਨਵੈਕਸ ਲੈਂਜ ਹੋ ਗਿਆ, ਠੀਕ ਹੈ, ਉਹਨਾਂ ਦੀ ਜਿਹੜੀ ਪਾਵਰ ਹੁੰਦੀ ਹੈ, ਮੀਨਸ ਉਹ ਕਿੰਨਾ ਡੈਵੀਏਟ ਕਰਦੇ ਨੇ ਜਿਹੜੀ ਉਹ 'ਤੇ ਰੋਸ਼ਨੀ ਪੈ ਰਹੀ ਹੈ, ਚਾਹੇ ਉਹ ਕਨਕੇਵ ਲੈਂਜ ਹੈ ਚਾਹੇ ਉਹ ਕਨਵੈਕਸ ਲੈਂਜ ਹੈ। ਠੀਕ ਹੈ, ਦੋਨਾਂ 'ਤੇ ਜਿਹੜੀ ਰੋਸ਼ਨੀ ਪੈਂਦੀ ਹੈ, ਲਾਈਟਸ ਪੈਂਦੀ ਹੈ, ਕਰਨਾ ਪੈਂਦੀਆਂ ਨੇ, ਉਹਨਾਂ ਨੂੰ ਕਿੰਨਾ ਡੈਵੀਏਟ ਕਰਦੀਆਂ ਨੇਗੀਆਂ ਜਾਂ ਕਿੰਨਾ ਉਹਨਾਂ ਨੂੰ ਮੋੜਦੀਆਂ ਨੇਗੀਆਂ, ਉਹ ਪਾਵਰ ਨੂੰ ਕਿਹਦੇ ਵਿੱਚ ਮਾਪਿਆ ਜਾਂਦਾ ਹੈਗਾ? ਤਾਂ ਉਹਦੀ ਯੂਨਿਟ ਕੀ ਹੈ? ਡਾਇਓਪਟਰ। ਬਹੁਤ ਵਾਰ ਕੁਐਸਚਨ ਪੁੱਛਿਆ ਗਿਆ, ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈ, ਇਸ ਨੂੰ ਯਾਦ ਰੱਖਣਾ, ਡਾਇਓਪਟਰ। ਠੀਕ ਹੈ, ਉਸ ਤੋਂ ਬਾਅਦ ਨੈਕਸਟ ਕੁਐਸਚਨ ਕੀ ਹੈ? ਮਾਸ ਇਜ਼ ਆ ਸਕੇਲਰ ਕੁਆਂਟੀਟੀ ਔਰ ਵੈਕਟਰ ਕੁਆਂਟੀਟੀ। ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਦਾ ਸਕੇਲਰ ਕੁਆਂਟੀਟੀ ਕਿਹੜੀ ਹੁੰਦੀ ਹੈ, ਵੈਕਟਰ ਕੁਆਂਟੀਟੀ ਕਿਹੜੀ ਹੁੰਦੀ ਹੈ। ਸਕੇਲਰ ਕੁਆਂਟੀਟੀ ਹੁੰਦੀ ਹੈ, ਜਿਵੇਂ ਮੰਨ ਲਓ ਹੁਣ ਆਪਾਂ ਕਹਿ ਦਈਏ 3 ਕਿਲੋਗ੍ਰਾਮ। ਠੀਕ ਹੈ, 3 ਕਿਲੋਗ੍ਰਾਮ। ਠੀਕ ਹੈ, ਹੁਣ ਇਹ 3 ਕਿਲੋਗ੍ਰਾਮ ਹੈ, ਇਹ ਉਹਦਾ ਵੇਟ ਹੈ, ਮਾਸ ਹੈ। ਠੀਕ ਹੈ, ਤਾਂ ਕੀ ਕਹਿ ਸਕਦੇ ਆਪਾਂ? ਜਿਹਦੇ ਵਿੱਚ ਇੱਕ ਤਾਂ ਨੂਮੈਰੀਕਲ ਵੈਲਿਊ ਹੋਵੇ ਤੇ ਇੱਕ ਯੂਨਿਟ ਹੋਵੇ, ਬਟ ਕੋਈ ਡਾਇਰੈਕਸ਼ਨ ਨਾ ਦੱਸੀ ਹੋਵੇ ਵੀ ਇਹ ਕਿੱਧਰ ਨੂੰ ਲੱਗ ਰਹੀ ਹੈ ਜਾਂ ਕਿੱਧਰ ਨੂੰ ਇਹਦਾ ਵੇਟ ਪੈ ਰਿਹਾ ਹੈਗਾ, ਉਹ ਸਾਰੀ ਡਾਇਰੈਕਸ਼ਨ ਨਾ ਦੱਸੀ ਹੋਵੇ ਤਾਂ ਉਹ ਸਕੇਲਰ ਕੁਆਂਟੀਟੀ ਹੈ। ਜੇ ਆਪਾਂ ਕਹਿ ਦਈਏ ਨਾਲ ਉਹਦੀ ਡਾਇਰੈਕਸ਼ਨ ਦੱਸੀ ਹੋਵੇ, ਜਿਵੇਂ ਕਿ ਆਪਾਂ ਡਿਸਪਲੇਸਮੈਂਟ ਦੀ ਗੱਲ ਕਰੀਏ, ਠੀਕ ਹੈ, ਡਿਸਪਲੇਸਮੈਂਟ ਦੀ ਗੱਲ ਕਰੀਏ ਤਾਂ ਇਹਦੇ ਨਾਲ ਆਪਾਂ ਦੱਸਾਂਗੇ ਵੀ ਮੂਵ ਕਿੱਧਰ ਨੂੰ ਕਰ ਰਿਹਾ, ਨਾਰਥ ਈਸਟ ਡਾਇਰੈਕਸ਼ਨ ਹੈ ਜਾਂ ਈਸਟ ਡਾਇਰੈਕਸ਼ਨ ਹੈ ਜਾਂ ਸਾਊਥ ਡਾਇਰੈਕਸ਼ਨ ਹੈ। ਨਾਲ ਵੈਕਟਰ ਕੁਆਂਟੀਟੀ ਨਾਲ ਕੀ ਹੁੰਦਾ ਹੈਗਾ? ਇੱਕ ਡਾਇਰੈਕਸ਼ਨ ਦਿੱਤੀ ਹੁੰਦੀ, ਪਰਟੀਕੂਲਰ ਡਾਇਰੈਕਸ਼ਨ ਦਿੱਤੀ ਹੁੰਦੀ, ਦਿਸ਼ਾ ਦਿੱਤੀ ਹੁੰਦੀ, ਜਿਹਦੇ ਵਿੱਚ ਆਪਾਂ ਨੂੰ ਪਤਾ ਲੱਗ ਜਾਂਦਾ ਕਿ ਇਹ ਚੀਜ਼ ਕਿੱਧਰ ਨੂੰ ਜਾਏਗੀ। ਠੀਕ ਹੈ, ਉਹ ਤੁਸੀਂ ਯਾਦ ਰੱਖਣਾ ਹੈਗਾ। ਤੇ ਸਭ ਤੋਂ ਪਹਿਲਾਂ ਆਪਾਂ ਮਾਸ ਦੱਸਿਆ ਹੈਗਾ, ਤਾਂ ਮਾਸ ਕੀ ਹੈਗੀ? ਇੱਕ ਸਕੇਲਰ ਕੁਆਂਟੀਟੀ ਹੈ। ਇਹ ਡਿਸਪਲੇਸਮੈਂਟ ਦੀ ਗੱਲ ਕਰੀਏ ਤਾਂ ਕੀ ਹੈਗੀ? ਵੈਕਟਰ ਕੁਆਂਟੀਟੀ ਹੈ। ਇਹ ਤੁਸੀਂ ਯਾਦ ਰੱਖਣਾ। ਵੈਕਟਰ ਕੁਆਂਟੀਟੀ ਦੀਆਂ ਤੇ ਸਕੇਲਰ ਕੁਆਂਟੀਟੀ ਦੀਆਂ ਕੁਝ ਐਗਜ਼ਾਮਪਲਸ ਨੇ। ਸਿੱਧਾ ਹੀ ਕੁਐਸਚਨ ਆ ਜਾਂਦਾ ਹੈਗਾ ਕਿ ਵੋਲੀਅਮ ਕੀ ਹੈ? ਵੋਲੀਅਮ ਇੱਕ ਸਕੇਲਰ ਕੁਆਂਟੀਟੀ ਹੈ। ਐਵੇਂ ਸਪੀਡ ਹੋ ਗਿਆ, ਵਰਕ ਹੋ ਗਿਆ, ਟਾਈਮ ਹੋ ਗਿਆ, ਪਾਵਰ ਹੋ ਗਈ, એનર્ਜੀ ਹੋ ਗਈ, ਇਹ ਸਾਰੀਆਂ ਸਕੇਲਰ ਕੁਆਂਟੀਟੀਜ਼ ਨੇ। ਇਹੀ ਆਪਾਂ ਵੈਕਟਰ ਕੁਆਂਟੀਟੀਜ਼ ਦੀ ਗੱਲ ਕਰੀਏ, ਵੈਲੋਸਿਟੀ ਹੋ ਗਈ, ਐਕਸਲਰੇਸ਼ਨ ਹੋ ਗਈ, ਠੀਕ ਹੈ, ਫੋਰਸ ਹੋ ਗਈ, ਮੋਮੈਂਟਮ ਹੋ ਗਈ, ਟੋਰਕ ਹੋ ਗਈ, ਇਹ ਸਾਰੀਆਂ ਕੀ ਨੇਗੀਆਂ? ਤੁਹਾਡੀਆਂ ਵੈਕਟਰ ਕੁਆਂਟੀਟੀਜ਼ ਨੇਗੀਆਂ। ਤੁਸੀਂ ਇਹ ਸਾਰੀਆਂ ਯਾਦ ਰੱਖਣੀਆਂ ਨੇਗੀਆਂ। ਨੈਕਸਟ ਕੁਐਸਚਨ ਕੀ ਹੈ? ਕਰੰਟ। ਠੀਕ ਹੈ, ਆਪਾਂ ਨੂੰ ਪਤਾ ਹੈ ਵੀ ਜਿਹੜਾ ਕਰੰਟ ਹੈਗਾ ਉਹ ਕੀ ਹੈ? ਇੱਕ ਸਕੇਲਰ ਕੁਆਂਟੀਟੀ ਹੈ। ਕਿਉਂ ਸਕੇਲਰ ਕੁਆਂਟੀਟੀ ਹੈ? ਕਿਉਂਕਿ ਇੱਕ ਜਿਹੜੀ ਡੀਪ ਗੱਲ ਇਹ ਹੈ ਕਿ ਜ਼ਿਆਦਾ ਆਪਾਂ ਨੂੰ ਡੀਪ ਪੜ੍ਹਨ ਦੀ ਲੋੜ ਨਹੀਂ ਵੈਸੇ ਤਾਂ। ਕੀ ਹੈਗਾ ਕਿ ਇੱਕ ਵੈਕਟਰ ਲਾ ਹੁੰਦੇ ਨੇਗੇ, ਵੈਕਟਰ ਲਾ ਹੁੰਦੇ ਨੇ। ਠੀਕ ਹੈ, ਠੀਕ ਹੈ, ਵੈਕਟਰ ਲਾ ਵੀ ਇੱਕ ਫੋਲੋ ਕਰਨਾ ਚਾਹੀਦਾ ਜੇ ਇੱਕ ਕੁਆਂਟੀਟੀ ਨੂੰ ਵੈਕਟਰ ਸ਼ੋ ਹੋਣਾ ਹੈਗਾ। ਜੇ ਵੈਕਟਰ ਬਣਨ ਵਾਸਤੇ ਜਿਹੜੇ ਲਾ ਦੀ ਲੋੜ ਪੈਂਦੀ ਹੈਗੀ ਉਹ ਵੈਕਟਰ ਲਾ ਅਖਵਾਉਂਦੇ ਨੇਗੇ। ਠੀਕ ਹੈ, ਜਿਵੇਂ ਜਿਹੜਾ ਕਰੰਟ ਹੈ, ਆਪਾਂ ਨੂੰ ਪਤਾ ਵੀ ਕਰੰਟ ਹੈਗਾ, ਕਰੰਟ ਮੂਵ ਕਰਦਾ ਹੈਗਾ, ਇੱਕ ਪਰਟੀਕੂਲਰ ਡਾਇਰੈਕਸ਼ਨ 'ਚ ਮੂਵ ਕਰਦਾ ਹੈ। ਜਿਵੇਂ ਇਲੈਕਟ੍ਰੋਨ ਜੇ ਇੱਧਰ ਨੂੰ ਮੂਵ ਕਰ ਰਹੇ ਨੇ ਤਾਂ ਕਰੰਟ ਕਿੱਧਰ ਮੂਵ ਕਰੇਗਾ? ਇੱਧਰ ਨੂੰ ਮੂਵ ਕਰੇਗਾ। ਠੀਕ ਹੈ, ਤਾਂ ਇਹ ਡਾਇਰੈਕਸ਼ਨ ਹੁੰਦੀ, ਇਹਦੀ ਡਾਇਰੈਕਸ਼ਨ ਹੈਗੀ, ਬਟ ਫਿਰ ਵੀ ਇਹ ਸਕੇਲਰ ਕੁਆਂਟੀਟੀ ਹੈ। ਇਹ ਕਿਉਂ ਹੈ? ਕਿਉਂਕਿ ਜੇ ਵੈਕਟਰ ਲਾਅ ਹੁੰਦੇ ਨੇਗੇ, ਸਿਰਫ ਇੱਕ ਇਹੋ ਜਿਹੀ ਕਰੰਟ, ਇਹੋ ਜਿਹੀ ਕੁਆਂਟੀਟੀ ਹੈ, ਤਾਂ ਹੀ ਆਪਾਂ ਨੇ ਅਲੱਗ ਤੋਂ ਕੁਐਸਚਨ ਪਾਇਆ, ਕਿਉਂਕਿ ਇਹ ਸਿੱਧਾ ਕੁਐਸਚਨ ਆ ਜਾਂਦਾ ਕਿ ਕਰੰਟ ਕੀ ਹੈ, ਕਿਉਂਕਿ ਇਹ ਐਕਸੈਪਸ਼ਨ ਹੈ। ਕਿਉਂਕਿ ਇਹ ਵੈਕਟਰ ਲਾਅ ਨੇ ਜਿਹੜੇ ਕੁਛ, ਜਿਹੜੇ ਕਿ ਡੀਪ ਫਿਜ਼ਿਕਸ ਦੇ ਵਿੱਚ ਪੁੱਛੇ ਜਾਂਦੇ ਨੇਗੇ। ਆਪਾਂ ਨੂੰ ਜ਼ਿਆਦਾ ਕਰਨ ਦੀ ਲੋੜ ਨਹੀਂ, ਸਿਰਫ ਤੁਸੀਂ ਯਾਦ ਰੱਖਣਾ ਹੈ ਕਿ ਕਰੰਟ ਕੀ ਹੈ? ਇੱਕ ਸਕੇਲਰ ਕੁਆਂਟੀਟੀ ਹੈ। ਠੀਕ ਹੈ, ਨੈਕਸਟ ਕੁਐਸਚਨ ਕੀ ਹੈ? ਵਟ ਇਜ਼ ਅ ਯੂਨੀਫਾਰਮ ਮੋਸ਼ਨ। ਯੂਨੀਫਾਰਮ ਮੋਸ਼ਨ ਕੀ ਹੁੰਦਾ ਹੈ? ਸਭ ਤੋਂ ਪਹਿਲਾਂ ਮੋਸ਼ਨ, ਚੱਲਣਾ। ਠੀਕ ਹੈ, ਕੋਈ ਵੈਲੋਸਿਟੀ ਨਾਲ ਚੱਲ ਰਹੀ ਕੋਈ ਚੀਜ਼। ਯੂਨੀਫਾਰਮ ਮੀਨਸ ਇਕੁਅਲ ਵੈਲੋਸਿਟੀ ਨਾਲ, ਮੀਨਸ ਹਰ ਇੱਕ, ਜੇ ਤੁਸੀਂ ਇੱਥੇ ਦੇਖੋਗੇ, ਇੱਥੇ ਦੇਖੋ ਕੋਈ ਮੂਵ ਕਰ ਰਹੀ ਹੈ ਚੀਜ਼ ਇੱਧਰ। ਠੀਕ ਹੈ, ਜੇ ਮੂਵ ਕਰ ਰਹੀ ਹੈ ਤਾਂ ਹਰ ਇੱਕ ਪੁਆਇੰਟ 'ਤੇ ਉਹਦਾ ਕੀ ਹੋਊਗੀ? ਵੈਲੋਸਿਟੀ ਕੀ ਹੋਊਗੀ? ਸੇਮ ਹੋਊਗੀ। ਤਾਂ ਉਹਨੂੰ ਕੀ ਕਹਾਂਗੇ? ਯੂਨੀਫਾਰਮ ਮੋਸ਼ਨ ਕਹਾਂਗੇ। ਕੀ ਕਹਿੰਦੇ ਨੇ? ਦਾ ਮੋਸ਼ਨ ਇਨ ਵਿਚ ਵੈਲੋਸਿਟੀ ਰਿਮੇਨਸ ਕੌਨਸਟੈਂਟ, ਸੇਮ। ਠੀਕ ਹੈ, ਤਾਂ ਕੀ ਹੋ ਜਾਏਗਾ? ਉਹ ਤੁਹਾਡਾ ਕੀ ਬਣ ਜਾਏਗਾ? ਉਹ ਯੂਨੀਫਾਰਮ ਮੋਸ਼ਨ ਬਣ ਜਾਏਗਾ। ਠੀਕ ਹੈ, ਉਸ ਤੋਂ ਬਾਅਦ ਨੈਕਸਟ ਕੁਐਸਚਨ ਕੀ ਹੈ? ਵਟ ਇਜ਼ ਦਾ ਫਾਰਮੂਲਾ ਆਫ ਡਿਸਟੈਂਸ ਕਵਰਡ ਫੋਰ ਯੂਨੀਫਾਰਮ ਮੋਸ਼ਨ। ਜਿਹੜਾ ਡਿਸਟੈਂਸ ਕਵਰ ਕਰਦੇ ਆਪਾਂ ਉਹਦਾ ਫਾਰਮੂਲਾ ਕੀ ਹੁੰਦਾ ਹੈਗਾ? ਆਪਾਂ ਨੂੰ ਪਤਾ ਹੈ ਕਿ ਜਿਹੜੀ ਵੈਲੋਸਿਟੀ ਹੁੰਦੀ ਹੈ, ਸਪੀਡ ਹੁੰਦੀ ਹੈ, ਉਹ ਕਿਹਦੇ ਬਰਾਬਰ ਹੁੰਦੀ ਹੈ? ਡਿਸਟੈਂਸ ਓਵਰ ਟਾਈਮ। ਠੀਕ ਹੈ, ਆਪਾਂ ਮੈਥ ਦੇ ਵਿੱਚ ਵੀ ਇਹ ਕੁਐਸਚਨ ਕਰਦੇ ਹਾਂਗੇ। ਠੀਕ ਹੈ, ਜਿਹੜੀ ਆਪਣੀ ਸਪੀਡ ਹੁੰਦੀ ਹੈ ਕੱਢਣ ਦਾ ਫਾਰਮੂਲਾ ਕੀ ਹੁੰਦਾ ਹੈਗਾ? ਡਿਸਟੈਂਸ ਓਵਰ ਟਾਈਮ ਦੇ। ਠੀਕ ਹੈ, ਤਾਂ ਆਪਾਂ ਜੇ ਇਹਨੂੰ ਇਹਦੇ ਨਾਲ ਮਲਟੀਪਲਾਈ ਕਰ ਦਈਏ ਤਾਂ ਡਿਸਟੈਂਸ ਦੀ ਵੈਲਿਊ ਆ ਜਾਊਗੀ ਵੈਲੋਸਿਟੀ ਇਨਟੂ ਟਾਈਮ।
ਠੀਕ ਹੈ। ਇਹ ਮੈਂ ਤੁਹਾਨੂੰ ਫਾਰਮੂਲਾ ਤਾਂ ਕਰਾ ਰਿਹਾ ਕਿਉਂਕਿ ਹਾਲ ਹੀ ਦੇਖਿਆ ਗਿਆ ਕਿ ਹੈੱਡ ਕਾਂਸਟੇਬਲ ਦੇ ਪੇਪਰ ਵਿੱਚ ਜਾਂ SI ਦੇ ਪੇਪਰ ਵਿੱਚ ਸਿੱਧਾ ਨੂਮੈਰੀਕਲ ਪੁੱਛੇ ਗਏ ਸੀ ਕਿ ਮੰਨ ਲਓ ਵੈਲੋਸਿਟੀ ਇੰਨੀ ਹੈ, ਟਾਈਮ ਇੰਨਾ ਹੈ, ਤਾਂ ਡਿਸਟੈਂਸ ਕੱਢੋ, ਠੀਕ ਹੈ। ਜਾਂ ਤੁਹਾਨੂੰ ਇੱਕ ਚੀਜ਼, ਇਹਨਾਂ ਤਿੰਨਾਂ ਚੀਜ਼ਾਂ 'ਚੋਂ ਇੱਕ ਚੀਜ਼ ਦਿੱਤੀ ਹੋਏਗੀ ਤਾਂ ਦੋ ਚੀਜ਼ਾਂ ਦਿੱਤੀਆਂ ਹੋਣਗੀਆਂ ਤਾਂ ਇੱਕ ਚੀਜ਼ ਤੋਂ ਨਹੀਂ ਕੱਢਣੀ ਹੋਏਗੀ, ਤੁਸੀਂ ਇਹ ਯਾਦ ਰੱਖਣਾ। ਫਾਰਮੂਲਾ ਕੀ ਹੈ? ਡਿਸਟੈਂਸ ਇਜ਼ ਇਕੁਅਲ ਟੂ ਵੈਲੋਸਿਟੀ ਇਨਟੂ ਟਾਈਮ, ਠੀਕ ਹੈ। ਨੈਕਸਟ ਕੁਐਸਚਨ ਕੀ ਹੈ? ਹੂ ਇਜ਼ ਦਾ ਫਾਦਰ ਆਫ ਫਿਜ਼ਿਕਸ। ਸਿੱਧਾ ਕੁਐਸਚਨ ਪੁੱਛ ਲੈਂਦੇ ਨੇ ਕਿ ਫਾਦਰ ਆਫ ਫਿਜ਼ਿਕਸ ਕਿਹਨੂੰ ਕਿਹਾ ਜਾਂਦਾ? ਕਿਹਨੂੰ ਕਿਹਾ ਜਾਂਦਾ? ਨਿਊਟਨ। ਇਹ ਤੁਸੀਂ ਯਾਦ ਰੱਖਣਾ। ਨੈਕਸਟ ਆਪਣੇ ਲਈ ਕੀ ਆ ਗਿਆ? ਲੋਜ਼ ਆਫ ਮੋਸ਼ਨ ਆਰ ਗਿਵਨ ਬਾਏ। ਜਿਹੜੇ ਮੋਸ਼ਨ ਦੇ ਲਾ ਨੇਗੇ, ਠੀਕ ਹੈ, ਆਪਾਂ ਪੜ੍ਹਦੇ ਬਚਪਨ ਤੋਂ ਹੀ ਪੜ੍ਹਦੇ ਆ, ਨਿਊਟਨ ਦੇ 3 ਲਾ ਦੱਸੋ, ਨਿਊਟਨ ਦੇ 3 ਲਾ ਦੱਸੋ। ਉਹੀ ਲਾ ਨੂੰ ਕੀ ਕਹਿੰਦੇ ਨੇਗੇ? ਲੋਜ਼ ਆਫ ਮੋਸ਼ਨ, ਠੀਕ ਹੈ। ਕਿਹਨੇ ਦਿੱਤੇ? ਨਿਊਟਨ ਨੇ। ਉਹਦੀ ਇੱਕ ਬੁੱਕ ਆਈ ਸੀਗੀ ਜਿਹਦਾ ਨਾਮ ਸੀ ਪ੍ਰਿੰਸੀਪੀਆ। ਪ੍ਰਿੰਸੀਪੀਆ ਨਾਮ ਦੀ ਬੁੱਕ ਸੀਗੀ ਜਿਹੜੀ ਕਿ 1687 ਦੇ ਵਿੱਚ ਆਈ ਸੀ। ਉਹਦੇ ਵਿੱਚ ਇਹ ਜਿਹੜੇ 3 ਲਾਅ ਨੇਗੇ ਇਹ ਦਿੱਤੇ ਸੀਗੇ। ਤਾਂ ਤੁਹਾਨੂੰ ਸਿੱਧਾ ਕੁਐਸਚਨ ਆ ਜਾਂਦਾ ਕਿ ਜਿਹੜੇ ਲਾਅ ਆਫ ਮੋਸ਼ਨ ਨੇਗੇ ਕਿਹਨੇ ਦਿੱਤੇ ਨੇ? ਨਿਊਟਨ ਨੇ ਦਿੱਤੇ ਨੇਗੇ। ਉਸ ਤੋਂ ਬਾਅਦ ਨੈਕਸਟ ਕੁਐਸਚਨ ਬਹੁਤ ਜ਼ਿਆਦਾ ਇੰਪੋਰਟੈਂਟ, ਇਹਦਾ ਨੂਮੈਰੀਕਲ ਪੱਕਾ ਆਉਂਦਾ ਹੈਗਾ। ਮਤਲਬ ਕਿ ਜੇ ਮੈਂ ਦੇਖਾਂ ਤਾਂ ਹੈੱਡ ਕਾਂਸਟੇਬਲ ਦੇ ਮੇਰੇ ਖਿਆਲ 'ਚ 17 ਤਰੀਕ ਦੇ 17 ਦੀ ਸ਼ਿਫਟ ਦੇ ਵਿੱਚ ਕੁਐਸਚਨ ਪੁੱਛਿਆ ਗਿਆ ਸੀਗਾ ਕਿ ਤੁਹਾਨੂੰ ਮਾਸ ਦਿੱਤਾ ਹੋਇਆ ਸੀਗਾ, ਠੀਕ ਹੈ, ਇੱਕ ਵੈਲੋਸਿਟੀ ਦਿੱਤੀ ਹੋਈ ਸੀਗੀ ਇੱਕ ਚੀਜ਼ ਦੀ, ਠੀਕ ਹੈ, ਤੁਹਾਨੂੰ ਮੋਮੈਂਟਮ ਪੁੱਛੀ ਗਈ ਸੀ। ਤਾਂ ਮੋਮੈਂਟਮ ਦਾ ਸਿੱਧਾ ਫਾਰਮੂਲਾ ਹੁੰਦਾ ਹੈਗਾ ਮਾਸ ਇਨਟੂ ਵੈਲੋਸਿਟੀ, ਠੀਕ ਹੈ। ਸਿੱਧਾ ਤੁਸੀਂ ਮੰਨ ਲਓ ਤੁਹਾਨੂੰ ਦੇ ਦਾਂ ਵੀ ਇੱਕ ਚੀਜ਼ ਹੈਗੀ, ਕੋਈ ਕਾਰ ਲੈ ਲਓ, ਕਾਰ ਮੂਵ ਕਰ ਰਹੀ ਹੈਗੀ 30 ਕਿਲੋਮੀਟਰ ਪ੍ਰਤੀ ਘੰਟੇ ਦੀ ਸਪੀਡ ਨਾਲ, ਠੀਕ ਹੈ। ਇਹੀ ਮੈਂ ਗੱਲ ਕਰਾਂ ਜਿਹੜਾ ਉਹਦਾ ਮਾਸ ਹੈ ਉਹ ਹੈਗਾ ਤੁਹਾਡਾ 10, ਠੀਕ ਹੈ, 10 ਕਿਲੋਗ੍ਰਾਮ, ਠੀਕ ਹੈ। ਤਾਂ ਤੁਹਾਡੀ ਜਿਹੜੀ ਕੀ ਹੋਏਗੀ? ਮੋਮੈਂਟਮ ਕਿੰਨੀ ਹੋਏਗੀ? ਸਿੱਧਾ ਹੀ ਤੁਸੀਂ ਆਨਸਰ ਕੱਢ ਸਕਦੇ ਹੋ ਇਹਦਾ 10 × 30 ਕਿੰਨਾ ਆ ਜਾਏਗੀ? 300, ਠੀਕ ਹੈ। ਇਹ ਤੁਸੀਂ ਯਾਦ ਰੱਖਣੀ ਹੋਣਗੇ, ਸਿੱਧਾ ਨੂਮੈਰੀਕਲ ਪੁੱਛਿਆ ਜਾਂਦਾ ਹੈਗਾ ਅਤੇ ਤੁਸੀਂ ਉੱਥੇ ਇਹ ਪੇਪਰ 'ਚ ਕੱਢ ਕੇ ਆਉਣਾ ਹੈਗਾ, ਆਨਸਰ ਦੇ ਕੇ ਆਉਣਾ। ਨੈਕਸਟ ਕੁਐਸਚਨ ਕੀ ਹੈ? ਵਟ ਇਜ਼ ਦਾ ਫਾਰਮੂਲਾ ਆਫ ਫੋਰਸ, ਠੀਕ ਹੈ। ਫਾਰਮੂਲਾ ਆਫ ਫੋਰਸ ਕੀ ਹੈਗਾ? ਮਾਸ ਇਨਟੂ ਐਕਸਲਰੇਸ਼ਨ। ਫੋਰਸ ਇਜ਼ ਇਕੁਅਲ ਟੂ ਮਾਸ ਇਨਟੂ ਐਕਸਲਰੇਸ਼ਨ, ਠੀਕ ਹੈ। ਇਹ ਜਿਹੜਾ ਸਾਈਨ ਹੈਗਾ ਮਾਸ ਦਾ ਹੈਗਾ, ਇਹ ਐਕਸਲਰੇਸ਼ਨ ਦਾ ਹੈਗਾ। ਹੁਣ ਤੁਹਾਨੂੰ ਦੱਸ ਦੇ, ਕੋਈ ਕਹਿ ਦੇ ਕੋਈ ਗੱਡੀ ਹੈਗੀ ਉਹ ਮੂਵ ਕਰ ਰਹੀ ਹੈਗੀ ਜਿਹਦਾ ਮਾਸ ਹੈਗਾ 30 ਕਿਲੋਗ੍ਰਾਮ ਅਤੇ ਉਹ ਮੂਵ ਕਰ ਰਹੀ ਹੈਗੀ 30 ਕਿਲੋਮੀਟਰ ਦੀ ਸਪੀਡ ਨਾਲ, ਤਾਂ ਤੁਹਾਡੀ ਸਿੱਧੀ ਫੋਰਸ ਕਿੰਨੀ ਆ ਜਾਏਗੀ? 900, ਠੀਕ ਹੈ। ਇਹ ਸਾਰੀ ਤੁਹਾਡੀਆਂ ਜਿਹੜੀਆਂ ਫਾਰਮੂਲੇ ਨੇਗੇ ਕਿਤੋਂ ਡਰਾਈਵ ਕੀਤੇ ਗਏ ਨੇਗੇ, ਜਿਹੜੇ ਨਿਊਟਨ ਨੇ 3 ਲਾਅ ਦਿੱਤੇ ਨਾ ਉਹਨਾਂ ਤੋਂ ਹੀ ਇਹ ਸਾਰੇ ਫਾਰਮੂਲੇ ਡਰਾਈਵ ਹੋ ਗਏ। ਤੁਸੀਂ ਫਾਰਮੂਲੇ ਯਾਦ ਰੱਖਣੇ ਕਿਉਂਕਿ ਹਾਲਾਂ ਹੀ ਦੇਖਿਆ ਗਿਆ ਪੇਪਰਾਂ ਦੇ ਵਿੱਚ ਨੂਮੈਰੀਕਲ ਬਹੁਤ ਜ਼ਿਆਦਾ ਪੁੱਛੇ ਜਾ ਰਹੇ ਨੇਗੇ। 1-2 ਨੂਮੈਰੀਕਲ ਮਤਲਬ ਕਿ ਹਰ ਇੱਕ ਪੇਪਰ 'ਚ ਪੁੱਛਿਆ ਹੀ ਜਾ ਰਿਹਾ। ਨੈਕਸਟ ਕੁਐਸਚਨ, ਰਿਕੋਇਲ ਆਫ ਅ ਗਨ, ਸਵਿਮਿੰਗ, ਮੋਸ਼ਨ ਆਫ ਰੋਕਟ ਆਰ ਐਗਜ਼ਾਮਪਲ ਆਫ, ਠੀਕ ਹੈ। ਕਿਹਦਾ? ਨਿਊਟਨਸ ਥਰਡ ਲਾ। ਸਭ ਤੋਂ ਪਹਿਲਾਂ ਨਿਊਟਨ ਦਾ ਥਰਡ ਲਾ ਕੀ ਕਹਿੰਦਾ ਹੈ? ਦੇਰ ਇਜ਼ ਇਕੁਅਲ ਰਿਐਕਸ਼ਨ ਫੋਰ ਐਨ ਐਕਸ਼ਨ, ਠੀਕ ਹੈ। ਮੀਨਸ ਜੇ ਤੁਸੀਂ ਕਿਸੇ ਦੇ ਮਤਲਬ ਕਿ ਗਾਂਧੀ ਵਾਲੀ ਗੱਲ ਤੋਂ ਉਲਟ ਹੋ ਜਾਂਦਾ ਹੈਗਾ। ਗਾਂਧੀ ਜੀ ਕਹਿੰਦੇ ਸੀਗੇ ਵੀ ਕੋਈ ਥੱਪੜ ਮਾਰਦਾ ਤੁਸੀਂ ਬਰਾਬਰ ਨਹੀਂ ਮਾਰਨਾ, ਬਟ ਐਕਸ਼ਨ ਰਿਐਕਸ਼ਨ ਦਾ ਕੀ ਹੁੰਦਾ ਹੈ? ਜੇ ਤੁਸੀਂ ਐਕਸ਼ਨ ਕਰੋਗੇ ਤਾਂ ਤੁਹਾਨੂੰ ਉਹ ਰਿਐਕਸ਼ਨ ਵੀ ਮਿਲੇਗਾ। ਐਵੇਂ ਜਿਵੇਂ ਰਿਕੋਇਲ ਆਫ ਗਨ ਹੈ, ਜੇ ਤੁਸੀਂ ਗੋਲੀ ਮਾਰਦੇ ਹੋ, ਰਾਈਫਲ ਨਾਲ ਗੋਲੀ ਛੱਡਦੇ ਹੋ ਤਾਂ ਉਹ ਪਿੱਛੇ ਨੂੰ ਇੱਕ ਵਾਰ ਧੱਕਾ ਜਿਹਾ ਮਾਰਦੀ ਹੈ, ਉਹ ਕੀ ਹੈ? ਐਕਸ਼ਨ ਦਾ ਰਿਐਕਸ਼ਨ ਹੈ। ਐਵੇਂ ਸਵੀਮਿੰਗ ਹੈ, ਆਪਾਂ ਪਿੱਛੇ ਨੂੰ ਹੱਥ ਮਾਰਦੇ ਹਾਂ ਤਾਂ ਆਪਾਂ ਅੱਗੇ ਮੂਵ ਕਰਦੇ ਹਾਂ, ਠੀਕ ਹੈ। ਐਵੇਂ ਉਹ ਵੀ ਐਕਸ਼ਨ ਦਾ ਰਿਐਕਸ਼ਨ ਹੈ। ਮੋਸ਼ਨ ਆਫ ਰੋਕਟ ਹੋ ਗਿਆ, ਪਿੱਛੇ ਆਪਾਂ ਉਹਦੇ ਰੋਕਟ ਦੇ ਪਿੱਛੇ ਦੇਖੀਏ ਤਾਂ ਜਿਹੜੇ ਗੈਸਾਂ ਨੇਗੀਆਂ ਇੱਧਰ ਨੂੰ ਜਾਂਦੀਆਂ ਨੇ ਅਤੇ ਰੋਕਟ ਉੱਧਰ ਨੂੰ ਜਾਂਦੀ ਹੈ। ਇਹ ਸਾਰੇ ਕਿਤੇ ਵਰਕ ਕਰਦੇ ਨੇਗੇ? ਨਿਊਟਨਸ ਥਰਡ ਲਾ ਆਫ ਮੋਸ਼ਨ, ਠੀਕ ਹੈ। ਇਹ ਤੁਸੀਂ ਯਾਦ ਰੱਖਣਾ। ਨੈਕਸਟ ਇੱਕ ਹੋਰ ਫਾਰਮੂਲਾ ਜਿਹੜਾ ਕਿ ਪੇਪਰਾਂ 'ਚ ਪੁੱਛਿਆ ਜਾਂਦਾ ਹੈ, ਵਟ ਇਜ਼ ਦਾ ਫਾਰਮੂਲਾ ਆਫ ਇੰਪਲਸ। ਇੰਪਲਸ ਦਾ ਫਾਰਮੂਲਾ ਕੀ ਹੈ? ਇੰਪਲਸ ਇਜ਼ ਇਕੁਅਲ ਟੂ ਫੋਰਸ ਇਨਟੂ ਟਾਈਮ, ਠੀਕ ਹੈ। ਇਹ ਕੁਐਸਚਨ ਮੈਂ ਤੁਹਾਨੂੰ ਤਾਂ ਕਰਵਾ ਰਿਹਾ ਕਿਉਂਕਿ ਹੈੱਡ ਕਾਂਸਟੇਬਲ ਅਤੇ ਕਾਂਸਟੇਬਲ ਇੰਟੈਲੀਜੈਂਸ ਦੇ ਵਿੱਚ ਕੁਐਸਚਨ ਪੁੱਛਿਆ ਗਿਆ ਸੀਗਾ ਕਿ ਮੰਨ ਲਓ ਕ੍ਰਿਕਟ ਬੋਲ ਹੈ, ਠੀਕ ਹੈ। ਕ੍ਰਿਕਟ ਬੋਲ ਤੁਹਾਡੇ ਵੱਲ ਆ ਰਹੀ ਹੈਗੀ, ਠੀਕ ਹੈ। ਤੁਸੀਂ ਜਿਹੜਾ ਆਪਣਾ ਹੱਥ ਹੈਗਾ ਕ੍ਰਿਕਟ ਬੋਲ ਜਦੋਂ ਕ੍ਰਿਕਟ ਕੈਚ ਕਰਨ ਵਾਸਤੇ ਤਾਂ ਹੱਥ ਤੁਸੀਂ ਥੋੜ੍ਹਾ ਪਿੱਛੇ ਨੂੰ ਲੈ ਲੈਂਦੇ ਹੋ ਤਾਂ ਕਿ ਤੁਹਾਡੀ ਇੰਪਲਸ ਘੱਟਦੇ, ਤੁਹਾਡੇ 'ਤੇ ਫੋਰਸ ਘੱਟ ਜੇ, ਟਾਈਮ ਵੱਧ ਜਾਂਦਾ, ਟਾਈਮ ਵੱਧ ਗਿਆ, ਠੀਕ ਹੈ। ਤਾਂ ਕੀ ਹੋ ਜਾਏਗਾ ਤੁਹਾਡਾ ਮਤਲਬ ਕਿ ਇਹਦੇ ਨਾਲ ਕੀ ਹੋਏਗਾ? ਤੁਹਾਡੇ 'ਤੇ ਸੱਟ ਘੱਟ ਲੱਗੇਗੀ। ਤੁਸੀਂ ਪਿੱਛੇ ਨੂੰ ਖਿੱਚੋਗੇ ਤਾਂ ਥੋੜ੍ਹੀ ਸੱਟ ਘੱਟ ਲੱਗੇਗੀ, ਤਾਂ ਇਹਦੇ ਕਰਕੇ ਤੁਸੀਂ ਇਹ ਯਾਦ ਰੱਖਣਾ, ਠੀਕ ਹੈ। ਨੈਕਸਟ ਕੀ ਆ ਗਿਆ? ਨੈਕਸਟ ਕੁਐਸਚਨ ਹੈ ਦ ਸੈਂਟਰੀਪੀਟਲ ਫੋਰਸ ਰਿਕੁਆਇਰਡ ਫੋਰ ਦ ਮੋਸ਼ਨ ਆਫ ਪਲੈਨਟਸ ਅਰਾਊਂਡ ਦ ਸਨ ਇਜ਼ ਪ੍ਰੋਵਾਈਡਡ ਬਾਏ, ਠੀਕ ਹੈ। ਜਿਹੜਾ ਆਪਣਾ ਸਨ ਹੈਗਾ, ਠੀਕ ਹੈ, ਆਪਾਂ ਨੂੰ ਪਤਾ ਵਿਚਕਾਰ ਹੈ, ਆਲੇ ਦੁਆਲੇ ਆਪਣੇ ਜਿਹੜੇ ਪਲੈਨਟ ਨੇ ਉਹ ਰਿਵੋਲਵ ਕਰ ਰਹੇ ਨੇ, ਠੀਕ ਹੈ, ਰਿਵੋਲਵ ਕਰ ਰਹੇ ਨੇ। ਜਿਹੜੀ ਆਪਣੀ ਅਰਥ ਹੈ ਉਹ ਰਿਵੋਲਵ ਤਾਂ ਕਰਦੀ ਹੈ, ਨਾਲ ਨਾਲ ਆਪਣੀ ਐਕਸਿਸ ਦੁਆਰਾ ਕੀ ਕਰਦੀ ਹੈਗੀ? ਰੋਟੇਟ ਵੀ ਕਰਦੀ ਹੈਗੀ। ਤਾਂ ਜਿਹੜੇ ਉਹ ਸੈਂਟਰੀਪੀਟਲ ਫੋਰਸ ਲੱਗਦੀ ਹੈਗੀ ਵੀ ਉਹਨੂੰ ਇਸੇ ਪਾਥ 'ਤੇ ਬੰਨ੍ਹ ਕੇ ਰੱਖਦੀ ਹੈ, ਇਸੇ ਪਾਥ 'ਤੇ ਮੂਵ ਕਰਵਾਈ ਜਾਂਦੀ ਹੈ, ਉਹਨੂੰ ਕੀ ਕਹਿੰਦੇ ਨੇ? ਗ੍ਰੈਵੀਟੇਸ਼ਨਲ ਫੋਰਸ। ਜਿਹੜੀ ਗ੍ਰੈਵੀਟੇਸ਼ਨਲ ਫੋਰਸ ਹੁੰਦੀ ਹੈ ਇਹ ਤਾਂ ਲੱਗਦੀ ਹੈ ਕਿਉਂਕਿ ਕਿਸੇ ਨਾ ਹਰ ਇੱਕ ਬੋਡੀ ਦਾ ਕੋਈ ਨਾ ਕੋਈ ਮਾਸ ਹੁੰਦਾ ਹੈਗਾ ਅਤੇ ਉਹ ਮਾਸ ਕੀ ਕਰਦਾ? ਇੱਕ ਦੂਜੇ ਨੂੰ ਅਟਰੈਕਟ ਕਰਦਾ, ਠੀਕ ਹੈ। ਇਹ ਤੁਸੀਂ ਯਾਦ ਰੱਖਣਾ। ਗ੍ਰੈਵੀਟੇਸ਼ਨਲ ਜਿਹੜੀ ਫੋਰਸ ਹੁੰਦੀ ਹੈ ਉਹ ਹਮੇਸ਼ਾ ਡਿਊ ਟੂ ਮਾਸ ਲੱਗਦੀ ਹੈ, ਡਿਊ ਟੂ ਵੇਟ ਲੱਗਦੀ ਹੈ, ਠੀਕ ਹੈ। ਇਹ ਤੁਸੀਂ ਯਾਦ ਰੱਖਣਾ। ਨੈਕਸਟ ਕੁਐਸਚਨ ਇੱਕ ਕਨਸੈਪਟ ਆ ਗਿਆ
क्रीम सैपरेटर हो गया, सेंट्रीफ्यूगल ड्रायर हो गया, ठीक है। वर्कस ऑन द प्रिंसीपल ऑफ ਜਿਹੜੇ ਇਹ ਕਰੀਮ ਸੈਪਰੇਟਰ ਹੁੰਦੇ ਨੇਗੇ, ਮਤਲਬ ਕਿ ਜਦੋਂ ਮਿਕਸੀ ਚੱਲਦੀ ਹੈਗੀ ਆਪਣੀ ਕਰੀਮ ਸੈਪਰੇਟ ਹੋ ਜਾਂਦੀ ਹੈਗੀ, ਠੀਕ ਹੈ। ਉਹ ਸਾਰੇ ਕਿਹੜੀ ਫੋਰਸ ਤੇ ਵਰਕ ਕਰਦੇ ਨੇਗੇ, ਕਿਤੇ ਕਰਦੇ ਨੇਗੇ, ਸੈਂਟਰੀਫਿਊਗਲ ਫੋਰਸ ਤੇ। ਇਹ ਤੁਸੀਂ ਯਾਦ ਰੱਖਣਾ। ਨੈਕਸਟ ਕੁਐਸਚਨ ਕੀ ਆ ਗਿਆ ਤੁਹਾਡਾ, ਕਹਿੰਦੇ ਵੈਨ ਅ ਬੋਡੀ ਥਰੋਨ ਅਪਵਰਡ ਹਾਊ એનર્ਜੀ ਵੇਰੀਜ਼, ਠੀਕ ਹੈ। ਹੁਣ ਕੋਈ ਆਪਾਂ ਉਰੇ ਖੜਿਆਂਗੇ, ਆਪਾਂ ਨੇ ਬੋਡੀ ਨੂੰ ਕੋਈ ਨੂੰ ਮਤਲਬ ਕਿ ਡਲਾ ਵਗੈਰਾ ਕੋਈ ਉੱਪਰ ਸਿੱਟਤਾ ਤਾਂ ਉਹਦੇ ਉੱਤੇ ਕੋਈ ਨਾ ਕੋਈ એનર્ਜੀ ਲੱਗੇਗੀ, ਪੱਕਾ ਲੱਗੇਗੀ, ਠੀਕ ਹੈ। ਉਹਦੇ ਨਾਲ ਕੋਈ એનર્ਜੀ ਹੁੰਦੀ ਹੈ। ਤਾਂ ਇੱਕ ਗੱਲ ਤੁਸੀਂ ਹਮੇਸ਼ਾ ਯਾਦ ਰੱਖਣੀ ਹੈ, ਜਦੋਂ ਕੋਈ ਬੋਡੀ ਮੂਵ ਕਰ ਰਹੀ ਹੈ, ਠੀਕ ਹੈ, ਮੋਸ਼ਨ 'ਚ ਹੈ, ਤਾਂ ਉਹਦੇ ਲਈ ਵੀ ਹੁੰਦੀ ਹੈ ਕਿਨੈਟਿਕ એનર્ਜੀ। ਕਿਹੜੀ ਹੁੰਦੀ ਹੈ? ਕਿਨੈਟਿਕ એનર્ਜੀ। ਜਦੋਂ ਕੋਈ ਚੀਜ਼ ਕਿਸੇ ਪੋਜੀਸ਼ਨ 'ਤੇ ਖੜੀ ਹੁੰਦੀ ਹੈ, ਜਿਵੇਂ ਡੈਮ ਹੈ, ਡੈਮ ਦੇ ਉੱਤੇ ਵਾਟਰ ਹੈ ਜਿਹੜਾ ਸਥਿਤੀ 'ਚ ਖੜਾ ਹੁੰਦਾ ਕਿਸੇ ਨਾ ਕਿਸੇ 'ਚ, ਤਾਂ ਉਹਦੇ ਲਈ ਜਿਹੜੀ એનર્ਜੀ ਹੁੰਦੀ ਹੈ ਉਹ ਹੁੰਦੀ ਹੈ ਪੋਟੈਂਸ਼ੀਅਲ। ਉਹਦੀ ਪੋਟੈਂਸ਼ੀਅਲ ਕਰਕੇ, ਉਹਦੇ ਖੜੇ ਹੋਣ ਕਰਕੇ ਜਿਹੜੀ એનર્ਜੀ ਹੁੰਦੀ ਹੈ ਉਹ ਹੁੰਦੀ ਹੈ ਪੋਟੈਂਸ਼ੀਅਲ એનર્ਜੀ, ਠੀਕ ਹੈ। ਜਿਹੜੀ ਉਹਦੇ ਮੋਸ਼ਨ ਕਰਕੇ, ਕਿਸੇ ਬੋਡੀ ਦੇ ਮੋਸ਼ਨ ਕਰਕੇ ਹੁੰਦੀ ਹੈ, ਉਹ ਹੁੰਦੀ ਹੈ ਉਹਦੀ ਕਿਨੈਟਿਕ એનર્ਜੀ, ਠੀਕ ਹੈ। ਇੱਕ ਕੁਐਸਚਨ ਹਮੇਸ਼ਾ ਪੁੱਛਿਆ ਜਾਂਦਾ ਹੈਗਾ ਕਿ ਤੁਹਾਨੂੰ ਕੀ ਕਰਨਗੇ, ਮਾਸ ਦੇ ਦੇਣਗੇ, ਵੈਲੋਸਿਟੀ ਦੇ ਦੇਣਗੇ, ਤਾਂ ਪੁੱਛਿਆ ਹੋਊਗਾ ਉਹ ਬੋਡੀ ਦੀ ਕੀ ਦੱਸੋ, ਕਿਨੈਟਿਕ એનર્ਜੀ ਦੱਸੋ। ਤਾਂ ਫਾਰਮੂਲਾ ਤੁਸੀਂ ਕਾਪੀ 'ਚ ਲਿਖ ਲੈਣਾ, ਕੀ ਹੁੰਦਾ? ਹਾਫ mv ਸਕੁਅਰ, ਠੀਕ ਹੈ। ਕੀ ਹੁੰਦਾ? ਹਾਫ mv ਸਕੁਅਰ ਜਿਹੜਾ ਫਾਰਮੂਲਾ ਹੁੰਦਾ ਇਹ ਲਗਾ ਕੇ ਤੁਸੀਂ ਕਿਸੇ ਵੀ ਬੋਡੀ ਦੀ ਕਿਨੈਟਿਕ એનર્ਜੀ ਕੱਢ ਸਕਦੇ ਹੋਗੇ, ਕਿਉਂਕਿ ਵੈਲੋਸਿਟੀ ਆ ਗਿਆ, ਤੇ ਜੇ ਵੈਲੋਸਿਟੀ ਜ਼ੀਰੋ ਹੋ ਗਈ ਮੀਨਸ ਕੋਈ ਬੋਡੀ ਖੜ ਗਈ ਤਾਂ ਉਹਦੇ ਲਈ ਕਿਨੈਟਿਕ એનર્ਜੀ ਨਹੀਂ ਹੋਏਗੀ। ਜਦੋਂ ਬੋਡੀ ਮੂਵ ਕਰ ਰਹੀ ਹੈ, ਠੀਕ ਹੈ, ਕੋਈ ਬੋਡੀ ਚੱਲ ਰਹੀ ਹੈ, ਤਾਂ ਉਹਦੇ ਲਈ ਵੈਲੋਸਿਟੀ ਹੋਏਗੀ ਤਾਂ ਕਿਨੈਟਿਕ એનર્ਜੀ ਵੀ ਆਪਣੇ ਆਪ ਉਹਦੇ ਲਈ ਹੋਏਗੀ, ਠੀਕ ਹੈ। ਤਾਂ ਹੁਣ ਆਪਾਂ ਨੂੰ ਪੁੱਛਿਆ ਗਿਆ ਸੀ ਜਦੋਂ ਅਪਵਰਡ ਸਿੱਟਾਂਗੇ ਤਾਂ ਕੀ ਹੋਊਗਾ, ਇਸ ਪੋਟੈਂਸ਼ੀਅਲ એનર્ਜੀ ਜਦੋਂ ਉਹ ਖੜੀ ਸੀਗੀ, ਠੀਕ ਹੈ, ਜਦੋਂ ਉੱਪਰ ਜਾਈ ਜਾਊਗੀ ਤਾਂ ਉਹ ਇੱਕ ਸਥਿਤੀ 'ਚ ਆ ਜਾਊਗੀ ਵੀ ਖੜ ਜੂਗੀ, ਫਿਰ ਵਾਪਸ ਡਿੱਗਦੀ ਆ ਉਹ, ਤਾਂ ਉਹਦੇ ਨਾਲ ਪੋਟੈਂਸ਼ੀਅਲ એનર્ਜੀ ਇਨਕਰੀਜ਼ ਕਰੀ ਜਾਊਗੀ ਤੇ ਕਿਨੈਟਿਕ એનર્ਜੀ ਕੀ ਕਰੀ ਜਾਊਗੀ? ਡਿਕਰੀਜ਼ ਕਰੀ ਜਾਊਗੀ। ਕਿਉਂਕਿ ਜਦੋਂ ਆਪਾਂ ਨੀਚੋਂ ਸਿੱਟਾਂਗੇ ਤਾਂ ਬਹੁਤ ਤੇਜ਼ੀ ਨਾਲ ਸਿੱਟਾਂਗੇ, ਹੌਲੀ ਘਟਦੀ ਜਾਊਗੀ, ਇੱਕ ਥਾਂ 'ਤੇ ਜਾ ਕੇ ਜ਼ੀਰੋ ਹੋ ਜੂਗੀ, ਫਿਰ ਨੀਚੇ ਨੂੰ ਆਉਣਾ ਸਟਾਰਟ ਕਰੂਗੀ। ਇਹ ਤੁਸੀਂ ਯਾਦ ਰੱਖਣਾ। ਇੱਕ ਕੁਐਸਚਨ ਫੈਕਚੁਅਲ ਪੁੱਛਿਆ ਜਾਂਦਾ ਹੈਗਾ ਕਿ ਹੋਰਸ ਪਾਵਰ ਹੈ ਜਿਹੜੀ ਉਹ ਕਿਹਦੀ ਯੂਨਿਟ ਹੈ? ਪਾਵਰ ਦੀ, ਠੀਕ ਹੈ। ਆਪਾਂ ਮੋਟਰਾਂ 'ਚ ਯੂਜ਼ ਕਰਦੇ ਹਾਂ ਨਾ, ਤਾਂ 12 ਲੱਗਦੇ ਨੇ ਜਿਹੜੇ, ਸਾਰਿਆਂ 'ਤੇ ਯੂਜ਼ ਕਰਦੇ ਹਾਂ। ਹੋਰਸ ਪਾਵਰ ਦੀ ਯੂਨਿਟ ਕਿਹਦੀ ਹੈਗੀ? ਇਹ ਜਿਹੜੀ ਪਾਵਰ ਦੀ ਹੈ। ਤੇ ਜਿਹੜਾ ਕਨਵਰਜ਼ਨ ਪੁੱਛੀ ਜਾਂਦੀ ਹੈ, ਬਹੁਤ ਵਾਰ ਪੇਪਰ 'ਚ ਪੁੱਛੀ ਜਾਂਦੀ ਹੈ। TCS ਕਿਉਂਕਿ ਐਗਜ਼ਾਮ ਕੰਡਕਟਰ ਬਣਦੀ ਹੈਗੀ, ਤਾਂ TCS ਇਹੋ ਜਿਹੇ ਕੁਐਸਚਨ ਫੈਕਚੁਅਲ ਪੁੱਛ ਲੈਂਦੀ ਹੈ ਕਿ 1 ਹੋਰਸ ਪਾਵਰ ਕਿਹਦੇ ਬਰਾਬਰ ਹੁੰਦੀ ਹੈ? 746 ਵਾਟ ਦੇ, ਠੀਕ ਹੈ। ਵਾਟ ਵੀ ਕੀ ਹੈ? ਪਾਵਰ ਦੀ ਇੱਕ ਯੂਨਿਟ ਹੈਗੀ, ਛੋਟੀ ਯੂਨਿਟ ਹੈਗੀ, ਤੇ ਹੋਰਸ ਪਾਵਰ ਇੱਕ ਵੱਡੀ ਯੂਨਿਟ ਹੈਗੀ 746 ਵਾਟ ਦੀ। ਇਹ ਤੁਸੀਂ ਯਾਦ ਰੱਖਣਾ। ਨੈਕਸਟ ਕੁਐਸਚਨ ਕੀ ਹੈ? ਰੇਟ ਆਫ ਡੂਇੰਗ ਵਰਕ ਇਜ਼ ਕਾਲਡ, ਠੀਕ ਹੈ। ਹੁਣ ਆਪਾਂ ਇਹਦਾ ਵੀ ਦੇਖ ਲੈਂਦੇ ਹਾਂ ਕਿ ਕੋਈ ਵਰਕ ਹੋ ਰਿਹਾ, ਠੀਕ ਹੈ, ਤਾਂ ਕਿੰਨੇ ਟਾਈਮ 'ਚ ਕਿੰਨਾ ਵਰਕ ਹੋ ਰਿਹਾ। ਮੰਨ ਲਓ ਮੈਂ 10 ਮਿੰਟਾਂ 'ਚ ਕੋਈ 30 ਕਿਲੋਗ੍ਰਾਮ ਵਾਲਾ ਵਰਕ ਕਰ ਦੇਣਾ, ਮੀਨਸ ਕੋਈ 30 ਕਿਲੋਗ੍ਰਾਮ ਦੀ ਚੀਜ਼ ਜਿਹੜੀ ਖਤਮ ਕਰਤੀ, ਜਾਂ 30 ਕਿਲੋਗ੍ਰਾਮ ਦੀ ਚੀਜ਼ ਕੋਈ ਕਿਤੇ ਰੱਖਿਆ ਆ, ਠੀਕ ਹੈ। ਮੈਂ ਕਰ ਰਿਹਾ ਹੈਗਾ 10 ਮਿੰਟਾਂ 'ਚ, ਕੋਈ ਕਰ ਰਿਹਾ ਹੈਗਾ 20 ਮਿੰਟਾਂ 'ਚ, ਤਾਂ ਮੇਰੀ ਪਾਵਰ ਜ਼ਿਆਦਾ ਹੋਈ, ਠੀਕ ਹੈ। ਮੈਂ ਘੱਟ ਟਾਈਮ 'ਚ ਕੀ ਕਰ ਰਿਹਾ ਹੈਗਾ, ਇੰਨਾ ਜ਼ਿਆਦਾ ਕੰਮ ਕਰ ਰਹੇਗਾ, ਬਟ ਉਹ ਜ਼ਿਆਦਾ ਟਾਈਮ ਲੈ ਰਹੇਗਾ ਉਹਨਾਂ ਕਰਕੇ। ਇਸ ਕਰਕੇ ਜਿੰਨਾ ਰੇਟ ਹੁੰਦਾ ਮੀਨਸ ਕਿੰਨਾ ਹੋ ਗਿਆ? ਵਰਕ ਓਵਰ ਟਾਈਮ, ਠੀਕ ਹੈ। ਵਰਕ ਓਵਰ ਟਾਈਮ ਕੀ ਹੁੰਦਾ? ਵਰਕ ਬਟਾ ਟਾਈਮ ਕੀ ਹੁੰਦਾ ਹੈਗਾ? ਕੀ ਹੁੰਦਾ? ਆਪਣੀ ਪਾਵਰ। ਰੇਟ ਆਫ ਡੂਇੰਗ ਵਰਕ ਇਜ਼ ਕਾਲਡ ਪਾਵਰ। ਇਹ ਤੁਸੀਂ ਯਾਦ ਰੱਖਣਾ। ਨੈਕਸਟ ਕੀ ਹੈ? SI ਯੂਨਿਟ ਮੈਂ ਤੁਹਾਨੂੰ ਦੱਸ ਦਿੱਤਾ ਕਿ ਜੇ ਹੋਰਸ ਪਾਵਰ ਵੀ ਹੈ ਤਾਂ ਵੋਟ ਵੀ ਕੀ ਹੈਗੀ? ਇਹਦੀ ਪਾਵਰ ਦੀ ਇੱਕ ਯੂਨਿਟ ਹੈ। ਨੈਕਸਟ ਕੁਐਸਚਨ ਕੀ ਆ ਗਿਆ? ਕਹਿੰਦਾ ਦ ਗ੍ਰੈਵੀਟੇਸ਼ਨਲ ਫੋਰਸ ਆਫ ਅਰਥ ਇਜ਼ ਕਾਲਡ, ਉਹਨੂੰ ਕੀ ਕਹਿੰਦੇ ਨੇ? ਗ੍ਰੈਵਿਟੀ ਕਹਿੰਦੇ ਨੇਗੇ, ਠੀਕ ਹੈ। ਗ੍ਰੈਵਿਟੀ ਕੀ ਹੁੰਦੀ ਹੈ? ਵੀ ਜਿਹੜੀ ਅਰਥ ਹੈ ਉਹ ਹਰ ਇੱਕ ਬੋਡੀ ਨੂੰ ਆਪਦੇ ਮਤਲਬ ਕੀ ਕਰਕੇ ਰੱਖਦੀ ਹੈ? ਖਿੱਚ ਕੇ ਰੱਖਦੀ ਹੈ, ਤਾਂ ਉਹ ਫੋਰਸ ਨੂੰ ਕੀ ਕਹਿੰਦੇ ਨੇਗੇ? ਗ੍ਰੈਵਿਟੀ, ਠੀਕ ਹੈ। ਤੁਸੀਂ ਯਾਦ ਰੱਖੋਗੇ, ਠੀਕ ਹੈ। ਵੈਲਿਊ ਆਫ ਐਕਸਲਰੇਸ਼ਨ ਡਿਊ ਟੂ ਗ੍ਰੈਵਿਟੀ ਆਫ ਅਰਥ, ਇਹਦੀ ਵੈਲਿਊ ਸਿੱਧਾ ਹੀ ਪੇਪਰਾਂ 'ਚ ਪੁੱਛੀ ਜਾ ਸਕਦੀ ਹੈ। ਤੇ ਜੇ ਮੈਂ ਦੇਖਾਂ ਤਾਂ ਮੇਰੇ ਖਿਆਲ 'ਚ ਕੋਆਪਰੇਟਿਵ ਬੈਂਕ ਦੇ ਵਿੱਚ ਐਵੇਂ ਇੱਕ ਵੈਲਿਊ ਸਿੱਧੀ ਪੁੱਛ ਲਈ ਗਈ ਸੀਗੀ ਉਹਦੀ ਵੈਲੋਸਿਟੀ ਆਫ ਲਾਈਟ ਦੀ। ਤਾਂ ਇਹ ਜਿਹੀਆਂ ਚੀਜ਼ਾਂ ਜਿਹੜੀਆਂ ਫੈਕਚੁਅਲ ਨੇ ਸਿੱਧਾ ਹੀ ਪੁੱਛ ਲੈਂਦੇ ਨੇਗੇ, ਤਾਂ ਇਹ ਤੁਸੀਂ ਯਾਦ ਰੱਖਣੀਆਂ। ਜੀ ਦੀ ਵੈਲਿਊ ਕਿੰਨੀ ਹੁੰਦੀ ਹੈ? 9.8। ਸਿਰਫ ਦੋ ਚੀਜ਼ਾਂ ਯਾਦ ਰੱਖੋ, 9.8 ਮੀਟਰ ਪਰ ਸੈਕਿੰਡ। ਜਿਹੜੀ ਇਹ ਮੀਟਰ ਪਰ ਸੈਕਿੰਡ ਹੈ ਇਹ ਤੁਸੀਂ ਪੱਕਾ ਯਾਦ ਰੱਖਣੀ ਹੈ, ਕਿਉਂਕਿ ਕਈ ਵਾਰ ਕਿਲੋਮੀਟਰ ਪਰ ਸੈਕਿੰਡ 'ਚ ਪੁੱਛ ਲੈਣਗੇ, ਕਈ ਵਾਰ ਕਿਲੋਮੀਟਰ ਪਰ ਆਰ 'ਚ ਪੁੱਛ ਲੈਣਗੇ, ਠੀਕ ਹੈ, ਘੰਟਿਆਂ 'ਚ ਪੁੱਛ ਲੈਂਦੇ ਨੇਗੇ। ਤਾਂ ਤੁਸੀਂ ਕਨਵਰਜ਼ਨ ਕਰਨੀ ਸਿੱਖਣੀ ਹੈ, ਠੀਕ ਹੈ। ਉਹ ਆਪਾਂ ਜਦੋਂ ਨੈਕਸਟ ਵੀਡੀਓ ਕਰਾਂਗੇ ਮੈਂ ਤੁਹਾਨੂੰ ਨੂਮੈਰੀਕਲਸ ਵੀ ਕਰਵਾ ਦੂੰਗਾ, ਤਾਂ ਉਹਦੇ ਵਿੱਚ ਤੁਹਾਨੂੰ ਸਾਰਾ ਕੁਝ ਸਿਖਾ ਦੂੰਗਾ। ਜੀ ਦੀ ਵੈਲਿਊ ਕਿੰਨੀ ਹੁੰਦੀ ਹੈ ਤੁਸੀਂ ਯਾਦ ਰੱਖਣੀ ਹੈ? 9.8 ਮੀਟਰ ਪਰ ਸੈਕਿੰਡ ਸਕੁਅਰ। ਐਕਸਲਰੇਸ਼ਨ ਮੀਨਸ ਉਹਦੀ ਗ੍ਰੈਵਿਟੀ ਕਰਕੇ, ਧਰਤੀ ਦੀ ਖਿੱਚ ਕਰਕੇ ਉਹਦੇ ਵਿੱਚ ਕਿੰਨੀ ਐਕਸਲਰੇਸ਼ਨ। ਆਪਾਂ ਕਹਿੰਦੇ ਨਾ ਵੀ ਗੱਡੀ ਹੈ, ਗੱਡੀ 'ਤੇ ਆਪਾਂ ਐਕਸਲੇਟਰ 'ਤੇ ਪੈਰ ਧਰਤਾ ਤਾਂ ਉਹ ਇੱਕੋ ਲਗਤ ਪਿਕਅਪ ਫੜ ਲੈਂਦੀ ਹੈਗੀ। ਉਵੇਂ ਹੀ ਕੀ ਕਰਦੀ ਹੈ ਜਿਹੜੀ ਆਪਣੀ ਧਰਤੀ ਹੈ ਉਹ ਆਪਾਂ ਨੂੰ ਖਿੱਚ ਕੇ ਰੱਖਦੀ ਹੈ, ਤਾਂ ਉਹਦੇ ਕਰਕੇ ਆਪਣੇ 'ਚ ਐਕਸਲਰੇਸ਼ਨ ਕਿੰਨੀ ਪੈਦਾ ਹੁੰਦੀ, ਉਹਨੂੰ ਕੀ ਕਹਿੰਦੇ ਨੇਗੇ? ਐਕਸਲਰੇਸ਼ਨ ਡਿਊ ਟੂ ਗ੍ਰੈਵਿਟੀ, ਠੀਕ ਹੈ। ਹੁਣ ਇਹ ਕੁਐਸਚਨ ਹੈ ਜਿਹੜਾ
ਇਹ ਪੁੱਛਿਆ ਗਿਆ ਸੀਗਾ ਹੈੱਡ ਕਨਸਟੇਬਲ ਦੇ ਵਿੱਚ 12 ਜਾਂ 13 ਡੇਟ ਤੇ। ਕੀ ਪੁੱਛਿਆ ਗਿਆ ਸੀ? ਦ ਵੈਲਿਊ ਆਫ ਜੀ ਇਜ਼ ਮੈਕਸਿਮਮ ਐਟ, ਮੈਕਸਿਮਮ ਕਿੱਥੇ ਹੁੰਦੀ? ਪੋਲਸ ਤੇ। ਠੀਕ ਹੈ, ਤੁਸੀਂ ਯਾਦ ਰੱਖਣਾ ਹੈ ਮੈਕਸਿਮਮ ਵੈਲਿਊ ਆਫ ਜੀ ਕਿੱਥੇ ਹੁੰਦੀ, ਜਿਹੜੀ ਐਕਸੀਲਰੇਸ਼ਨ ਡਿਊ ਟੂ ਗ੍ਰੈਵਿਟੀ ਆ ਉਹਦੀ ਵੈਲਿਊ ਮੈਕਸਿਮਮ ਕਿੱਥੇ ਹੁੰਦੀ? ਪੋਲਸ ਤੇ। ਮਿਨੀਮਮ ਇਕੁਏਟਰ ਤਾਂ ਹੁੰਦੀ ਹੈ, ਬਟ ਜੇ ਆਪਾਂ ਸੈਂਟਰ ਤੇ ਜਾਈਏ, ਸੈਂਟਰ, ਠੀਕ ਹੈ, ਜ਼ੀਰੋ ਵੀ ਪੁੱਛ ਲੈਂਦੇ ਨੇ ਕਈ ਵਾਰ, ਮਿਨੀਮਮ ਹੁੰਦੀ ਹੈਗੀ ਇਕੁਏਟਰ ਤੇ, ਬਟ ਜੇ ਤੁਹਾਨੂੰ ਸੈਂਟਰ ਆਪਸ਼ਨ 'ਚ ਹੋਵੇ ਤਾਂ ਸੈਂਟਰ ਤੇ ਕਿੰਨੀ ਹੁੰਦੀ ਹੈ? ਜ਼ੀਰੋ ਹੁੰਦੀ ਹੈ। ਜੀ ਦੀ ਵੈਲਿਊ ਕਿੰਨੀ ਹੁੰਦੀ ਹੈ ਸੈਂਟਰ ਤੇ? ਜ਼ੀਰੋ ਹੁੰਦੀ ਹੈ। ਇਹ ਤੁਸੀਂ ਯਾਦ ਰੱਖਣਾ ਹੈਗਾ। ਪੋਲਸ ਤੇ ਕੀ ਹੁੰਦੀ ਹੈ? ਮੈਕਸਿਮਮ ਤੇ। ਮੰਨ ਲਓ ਇਹ ਧਰਤੀ ਹੈ, ਇਹ ਧਰਤੀ ਹੈ, ਠੀਕ ਹੈ, ਆਹ ਸੈਂਟਰ ਹੋ ਗਿਆ, ਆਹ ਹੁੰਦੇ ਨੇਗੇ ਇਹਦੇ ਪੋਲਸ, ਆਹ ਪੋਲ ਹੋ ਗਿਆ, ਆਹ ਪੋਲ ਹੋ ਗਿਆ। ਇੱਥੇ ਕੀ ਹੁੰਦੀ ਹੈ? ਇਹਦੀ ਮੈਕਸਿਮਮ ਹੁੰਦੀ ਹੈ। ਜੇ ਇਹਦੀ ਸੈਂਟਰ ਦੀ ਗੱਲ ਕਰੀਏ ਕੀ ਹੁੰਦੀ ਹੈ? ਇਹ ਮਿਨੀਮਮ ਹੁੰਦੀ ਹੈ, ਜ਼ੀਰੋ ਹੁੰਦੀ ਹੈ। ਇਹ ਤੁਸੀਂ ਯਾਦ ਰੱਖਣਾ। ਆਹ ਇਕੁਏਟਰ ਹੁੰਦਾ ਆਪਣਾ, ਠੀਕ ਹੈ, ਇਹ ਤੁਸੀਂ ਯਾਦ ਰੱਖਿਓ। ਵੈਲਿਊ ਆਫ ਜੀ ਇਜ਼ ਇੰਡੀਪੈਂਡੈਂਟ ਆਫ, ਠੀਕ ਹੈ, ਵੈਲਿਊ ਹੈ ਜਿਹੜੀ ਉਹ ਇੰਡੀਪੈਂਡੈਂਟ ਕੀ ਤੋਂ ਹੁੰਦੀ ਹੈ? ਨਾ ਉਹ ਸਾਈਜ਼ 'ਤੇ ਡਿਪੈਂਡ ਕਰਦੀ, ਠੀਕ ਹੈ, ਨਾ ਉਹ ਸ਼ੇਪ 'ਤੇ ਕਰਦੀ, ਨਾ ਉਹ ਮਾਸ ਆਫ ਦੀ ਬੋਡੀ 'ਤੇ ਕਰਦੀ। ਇਹ ਫੈਕਚੁਅਲ ਕੁਐਸਚਨ ਹੈ, ਤੁਸੀਂ ਯਾਦ ਰੱਖਿਓ। ਹੁਣ ਇਹ ਜਿਹੜਾ ਬਾਰ-ਬਾਰ ਹਰ ਇੱਕ ਵਾਰ ਪੇਪਰ 'ਚ ਆਏ ਜਾਂਦਾ, ਕਹਿੰਦੇ ਮੂਨ ਤੇ ਆਪਾਂ ਹਾਈਟ ਅਟੇਨ ਕਰ ਲੈਂਦੇ ਹਾਂ ਇੱਕ, ਕਦੋਂ ਜੰਪ ਮਾਰ ਦਿਆਂਗੇ ਆਪਾਂ। ਹੁਣ ਆਪਾਂ ਧਰਤੀ 'ਤੇ ਜੰਪ ਮਾਰੀਏ ਤਾਂ ਆਪਾਂ ਵੱਧੋ ਵੱਧ 1 ਮੀਟਰ ਉੱਠ ਜਾਂਦੇ ਹੈਗੇ, ਹੈ ਨਾ, 3 ਮੀਟਰ ਲਾ ਲਓ, 2 ਮੀਟਰ, 3 ਮੀਟਰ, ਵੱਧੋ ਵੱਧ 3 ਮੀਟਰ, ਮਤਲਬ ਜ਼ਿਆਦਾ ਹੀ ਕੋਈ ਉੱਚੀ ਜੰਪ ਲਗਾ ਗਿਆ, ਠੀਕ ਹੈ। ਤਾਂ ਬਟ ਜੇ ਆਪਾਂ ਇਹੀ ਜੰਪ ਮੂਨ 'ਤੇ ਲਗਾਈਏ ਉਨੇ ਹੀ ਜ਼ੋਰ ਨਾਲ, ਤਾਂ ਆਪਾਂ ਜਿੰਨਾ ਧਰਤੀ 'ਤੇ ਉੱਠਿਆ ਉੱਪਰ ਕਿੰਨਾ ਉੱਠ ਜਾਵਾਂਗੇ? 6 ਟਾਈਮ, ਠੀਕ ਹੈ, 6 ਗੁਣਾ ਆਪਾਂ ਉੱਪਰ ਉੱਠ ਜਾਵਾਂਗੇ। ਇਹ ਤੁਸੀਂ ਯਾਦ ਰੱਖਣਾ ਹੈ। ਨੈਕਸਟ ਕੁਐਸਚਨ ਕੀ ਹੈਗਾ? ਫਸਟ ਸੈਟੇਲਾਈਟ ਆਫ ਇੰਡੀਆ। ਬਹੁਤ ਵਾਰ ਪੇਪਰ 'ਚ ਕੁਐਸਚਨ ਪੁੱਛਿਆ ਜਾਂਦਾ ਹੈਗਾ ਕਿ ਫਸਟ ਸੈਟੇਲਾਈਟ ਕਿਹੜਾ ਸੀਗਾ? ਆਰਿਆ ਭੱਟਾ, ਠੀਕ ਹੈ, ਆਰਿਆ ਭੱਟਾ ਸੀਗਾ ਜਿਹੜਾ ਫਸਟ ਸੈਟੇਲਾਈਟ ਸੀਗਾ, ਠੀਕ ਹੈ, ਇਹ ਤੁਸੀਂ ਯਾਦ ਰੱਖਣਾ। ਜੇ ਇਹ ਜਿਹੜਾ ਸੈਟੇਲਾਈਟ ਸੀਗਾ ਇਹ ਆਪਣੇ ਰਸ਼ੀਆ ਦੀ USSR ਸੀ, ਹੁੰਦਾ ਸੀ ਉਦੋਂ, 1975 ਦੀ ਗੱਲ ਹੈ, ਠੀਕ ਹੈ, USSR ਹੁੰਦਾ ਸੀ, ਉਹਦੀ ਹੈਲਪ ਨਾਲ ਆਰਿਆ ਭੱਟਾ ਚੱਲਿਆ ਸੀਗਾ। ਪਰ ਜਿਹੜਾ ਫਸਟ ਇੰਡੀਜੀਨਸ ਸੈਟੇਲਾਈਟ ਸੀਗਾ, ਜਿਹੜਾ ਕਿ ਆਪਾਂ ਨੇ ਹੀ ਖੁਦ, ਇੰਡੀਜੀਨਸ ਮੀਨਸ ਖੁਦ ਆਪਣੇ ਹੀ ਇੰਡੀਆ ਦੇ ਵਿੱਚ, ਤਾਂ ਉਹ ਕਿਹੜਾ ਸੀ? ਰੋਹਿਣੀ RS-1। ਇਹ ਵੀ ਤੁਸੀਂ ਯਾਦ ਰੱਖਣਾ। ਪਹਿਲਾ ਕਿਹੜਾ ਸੀਗਾ ਫਸਟ ਸੈਟੇਲਾਈਟ ਪੁੱਛ ਲੈਣ ਤਾਂ ਆਰਿਆ ਭੱਟਾ, ਜੇ ਪੁੱਛ ਲੈਣ ਕਿ ਫਸਟ ਇੰਡੀਜੀਨਸ ਸੈਟੇਲਾਈਟ ਕਿਹੜਾ ਹੈਗਾ? ਉਹ ਰੋਹਿਣੀ RS-1, ਠੀਕ ਹੈ, ਇਹ ਤੁਸੀਂ ਯਾਦ ਰੱਖਣਾ। ਨੈਕਸਟ ਕੁਐਸਚਨ ਹੈ ਕਮਿਊਨੀਕੇਸ਼ਨ ਸੈਟੇਲਾਈਟਸ ਪਲੇਸਡ ਇਨ ਵਿਚ ਔਰਬਿਟ। ਆਪਾਂ ਨੂੰ ਪਤਾ ਹੈ ਆਪਣੇ ਔਰਬਿਟ ਹੁੰਦੇ ਨੇਗੇ, ਠੀਕ ਹੈ। ਹੁਣ ਧਰਤੀ ਹੈ, ਧਰਤੀ 'ਤੇ ਆਹ ਪੋਲ ਹੋ ਗਏ ਜਿਹੜੇ ਤਾਂ ਐਂ ਘੁੰਮਦੇ ਨੇ ਪੋਲ ਦੇ ਦੁਆਲੇ, ਉਹਨੂੰ ਕਹਿੰਦੇ ਨੇਗੇ ਪੋਲਰ ਔਰਬਿਟ। ਜਿਹੜੇ ਐਵੇਂ ਘੁੰਮਦੇ ਨੇਗੇ ਉਹ ਹੁੰਦੇ ਨੇਗੇ ਇਕੁਏਟਰ ਵਾਲੇ, ਜਿਹੜੇ ਕਹਿੰਦੇ ਨੇਗੇ ਜੀਓ ਸਟੇਸ਼ਨਰੀ ਔਰਬਿਟ ਜਾਂ ਜੀਓ ਸੈਟੇਲਾਈਟ ਔਰਬਿਟ, ਠੀਕ ਹੈ। ਜਿਹੜੇ ਹੁਣ ਕਮਿਊਨੀਕੇਸ਼ਨ ਵਾਲੇ ਹੁੰਦੇ ਨੇਗੇ, ਜਿਵੇਂ ਆਪਣੇ ਐਂਟੀਨੇ ਵਾਸਤੇ ਆਪਾਂ ਲਗਾਉਂਦੇ ਹੈਗੇ, ਹੈ ਨਾ, ਆਪਾਂ ਦੇਖਦੇ ਹਾਂ ਵੀ ਜਿਹੜੀ ਆਪਾਂ ਡਿਸ਼ ਵਗੈਰਾ ਨੇਗੇ ਉਸ ਹਿਸਾਬ ਨਾਲ ਸੈੱਟ ਕਰਦੇ ਹਾਂ, ਤਾਂ ਉਹ ਕਿਸ ਹਿਸਾਬ ਨਾਲ ਸੈੱਟ ਕੀਤੇ ਹੁੰਦੇ ਨੇ? ਉਹ ਜੀਓ ਸਟੇਸ਼ਨਰੀ ਮੀਨਸ, ਜੀਓ ਮੀਨਸ ਸਟੇਸ਼ਨਰੀ ਮੀਨਸ ਤੁਸੀਂ ਸਮਝਣਾ ਹੈ, ਜੀਓ ਮੀਨਸ ਧਰਤੀ, ਸਟੇਸ਼ਨਰੀ ਮੀਨਸ ਸਟੇਸ਼ਨ ਮੀਨਸ ਇੱਕ ਪਰਟੀਕੂਲਰ ਥਾਂ 'ਤੇ ਉਹ ਰੱਖਿਆ ਹੁੰਦਾ। ਹੁਣ ਤੁਸੀਂ ਇਹ ਇੱਕ ਗੱਲ ਨੋਟ ਕਰੋ ਵੀ ਜਿਹੜੇ ਆਪਣੇ ਹੁੰਦੇ ਨੇਗੇ ਡਿਸ਼ਾਂ ਹੁੰਦੀਆਂ ਨੇਗੀਆਂ, ਉਹ ਆਪਾਂ ਇੱਕ ਡਾਇਰੈਕਸ਼ਨ 'ਚ ਆਪਣੀ ਧਰਤੀ 'ਤੇ ਘੁੰਮਦੀ ਰਹਿੰਦੀ ਹੈ, ਬਟ ਉਹ ਇੱਕ ਡਾਇਰੈਕਸ਼ਨ 'ਚ ਆਪਾਂ ਖੜੀ ਰੱਖਦੇ ਹਾਂ ਤਾਂ ਵੀ ਆਪਾਂ ਨੂੰ ਚੈਨਲ ਦਿਖੀ ਜਾਂਦੇ ਨੇਗੇ, ਆਪਣਾ TV ਚੱਲੀ ਜਾਂਦਾ। ਉਹ ਕਿਉਂ ਚੱਲੀ ਜਾਂਦਾ ਹੈ? ਕਿਉਂਕਿ ਜਿਹੜਾ ਸੈਟੇਲਾਈਟ ਹੁੰਦਾ ਹੈ ਉਹ ਜੀਓ ਸਟੇਸ਼ਨਰੀ ਔਰਬਿਟ ਦੇ ਵਿੱਚ ਹੁੰਦਾ ਹੈ। ਜਿਵੇਂ ਜਿਵੇਂ ਧਰਤੀ ਘੁੰਮਦੀ ਤਾਂ ਉਹ ਵੀ ਐਵੇਂ ਐਵੇਂ ਨਾਲ ਨਾਲ ਘੁੰਮੀ ਜਾਂਦਾ, ਤਾਂ ਆਪਾਂ ਨੂੰ ਲੱਗਦਾ ਉਹ ਜੀਓ ਸਟੇਸ਼ਨਰੀ ਹੈ, ਮੀਨਸ ਇੱਕ ਥਾਂ 'ਤੇ ਖੜਾ ਹੈ। ਤਾਂ ਕਰਕੇ ਆਪਾਂ ਨੂੰ ਐਂਟੀਨੇ ਘੁਮਾਉਣ ਦੀ ਜਾਂ ਡਿਸ਼ਾਂ ਘੁਮਾਉਣ ਦੀ ਲੋੜ ਨਹੀਂ ਪੈਂਦੀ। ਇਹ ਤੁਸੀਂ ਯਾਦ ਰੱਖਣਾ। ਇੱਕ ਕੁਐਸਚਨ ਜਿਹੜਾ ਕਿ ਹਰਿਆਣਾ PCS ਦੇ ਵਿੱਚ ਵੀ ਪੁੱਛਿਆ ਗਿਆ ਤੇ ਨਾਲ ਹੀ ਜਿਹੜੇ PCS ਦੇ ਪੇਪਰ ਉਹਨਾਂ 'ਚ ਵੀ ਪੁੱਛਿਆ ਗਿਆ, ਇਹ ਜਿਹੇ ਕੁਐਸਚਨ ਤਾਂ ਤੁਸੀਂ ਯਾਦ ਰੱਖਣਾ ਕੀ ਹੈ ਕਿ ਜਿਹੜਾ ਜੀਓ ਸਟੇਸ਼ਨਰੀ ਔਰਬਿਟ ਹੁੰਦਾ ਉਹਦੀ ਹਾਈਟ ਕਿੰਨੀ ਹੁੰਦੀ ਹੈ। ਫੈਕਚੁਅਲ ਕੁਐਸਚਨ ਹੈ, ਯਾਦ ਰੱਖਿਓ, 35,786 ਕਿਲੋਮੀਟਰ। 35,786 ਕਿਲੋਮੀਟਰ ਹਾਈਟ ਤੇ ਜੀਓ ਸਟੇਸ਼ਨਰੀ ਔਰਬਿਟ ਹੁੰਦਾ, ਠੀਕ ਹੈ, ਇਹ ਤੁਸੀਂ ਯਾਦ ਰੱਖਣਾ। ਐਸਕੇਪ ਵੈਲੋਸਿਟੀ ਕਿੰਨੀ ਹੁੰਦੀ ਧਰਤੀ ਦੀ? ਮੰਨ ਲਓ ਕਿਸੇ ਚੀਜ਼ ਨੂੰ ਮੈਂ ਇੰਨੀ ਸਪੀਡ ਨਾਲ ਭਗਾ ਕੇ ਮਾਰਾਂ ਤਾਂ ਉਹ ਕੀ ਕਰ ਜੂਗੀ? ਧਰਤੀ ਤੋਂ ਬਾਹਰ ਨਿਕਲ ਜੂਗੀ, ਕਿੱਥੇ ਚਲੀ ਜਾਊਗੀ? ਸਪੇਸ 'ਚ ਚਲੀ ਜਾਊਗੀ, ਠੀਕ ਹੈ। ਉਹਨੂੰ ਕੀ ਕਹਿੰਦੇ ਨੇ? ਐਸਕੇਪ ਵੈਲੋਸਿਟੀ। ਐਸਕੇਪ ਕਰਨਾ, ਭੱਜਣਾ ਮੀਨਸ ਜੇ ਆਪਾਂ 11.2 ਕਿਲੋਮੀਟਰ ਪ੍ਰਤੀ ਸਕਿੰਟ ਨਾਲ ਆਪਾਂ ਇੰਨੀ ਸਪੀਡ ਨਾਲ ਕਿਸੇ ਚੀਜ਼ ਨੂੰ ਭਗਾ ਕੇ ਮਾਰਾਂਗੇ ਤਾਂ ਉਹ ਧਰਤੀ ਦਾ ਜਿਹੜਾ ਆਪਣਾ ਵਾਯੂਮੰਡਲ ਹੈ ਉਹਨੂੰ ਖਤਮ ਕਰਕੇ ਕਿੱਥੇ ਪਹੁੰਚ ਜੂਗੀ? ਉਹ ਸਪੇਸ 'ਚ ਪਹੁੰਚ ਜੂਗੀ। ਇਹ ਤੁਸੀਂ ਯਾਦ ਰੱਖਣਾ, ਪੁੱਛਿਆ ਜਾਂਦਾ ਬਹੁਤ ਵਾਰ ਪੇਪਰ 'ਚ। ਨੈਕਸਟ ਕੀ ਆ ਗਿਆ? ਨੈਕਸਟ ਕਹਿੰਦੇ ਡੈਂਸਿਟੀ ਆਫ ਵਾਟਰ ਇਜ਼ ਮੈਕਸਿਮਮ। ਬਹੁਤ ਜ਼ਿਆਦਾ ਇੰਪੋਰਟੈਂਟ ਕੁਐਸਚਨ। ਮੈਕਸਿਮਮ ਕਿੰਨੀ ਹੁੰਦੀ ਹੈ ਡੈਂਸਿਟੀ? ਕਦੋਂ ਹੁੰਦੀ ਹੈ? 4 ਡਿਗਰੀ ਸੈਲਸੀਅਸ 'ਤੇ, ਠੀਕ ਹੈ। 4 ਡਿਗਰੀ ਸੈਲਸੀਅਸ 'ਤੇ ਸਿੱਧਾ ਹੀ ਕੁਐਸਚਨ ਪੁੱਛਿਆ ਜਾਂਦਾ ਕਿ ਵਾਟਰ ਦੀ ਜਿਹੜੀ ਡੈਂਸਿਟੀ ਹੁੰਦੀ ਹੈ ਉਹ ਕਿੱਥੇ ਮੈਕਸਿਮਮ ਹੁੰਦੀ ਹੈ? 4 ਡਿਗਰੀ ਸੈਲਸੀਅਸ 'ਤੇ, ਤੁਸੀਂ ਯਾਦ ਰੱਖਣਾ ਹੈ। ਨੈਕਸਟ ਕੁਐਸਚਨ ਹੈ ਰਿਲੇਟਿਵ ਡੈਂਸਿਟੀ ਇਜ਼ ਮੀਅਰਡ ਬਾਈ, ਠੀਕ ਹੈ। ਜਿਹੜੀ ਡੈਂਸਿਟੀ ਹੈ, ਸਭ ਤੋਂ ਪਹਿਲਾਂ ਡੈਂਸਿਟੀ ਤੁਹਾਨੂੰ ਮੈਂ ਦੱਸਦਾ ਕਿੰਨਾ ਹੁੰਦਾ, ਮਾਸ ਓਵਰ ਵੋਲੀਅਮ। ਮਾਸ ਓਵਰ ਵੋਲੀਅਮ ਕਿੰਨਾ ਮਾਸ ਹੈ, ਕਿੰਨੀ ਉਹਦੀ ਸੰਘਣਤਾ ਕਿੰਨੀ ਆ, ਕਿੰਨੀ ਡੈਂਸ ਆ ਉਹ ਚੀਜ਼, ਠੀਕ ਹੈ। ਉਹ ਰਿਲੇਟਿਵ ਕਿਹਦੇ ਨਾਲ ਮਾਪਦੇ ਆਪਾਂ? ਇੱਕ ਇੰਸਟਰੂਮੈਂਟ ਹੈ ਹਾਈਡਰੋਮੀਟਰ। ਇਹ ਤੁਸੀਂ ਯਾਦ ਰੱਖਿਓ। ਨੈਕਸਟ ਕੁਐਸਚਨ ਹੈ ਇਫ ਫਲੋਟਿੰਗ ਆਈਸ ਇਨ ਵਾਟਰ ਇਨ ਅ ਵੈਸਲ ਮੈਲਟਸ ਦ ਲੈਵਲ ਆਫ ਵਾਟਰ ਇਨ ਵੈਸਲ। ਇਹ ਜਿਹੇ ਚੀਜ਼ਾਂ ਜਿਹੜੀਆਂ ਆਪਣੇ ਰੋਜ਼ਾਨਾ ਜ਼ਿੰਦਗੀ ਵਿੱਚ ਹੁੰਦੀਆਂ ਨੇ ਨਾ, ਇਹ ਬਹੁਤ ਪੁੱਛਦੇ ਨੇ ਪੇਪਰਾਂ 'ਚ। TCS ਤਾਂ ਖਾਸ ਕਰਕੇ ਇਹਨੂੰ ਬੜਾ ਟਾਰਗੇਟ ਕਰਦੀ, ਅਤੇ ਮੈਂ ਜੇ ਪਿੱਛੇ ਟਰੈਂਡ ਦੇਖਾਂ ਤਾਂ ਇਹੋ ਜਿਹੇ ਕੁਐਸਚਨ ਬਹੁਤ ਪੁੱਛੇ ਜਾ ਰਹੇ ਨੇ, ਤਾਂ ਹੀ ਮੈਂ ਤੁਹਾਡੇ ਲਈ ਇਹ ਲੈ ਕੇ ਆਏਗਾ
ਕੀ ਕਰੇਗਾ ਵੀ ਜੇ ਆਈਸ ਹੈ ਫਲੋਟ ਕਰ ਗਿਆ ਵਾਟਰ 'ਚ, ਉਹ ਮੈਲਟ ਕਰ ਜੇ ਤਾਂ ਉਹਨਾਂ ਦੀ ਡੈਂਸਿਟੀ ਤਾਂ ਸੇਮ ਹੁੰਦੀ ਹੈ, ਤਾਂ ਉਹਨਾਂ ਦਾ ਜਿਹੜਾ ਵਾਟਰ ਲੈਵਲ ਹੈਗਾ ਕੀ ਨਹੀਂ ਕਰੇਗਾ, ਚੇਂਜ ਨਹੀਂ ਕਰੇਗਾ। ਇਹ ਤੁਸੀਂ ਯਾਦ ਰੱਖਣਾ ਹੈ। ਪਿਓਰਟੀ ਆਫ ਮਿਲਕ, ਮਿਲਕ ਦੀ ਜਿਹੜੀ ਪਿਓਰਟੀ ਹੈ, ਕਿੰਨਾ ਸ਼ੁੱਧ ਹੈ ਮਿਲਕ, ਉਹਦੇ ਵਾਸਤੇ ਇੰਸਟਰੂਮੈਂਟ ਯੂਜ਼ ਕੀਤਾ ਜਾਂਦਾ ਲੈਕਟੋਮੀਟਰ, ਬਹੁਤ ਵਾਰ ਪੇਪਰ 'ਚ ਪੁੱਛਿਆ ਜਾਂਦਾ ਹੈ ਲੈਕਟੋਮੀਟਰ, ਯਾਦ ਰੱਖਿਓ। ਨੈਕਸਟ ਕੁਐਸਚਨ ਕੀ ਹੈ, ਵੈਨ ਅ ਸ਼ਿਪ ਮੂਵਸ ਫਰੋਮ ਰਿਵਰ ਟੂ ਸੀ ਵਾਟਰ ਇਟ ਰਾਈਜ਼ਸ ਵਾਈ। ਠੀਕ ਹੈ, ਜਿਵੇਂ ਹੀ ਆਪਣੀ ਕੋਈ ਸ਼ਿਪ ਹੈ ਉਹ ਕੀ ਕਰਦੀ ਹੈ, ਸਮੁੰਦਰ 'ਚ ਜਾਂਦੀ ਹੈ। ਠੀਕ ਹੈ, ਉਹ ਕੀ ਕਰਦੀ ਹੈ, ਥੋੜੀ ਜਿਹੀ ਰਾਈਜ਼ ਕਰਦੀ ਹੈ। ਕਿਉਂ ਕਰਦੀ ਹੈ, ਕਿਉਂਕਿ ਜਿਹੜਾ ਸਮੁੰਦਰ ਦਾ ਪਾਣੀ ਹੁੰਦਾ ਖਾਰਾ ਹੁੰਦਾ, ਉਹ 'ਚ ਕੀ ਹੁੰਦਾ, ਸੋਲਟ ਹੁੰਦਾ, ਨਮਕ ਹੁੰਦਾ, ਤਾਂ ਉਹ ਥੋੜ੍ਹਾ ਜਿਹਾ ਸੰਘਣਤਾ ਜ਼ਿਆਦਾ ਹੁੰਦੀ, ਉਹਦੀ ਡੈਂਸਿਟੀ ਜ਼ਿਆਦਾ ਹੁੰਦੀ, ਤਾਂ ਹੀ ਜਦੋਂ ਆਪਾਂ ਕੋਈ ਨਦੀ ਤੋਂ ਸਮੁੰਦਰ ਵੱਲ ਜਾਂਦੇ ਹਾਂ ਤਾਂ ਆਪਣੀ ਥੋੜ੍ਹੀ ਜਿਹੀ ਰਾਈਜ਼ ਕਰ ਜਾਂਦੇ, ਕਿਉਂਕਿ ਉਹਦੀ ਡੈਂਸਿਟੀ ਜ਼ਿਆਦਾ ਹੁੰਦੀ ਹੈ, ਥੋੜ੍ਹੀ ਜਿਹੀ ਉੱਪਰ ਉੱਠ ਜਾਂਦੀ ਹੈ। ਇਹ ਤੁਸੀਂ ਯਾਦ ਰੱਖਣਾ ਹੈ। ਅ ਲਿਕੁਇਡ ਡ੍ਰੌਪ ਅਟੇਨਸ ਸਫੈਰੀਕਲ ਸ਼ੇਪ ਬਿਕੋਜ਼ ਆਫ, ਸਟਾਰ ਮਾਰਕ ਕਰ ਲਿਓ ਇਹਨੂੰ, ਬਹੁਤ ਜ਼ਿਆਦਾ ਇੰਪੋਰਟੈਂਟ ਕੁਐਸਚਨ ਹੈ, ਮੈਂ 2-3 ਪੇਪਰਾਂ 'ਚ ਦੇਖ ਲਿਆ ਇਹ, ਕਿ ਲਿਕੁਇਡ ਡ੍ਰੌਪ ਹੈ ਜਿਹੜੀ ਮੀਂਹ ਪੈਂਦਾ ਆਪਣਾ, ਉਹ ਲਿਕੁਇਡ ਡ੍ਰੌਪ ਸਫੈਰੀਕਲੀ ਕਿਉਂ ਬੂੰਦਾਂ ਡਿੱਗਦੀਆਂ ਨੇਗੀਆਂ। ਠੀਕ ਹੈ, ਇਕੱਠੀ ਕਿਉਂ ਨਹੀਂ ਡਿੱਗਦੀ, ਐਵੇਂ ਕਿਉਂ ਨਹੀਂ ਡਿੱਗਦੀ, ਸਫੈਰੀਕਲ ਕਿਉਂ ਡਿੱਗਦੀਆਂ ਨੇ, ਕਿਉਂਕਿ ਸਰਫੇਸ ਟੈਂਸ਼ਨ ਕਰਕੇ। ਜਿਹੜੀ ਸਰਫੇਸ ਟੈਂਸ਼ਨ ਹੁੰਦੀ ਹੈ, ਸਰਫੇਸ ਟੈਂਸ਼ਨ ਦਾ ਮਤਲਬ ਸਮਝੋ ਵੀ ਟੈਂਸ਼ਨ ਹੁੰਦੀ ਉਹਨੂੰ ਵੀ ਮੈਂ ਘੱਟ ਤੋਂ ਘੱਟ ਏਰੀਆ ਘੇਰਾਂ। ਹੁਣ ਘੱਟ ਤੋਂ ਘੱਟ ਏਰੀਆ ਕਿਹਦਾ ਹੁੰਦਾ ਹੈਗਾ, ਸਫੀਅਰ ਦਾ ਹੁੰਦਾ ਹੈਗਾ, ਇਸ ਕਰਕੇ ਉਹ ਸਫੈਰੀਕਲ, ਉਹ ਗੋਲਾਕਾਰ ਆਕਾਰ ਅਪਣਾ ਲੈਂਦੀ। ਇਸ ਕਰਕੇ ਤੁਸੀਂ ਇਹ ਯਾਦ ਰੱਖਣਾ ਕਿ ਜਿਹੜੀ ਲਿਕੁਇਡ ਡ੍ਰੌਪਸ ਨੇ ਉਹ ਸਫੈਰੀਕਲ ਕਿਉਂ ਹੁੰਦੀਆਂ ਨੇ, ਕਿਉਂਕਿ ਸਰਫੇਸ ਟੈਂਸ਼ਨ ਹੁੰਦੀ ਹੈ ਉਹਨਾਂ 'ਚ। ਠੀਕ ਹੈ, ਇਹ ਤੁਸੀਂ ਯਾਦ ਰੱਖਣੀ ਹੈ। ਵਿਦ ਇਨਕਰੀਜ਼ਿੰਗ ਟੈਂਪਰੇਚਰ ਸਰਫੇਸ ਟੈਂਸ਼ਨ 'ਤੇ ਕੀ ਫਰਕ ਪੈਂਦਾ, ਜਿਵੇਂ ਜਿਵੇਂ ਆਪਾਂ ਟੈਂਪਰੇਚਰ ਇਨਕਰੀਜ਼ ਕਰ ਦਾਂਗੇ ਅਤੇ ਜਿਹੜੇ ਮੋਲੀਕੂਲਸ ਨੇ ਉਹ ਟੁੱਟਣੇ ਦੂਰ ਸਟਾਰਟ ਹੋ ਜਾਣਗੇ, ਅਤੇ ਉਹਦੀ ਜਿਹੜੀ ਸਰਫੇਸ ਟੈਂਸ਼ਨ ਆ ਉਹ ਡਿਕਰੀਜ਼ ਕਰ ਜਾਏਗੀ, ਭਾਫ ਬਣਨ ਲੱਗ ਜਾਂਦੇ ਨੇ। ਕਿ ਆਪਾਂ ਦੇਖਿਆ ਹੀ ਹੈ ਕਿ ਪਾਣੀ ਨੂੰ ਜਦੋਂ ਗਰਮ ਕਰਦੇ ਭਾਫ ਬਣਨ ਲੱਗ ਜਾਂਦੇ ਨੇ, ਅਤੇ ਉਹ ਡ੍ਰੌਪਸ ਦੀ ਥਾਂ 'ਤੇ ਭਾਫ ਦਾ ਕੀ ਕਰ ਲੈਂਦੇ ਨੇਗੇ, ਆਕਾਰ ਲੈ ਲੈਂਦੇ ਨੇ। ਠੀਕ ਹੈ, ਇਹ ਤੁਸੀਂ ਯਾਦ ਰੱਖਿਓ। ਨੈਕਸਟ ਕੁਐਸਚਨ ਹੈ, ਦ ਰੂਟ ਹੇਅਰਸ ਆਫ ਪਲੈਂਟਸ ਡਰਾਜ਼ ਵਾਟਰ ਫਰੋਮ ਸੋਇਲ ਥਰੂ। ਜਿਹੜੇ ਪਲਾਂਟਸ ਨੇ, ਉਰੇ ਪਲਾਂਟਸ ਆਏਗਾ, ਪਲਾਂਟਸ ਨੇ ਉਹਨਾਂ ਦੇ ਜਿਹੜੇ ਰੂਟਸ ਨੇਗੇ ਉਹ ਕਿਵੇਂ ਪਾਣੀ ਲੈਂਦੇ ਨੇਗੇ, ਮੀਨਜ਼ ਆਪਾਂ ਨੂੰ ਪਤਾ ਵੀ ਹੈ ਨਾ, ਜੜ੍ਹਾਂ ਤਾਂ ਨੀਚੇ ਹੁੰਦੀਆਂ ਨੇਗੀਆਂ, ਪਾਣੀ ਉੱਪਰ ਕਿਵੇਂ ਜਾਂਦਾ, ਮੀਨਜ਼ ਦਰਖਤ ਦੇ ਉੱਪਰ ਤੱਕ ਕਿਵੇਂ, ਪੱਤਿਆਂ ਤੱਕ ਕਿਵੇਂ ਪਹੁੰਚ ਜਾਂਦਾ, ਪਾਣੀ ਸਾਰੇ ਦਰਖਤ ਤੱਕ ਕਿਵੇਂ ਚਲਾ ਜਾਂਦਾ। ਤਾਂ ਇਹਦਾ ਇੱਕ ਟਰਮ ਯੂਜ਼ ਕੀਤੀ ਜਾਂਦੀ, ਕੈਪਿਲਰੀ ਐਕਸ਼ਨ। ਠੀਕ ਹੈ, ਕੈਪਿਲਰੀ ਐਕਸ਼ਨ ਹੈ, ਉਹਦੇ ਨਾਲ ਕੀ ਹੁੰਦਾ ਹੈਗਾ ਵੀ ਇੱਕ ਜਿਹੜੀ ਕੋਈ ਵੀ ਚੀਜ਼ ਹੈ ਨੀਚੇ ਪਈ ਹੈ ਤਾਂ ਉੱਪਰ ਚੜ੍ਹਨਾ ਸਟਾਰਟ ਕਰ ਜਾਂਦੀ। ਇਹ ਵੀ ਕਿਹਦੇ ਕਰਕੇ, ਇਹ ਐਕਸ਼ਨ ਨੂੰ ਕੀ ਕਹਿੰਦੇ ਨੇ, ਕੈਪਿਲਰੀ ਐਕਸ਼ਨ ਨਾਮ ਦਿੱਤਾ ਗਿਆ। ਇਹ ਤੁਸੀਂ ST ਯਾਦ ਰੱਖਣਾ। ਠੀਕ ਹੈ, ਜਿਹੜਾ ਆਪਣਾ ਟੋਵਲ ਹੈ, ਠੀਕ ਹੈ, ਆਪਾਂ ਤੋਲੀਏ ਨਾਲ ਆਪਾਂ ਨੂੰ ਪੂੰਝਦੇ ਹਾਂ। ਠੀਕ ਹੈ, ਉਹ ਵੀ ਕਾਹਦੇ ਕਰਕੇ ਹੁੰਦਾ, ਇਹੀ ਕੈਪਿਲਰੀ ਰਿਐਕਸ਼ਨ ਹੈ। ਸਿੱਧਾ ਤੁਸੀਂ ਐਗਜ਼ਾਮਪਲਸ ਯਾਦ ਰੱਖਣੀਆਂ ਨੇ। ਅ ਪੀਸ ਆਫ ਬਲੋਟਿੰਗ ਪੇਪਰ ਸੋਕਸ ਇੰਕ, ਜੇ ਆਪਾਂ ਕੋਈ ਪੇਪਰ ਹੈਗਾ ਉਹਦੇ ਵਿੱਚ ਇੰਕ ਪਾ ਦਿੰਦੇ ਹੈਗੇ ਤਾਂ ਉਹ ਫੈਲ ਜੇ ਜਾਂਦੀ ਹੈ। ਠੀਕ ਹੈ, ਉਹ ਵੀ ਕਿਉਂ ਹੁੰਦਾ ਹੈਗੇ, ਕੈਪਿਲਰੀ ਰਿਐਕਸ਼ਨ ਕਰਕੇ ਹੁੰਦਾ। ਇਹ ਤੁਸੀਂ ਚੀਜ਼ਾਂ ਸਾਰੀਆਂ ਯਾਦ ਰੱਖਣੀਆਂ ਨੇ। ਠੀਕ ਹੈ, ਨੈਕਸਟ ਕੁਐਸਚਨ ਹੈਗਾ ਫੈਕਚੁਅਲ ਕੁਐਸਚਨ। ਠੀਕ ਹੈ, ਬਹੁਤ ਵਾਰ ਪੇਪਰ 'ਚ ਪੁੱਛਿਆ ਜਾਂਦਾ, ਐਕਸ-ਰੇ ਕਿਹਨੇ ਡਿਸਕਵਰਡ ਕੀਤੀਆਂ, ਕਿਹਨੇ ਕੀਤੀਆਂ, W ਰੋਂਟਜ਼ਨ ਨੇ। ਠੀਕ ਹੈ, W ਰੋਂਟਜ਼ਨ ਸੀਗਾ ਜਿਹੜਾ ਇੱਕ ਸਾਇੰਟਿਸਟ ਸੀਗਾ, ਉਹਨੇ ਐਕਸ-ਰੇ ਕੀਤੀਆਂ। ਇਹੀ UV ਰੇਜ਼ ਦੀ ਗੱਲ ਕਰੀਏ ਤਾਂ ਰਿਟਰ ਨੇ। ਠੀਕ ਹੈ, ਸਿੱਧਾ ਯਾਦ ਰੱਖੋ, ਐਕਸ-ਰੇ W ਰੋਂਟਜ਼ਨ। ਠੀਕ ਹੈ, ਐਕਸ ਜ਼ ਦੀ ਵੈਲਿਊ ਆ ਰਹੀ। ਠੀਕ ਹੈ, ਰੋਂਟਜ਼ਨ। ਠੀਕ ਹੈ, ਇਹੀ UV ਦੀ ਗੱਲ ਕਰੀਏ ਤਾਂ ਰਿਟਰ ਨੇ। ਇਹੀ IR ਦੀ ਇਨਫਰਾਰੈਡ ਰੇਡੀਏਸ਼ਨ ਜਿਹੜੀਆਂ ਉਹਨਾਂ ਦੀ ਗੱਲ ਕਰੀਏ ਤਾਂ ਆਪਾਂ ਕੀ ਕਹਾਂਗੇ, ਹਰਸ਼ਲ। ਠੀਕ ਹੈ, ਇੱਕ ਹੋਰ ਕੁਐਸਚਨ ਪੁੱਛ ਲਿਆ ਜਾਂਦਾ ਹੈ, ਕਿਹੜੀ ਓਜ਼ੋਨ ਲੇਅਰ ਹੈ। ਠੀਕ ਹੈ, ਓਜ਼ੋਨ ਲੇਅਰ ਹੈ ਜਿਹੜੀ ਆਪਣੀ, ਉਹ ਆਪਾਂ ਨੂੰ ਕਿਹੜੀਆਂ ਹਾਨੀਕਾਰਕ ਕਿਰਿਆ ਤੋਂ ਬਚਵਾਉਂਦੀ ਹੈ। ਠੀਕ ਹੈ, ਜਿਹੜੀਆਂ ਸੂਰਜ ਤੋਂ UV ਰੇਜ਼ ਆਉਂਦੀਆਂ ਨੇ ਹਾਨੀਕਾਰਕ। ਠੀਕ ਹੈ, ਹਾਨੀਕਾਰਕ UV ਰੇਜ਼ ਆਉਂਦੀਆਂ ਨੇ, ਉਹਨਾਂ ਤੋਂ ਬਚਾਉਂਦੀ ਹੈ ਕਿਹੜੀ ਲੇਅਰ, ਬਚਾਉਂਦੀ ਹੈ ਓਜ਼ੋਨ ਲੇਅਰ। ਠੀਕ ਹੈ, ਇਹ ਤੁਸੀਂ ਯਾਦ ਰੱਖਿਓ। ਨੈਕਸਟ ਕੀ ਆ ਗਿਆ, ਵਟ ਇਜ਼ ਦਾ ਰਿਲੇਸ਼ਨ ਬਿਟਵੀਨ ਵੇਵਲੈਂਥ, ਫ੍ਰੀਕੁਐਂਸੀ ਐਂਡ ਵੈਲੋਸਿਟੀ। ਠੀਕ ਹੈ, ਮੰਨ ਲਓ ਕਿਸੇ ਦੀ ਵੇਵਲੈਂਥ, ਪਹਿਲਾਂ ਤਾਂ ਕੀ ਹੁੰਦੀ ਹੈ, ਮੰਨ ਲਓ ਕੋਈ ਵੇਵ ਹੈ। ਠੀਕ ਹੈ, ਉਹ ਐਵੇਂ ਦੀ ਹੁੰਦੀ ਹੈ। ਠੀਕ ਹੈ, ਤਾਂ ਇੱਕ ਵੇਵਲੈਂਥ ਅਤੇ ਉਹਦੀ ਫ੍ਰੀਕੁਐਂਸੀ ਦਾ ਮਤਲਬ ਹੁੰਦਾ ਹੈ ਇੱਕ ਪਰਟੀਕੂਲਰ ਟਾਈਮ ਦੇ ਵਿੱਚ ਕਿੰਨੀਆਂ ਵੇਵਜ਼ ਕ੍ਰੋਸ ਕਰ ਗਈਆਂ ਇੱਕ ਪੁਆਇੰਟ ਤੋਂ। ਮੰਨ ਲਓ ਆਹ ਪੁਆਇੰਟ ਲੈ ਲਿਆ ਮੈਨੇ। ਠੀਕ ਹੈ, ਉਹਦੇ ਵਿੱਚੋਂ ਕਿੰਨੀਆਂ ਵੇਵਜ਼ ਇੱਕ ਸੈਕਿੰਡ 'ਚ ਨਿਕਲ ਗਈਆਂ, ਉਹਨੂੰ ਕਹਿੰਦੇ ਨੇ ਫ੍ਰੀਕੁਐਂਸੀ। ਵੈਲੋਸਿਟੀ ਦਾ ਤੁਹਾਨੂੰ ਪਤਾ ਹੀ ਹੈ ਕਿੰਨੀ ਸਪੀਡ ਹੈ। ਠੀਕ ਹੈ, ਤਾਂ ਉਹਦਾ ਕੀ ਫਾਰਮੂਲਾ ਹੁੰਦਾ ਹੈਗਾ ਵੈਲੋਸਿਟੀ ਆਫ ਵੇਵ ਇਜ਼ ਇਕੁਅਲ ਟੂ ਫ੍ਰੀਕੁਐਂਸੀ ਇਨਟੂ ਵੇਵਲੈਂਥ। ਇਹ ਤੁਸੀਂ ਯਾਦ ਰੱਖਿਓ, ਵੈਲੋਸਿਟੀ ਇਜ਼ ਇਕੁਅਲ ਟੂ ਫ੍ਰੀਕੁਐਂਸੀ ਲੈਮਡਾ ਇਨਟੂ ਫ੍ਰੀਕੁਐਂਸੀ। ਆ ਫ੍ਰੀਕੁਐਂਸੀ ਦਾ ਮਿਊ ਦਾ ਸਾਈਨ ਹੈ, ਅਤੇ ਲੈਮਡਾ ਕਿਹਦਾ ਹੈਗਾ, ਵੇਵਲੈਂਥ ਦਾ ਸਾਈਨ ਹੈ, ਅਤੇ ਵੈਲੋਸਿਟੀ ਤੁਹਾਨੂੰ ਪਤਾ ਹੀ ਹੈ V। ਠੀਕ ਹੈ, ਇਹ ਤੁਸੀਂ ਫਾਰਮੂਲਾ ਯਾਦ ਰੱਖਣਾ। ਨੂਮੈਰੀਕਲ ਪੁੱਛ ਲੈਂਦੇ ਨੇ, ਮੈਂ ਤੁਹਾਨੂੰ ਫਾਰਮੂਲੇ ਤਾਂ ਕਰਾ ਰਿਹਾ ਕਿਉਂਕਿ ਮੈंने ਦੇਖਿਆ ਹੈੱਡ ਕਾਂਸਟੇਬਲ ਦੇ ਵਿੱਚ ਨਾ ਹਰ ਇੱਕ ਪੇਪਰ ਦੇ ਵਿੱਚ 2 ਨੂਮੈਰੀਕਲ ਪੁੱਛੇ ਹੋਏ ਸੀਗੇ। ਠੀਕ ਹੈ, ਇਸ ਕਰਕੇ ਮੈਂ ਤੁਹਾਨੂੰ ਚਾਹੁੰਦਾਗਾ ਵੀ ਤੁਸੀਂ ਇਹ ਸਾਰੇ ਫਾਰਮੂਲੇ ਨੇ ਯਾਦ ਕਰ ਲਓ, ਤਾਂ ਕਿ ਜੇ ਕੁਐਸਚਨ ਆ ਗਿਆ ਤਾਂ ਸਿੱਧੀ ਪੁੱਛਣਗੇ ਵੀ ਤੁਹਾਨੂੰ 2 ਇਹਦੇ ਵਿੱਚ। ਹੁਣ ਜਿਵੇਂ ਇਸ ਕੁਐਸਚਨ ਨੂੰ ਲੈ ਲਓ ਤੁਸੀਂ, ਇਹਦੇ ਵਿੱਚ ਤੁਹਾਨੂੰ ਫ੍ਰੀਕੁਐਂਸੀ ਦਿੱਤੀ ਹੋਗੀ, ਵੇਵਲੈਂਥ ਦਿੱਤੀ ਹੋਗੀ, ਤੁਹਾਨੂੰ ਕਹਿ ਦੇਣਗੇ ਵੀ ਕੀ ਕਰੋ, ਵੈਲੋਸਿਟੀ ਕੱਢੋ। ਤਾਂ ਤੁਸੀਂ ਕੀ ਕਰੋਗੇ, ਫਾਰਮੂਲੇ 'ਚ ਭਰ ਦੋਗੇ ਫ੍ਰੀਕੁਐਂਸੀ ਇਨਟੂ ਵੇਵਲੈਂਥ ਇਜ਼ ਇਕੁਅਲ ਟੂ ਵੈਲੋਸਿਟੀ। ਤੁਹਾਡਾ ਕੁਐਸਚਨ ਸੋਲਵ ਹੋ ਜਾਏਗਾ। ਨੈਕਸਟ ਕੁਐਸਚਨ ਕੀ ਹੈ, ਕਹਿੰਦੇ ਵਟ ਇਜ਼ ਦਾ ਫ੍ਰੀਕੁਐਂਸੀ ਆਫ ਸਾਊਂਡ ਵੇਵਜ਼ ਵਿਚ ਕੈਨ ਬੀ ਹੇਅਰਡ ਬਾਈ ਦਾ ਹਿਊਮਨਸ। ਆਪਾਂ ਜਿਹੜਾ ਮਨੁੱਖ ਹਾਂ,
ठीक है। एक ਆਪਾਂ ਨੂੰ ਪਤਾ ਵੀ ਕੋਈ ਆਵਾਜ਼ ਕੱਢਦੇ ਹਾਂ, ਕਿਸੇ ਨੂੰ ਘੱਟ ਸੁਣਾਈ ਦਿੰਦਾ, ਕਿਸੇ ਨੂੰ ਵੱਧ ਸੁਣਾਈ ਦਿੰਦਾ ਹੈ ਨਾ, ਕੋਈ ਆਵਾਜ਼ ਆਪਾਂ ਨੂੰ ਜ਼ਿਆਦਾ ਤੇਜ਼ੀ ਨਾਲ ਸੁਣਾਈ ਦਿੰਦੀ, ਕੋਈ ਕਿਵੇਂ ਸੁਣਾਈ ਦਿੰਦੀ, ਤਾਂ ਉਹਨਾਂ ਦੀ ਫ੍ਰੀਕੁਐਂਸੀ ਕਿੰਨੀ ਹੁੰਦੀ, ਠੀਕ ਹੈ। ਹਰਟਜ਼ ਕੀ ਹੁੰਦੀ ਹੈ, ਫ੍ਰੀਕੁਐਂਸੀ ਮਾਪਣ ਦੀ ਇੱਕ ਯੂਨਿਟ ਹੈ। ਜਿਵੇਂ ਕਿਲੋਗ੍ਰਾਮ ਕੀ ਦੀ ਹੈ, weight ਦੀ ਹੈ, ਉਵੇਂ ਹੀ ਫ੍ਰੀਕੁਐਂਸੀ ਨੂੰ ਮਾਪਣ ਵਾਸਤੇ ਜਿਹੜੀ ਯੂਨਿਟ ਯੂਜ਼ ਕੀਤੀ ਜਾਂਦੀ ਹੈ ਉਹ ਹੈਗੀ ਹੈ ਹਰਟਜ਼, ਠੀਕ ਹੈ। ਇਹ ਤੁਸੀਂ ਯਾਦ ਰੱਖਿਓ। ਬਹੁਤ ਜ਼ਿਆਦਾ ਇੰਪੋਰਟੈਂਟ ਕੁਐਸਚਨ ਇਹ ਬਣ ਜਾਂਦਾ ਹੈ ਵੀ ਆਪਾਂ ਹਿਊਮਨ ਆ ਜਿਹੜੇ ਉਹ ਕਿੰਨੇ ਹਰਟਜ਼ ਤੱਕ ਦੀ ਆਪਾਂ ਸੁਣ ਸਕਦੇ ਹਾਂ, ਕਿੰਨੇ ਹਰਟਜ਼ ਤੱਕ ਦੀ, 20 ਹਰਟਜ਼ ਤੋਂ 20,000 ਹਰਟਜ਼, ਠੀਕ ਹੈ। ਕਿੰਨਾ, 20 ਹਰਟਜ਼ ਤੋਂ 20,000 ਹਰਟਜ਼ ਤੱਕ ਸੁਣ ਸਕਦੇ ਹਾਂ। ਫਿਰ ਤੁਸੀਂ ਕਹੋਗੇ ਕਿ 20 ਤੋਂ ਪਹਿਲਾਂ ਵਾਲੀਆਂ ਜਾਂ 20,000 ਤੋਂ ਬਾਅਦ ਵਾਲੇ ਕੌਣ ਸੁਣ ਸਕਦੇ ਨੇ, ਉਹ ਵੀ ਕਰਦੇ ਹਾਂ ਆਪਾਂ, ਠੀਕ ਹੈ। ਨੈਕਸਟ ਕੁਐਸਚਨ ਤੁਹਾਡਾ ਕੀ ਕਹਿ ਰਿਹਾ ਹੈਗਾ, ਕਹਿੰਦੇ 20,000 ਹਰਟਜ਼ ਤੋਂ ਨੀਚੇ ਵਾਲੀਆਂ, ਲੈਸ ਦੈਨ 20,000 ਹਰਟਜ਼ ਜਿਹੜੀਆਂ ਹੁੰਦੀਆਂ ਨੇ ਉਹਨਾਂ ਨੂੰ ਕੀ ਕਹਿੰਦੇ ਨੇ। ਇਹ ਤਾਂ ਸਾਊਂਡ ਵੇਵ ਸੀਗੀਆਂ 20,000 ਹਰਟਜ਼ ਤੋਂ ਲੈ ਕੇ ਉਹਦੇ ਤੱਕ, ਇਹ ਹੁੰਦੀਆਂ ਨੇ ਇਨਫਰਾਸੋਨਿਕ। ਇਨਫਰਾ ਮੀਨਸ ਛੋਟਾ, ਇਨਫੀਰੀਅਰ ਛੋਟਾ ਮੀਨਸ 20,000 ਤੋਂ ਘੱਟ ਵਾਲੀਆਂ। ਕੌਣ ਪ੍ਰੋਡਿਊਸ ਕਰਦੇ ਨੇ, ਜਿਹੜੇ ਆਪਣੇ ਐਲੀਫੈਂਟ ਨੇਗੇ, ਅਰਥਕੁਇਕ ਆਉਂਦੇ ਨੇਗੇ ਉੱਥੋਂ ਪ੍ਰੋਡਿਊਸ ਹੁੰਦੀਆਂ ਨੇ, ਵੇਵਜ਼ ਨੇ ਜਿਹੜੀਆਂ ਇਹ ਸਾਰੀਆਂ ਪ੍ਰੋਡਿਊਸ ਕਰਦੀਆਂ ਨੇਗੀਆਂ ਕਿਹੜੀਆਂ, ਇਨਫਰਾਸੋਨਿਕ ਵੇਵਜ਼। ਨੈਕਸਟ ਕੁਐਸਚਨ ਹੈ ਵਟ ਇਜ਼ ਅਲਟਰਾਸੋਨਿਕ ਵੇਵਜ਼, ਠੀਕ ਹੈ। ਇਹ ਕਿਹੜੀਆਂ ਹੁੰਦੀਆਂ ਨੇਗੀਆਂ, ਜਿਹੜੀਆਂ 20,000 ਤੋਂ ਵੱਧ ਹੁੰਦੀਆਂ ਨੇਗੀਆਂ। ਤਿੰਨ ਪੜ੍ਹ ਲਈਆਂ ਆਪਾਂ ਨੇ, ਇੱਕ ਤਾਂ 20 ਹਰਟਜ਼ ਤੋਂ 20,000 ਉਹ ਹੁੰਦੀਆਂ ਨੇ ਸਾਊਂਡ ਵੇਵ ਜਿਹੜੇ ਆਪਾਂ ਸੁਣ ਸਕਦੇ ਹਾਂ। ਨੈਕਸਟ ਹੁੰਦੀਆਂ ਨੇ 20 ਹਰਟਜ਼ ਤੋਂ ਨੀਚੇ ਵਾਲੀਆਂ, ਉਹ ਹੁੰਦੀਆਂ ਨੇ ਇਨਫਰਾਸੋਨਿਕ। ਨੈਕਸਟ ਕੀ ਹੋ ਗਈਆਂ, 20,000 ਤੋਂ ਉੱਤੇ ਵਾਲੀਆਂ, ਉਹ ਹੁੰਦੀਆਂ ਨੇ ਅਲਟਰਾਸੋਨਿਕ। ਇਹ ਤੁਸੀਂ ਯਾਦ ਰੱਖਣਾ ਹੈ। ਇਹੀ ਕਿਹੜੀਆਂ ਕੌਣ ਸੁਣ ਸਕਦੇ ਨੇਗੇ, ਠੀਕ ਹੈ। ਡੋਗ ਸੁਣ ਸਕਦੇ ਨੇਗੇ, ਬੈਟ, ਕੈਟ, ਮੋਸਕੀਟੋ, ਠੀਕ ਹੈ। ਪ੍ਰੋਡਿਊਸ ਕੌਣ ਕਰ ਸਕਦੇ ਨੇ, ਠੀਕ ਹੈ, ਬੈਟ, ਠੀਕ ਹੈ। ਜਿਹੜੇ ਚਾਮ ਗਿੱਦੜ ਹੁੰਦੇ ਨੇਗੇ ਉਹ ਇਹਨੂੰ ਪ੍ਰੋਡਿਊਸ ਵੀ ਕਰ ਸਕਦੇ ਨੇ ਅਤੇ ਸੁਣ ਵੀ ਸਕਦੇ ਨੇ, ਤੁਸੀਂ ਯਾਦ ਰੱਖਣਾ। ਵਿਚ ਵੇਵਜ਼ ਆਰ ਯੂਜ਼ ਟੂ ਮੀਅਰ ਦਾ ਡੈਪਥ ਆਫ ਸੀ, ਜਿਹੜੀ ਡੈਪਥ ਹੈ ਸੀ ਦੀ, ਡੂੰਘਾਈ ਹੈ, ਉਹਨੂੰ ਮਾਪਣ ਲਈ ਕਿਹੜੀ ਵੇਵਜ਼ ਯੂਜ਼ ਕੀਤੀਆਂ ਜਾਂਦੀਆਂ ਨੇਗੀਆਂ, ਅਲਟਰਾਸੋਨਿਕ ਵੇਵਜ਼, ਠੀਕ ਹੈ। ਇਹੀ ਆਪਾਂ ਟੈਕਨੀਕ ਦੀ ਗੱਲ ਕਰੀਏ ਤਾਂ ਸੋਨਾਰ ਟੈਕਨੀਕ, ਬਹੁਤ ਵਾਰ ਪੇਪਰ 'ਚ ਕੁਛ ਕੁਐਸਚਨ ਪੁੱਛਿਆ ਜਾਂਦਾ। ਸੋਨਾਰ ਜਿਹੜੀ ਟੈਕਨੀਕ ਹੈ ਉਹਨੂੰ ਯੂਜ਼ ਕਰਕੇ ਆਪਾਂ ਓਸ਼ਨਸ ਦੀ ਡੈਪਥ ਨੂੰ ਫਾਈਂਡ ਕਰਦੇ ਹਾਂ, ਜਾਂ ਓਸ਼ਨ 'ਚ ਕੋਈ ਚੀਜ਼ ਫਾਈਂਡ ਕਰਨੀ ਹੁੰਦੀ ਉਹ ਫਾਈਂਡ ਕਰਦੇ ਹਾਂ। ਇਹ ਤੁਸੀਂ ਯਾਦ ਰੱਖਣਾ। ਨੈਕਸਟ ਕੁਐਸਚਨ ਹੈ ਲਾਊਡਨੈਸ ਆਫ ਸਾਊਂਡ ਇਜ਼ ਡਿਪੈਂਡ ਅਪੋਨ, ਕਿੰਨਾ ਲਾਊਡਲੀ ਬੋਲਦੇ ਹਾਂ ਆਪਾਂ, ਠੀਕ ਹੈ। ਉਹ ਕਿਤੇ ਡਿਪੈਂਡ ਕਰਦੀ ਹੈ, ਇੰਟੈਂਸਿਟੀ 'ਤੇ, ਕਿੰਨੀ ਇੰਟੈਂਸਿਟੀ ਹੈਗੀ ਸਾਊਂਡ ਦੀ ਉਹ 'ਤੇ ਡਿਪੈਂਡ ਕਰਦੀ ਹੈ ਲਾਊਡਨੈਸ। ਇਹੀ ਪਿੱਚ ਦੀ ਗੱਲ ਕਰੀਏ, ਆਪਾਂ ਕਹਿੰਦੇ ਨੇ ਵੀ ਕੁੜੀਆਂ ਦੀ ਪਿੱਚ ਥੋੜ੍ਹੀ ਤਿੱਖੀ ਹੁੰਦੀ ਹੈ ਨਾ, ਸ਼ਾਰਪਨੈਸ, ਉਹਨੂੰ ਕਹਿੰਦੇ ਨੇ ਸ਼ਾਰਪਨੈਸ ਵੀ ਕਿੰਨੀ ਤਿੱਖੀ ਆ, ਉਹ ਡਿਪੈਂਡ ਕਰਦੀ ਹੈ ਫ੍ਰੀਕੁਐਂਸੀ 'ਤੇ। ਫ੍ਰੀਕੁਐਂਸੀ ਤੁਹਾਨੂੰ ਦੱਸਿਆ ਹੀ ਸੀ ਮੈਨੇ ਵੀ 1 ਸੈਕਿੰਡ 'ਚ ਇੱਕੋ ਲੱਗ ਤਿੱਖਾ ਜਿਹਾ ਬੋਲ ਜਾਣਾ, ਠੀਕ ਹੈ, ਉਹਨੂੰ ਕਹਿੰਦੇ ਨੇ ਪਿੱਚ, ਠੀਕ ਹੈ। ਤਾਂ ਬਸ ਤੁਸੀਂ ਯਾਦ ਰੱਖਿਓ, ਫ੍ਰੀਕੁਐਂਸੀ ਬਹੁਤ ਤੇਜ਼ ਬੋਲਣਾ ਉਹਨੂੰ ਕਹਿੰਦੇ ਨੇ ਪਿੱਚ, ਉੱਚੀ ਬੋਲਣਾ ਲਾਊਡਨੈਸ। ਉਹ ਇੰਟੈਂਸਿਟੀ 'ਤੇ ਡਿਪੈਂਡ ਕਰਦਾ ਕਿੰਨੀ ਇੰਟੈਂਸਲੀ ਆਪਾਂ ਬੋਲਦੇ ਹਾਂ, ਅਤੇ ਜਿਹੜੀ ਪਿੱਚ ਹੈ ਉਹ ਫ੍ਰੀਕੁਐਂਸੀ 'ਤੇ ਡਿਪੈਂਡ ਕਰਦੀ ਹੈ। ਇਹ ਤੁਸੀਂ ਦੋਨੋਂ ਚੀਜ਼ਾਂ ਯਾਦ ਰੱਖਣੀਆਂ ਨੇ, ਬਹੁਤ ਵਾਰ ਕੁਐਸਚਨ ਪੁੱਛਿਆ ਜਾਂਦਾ। ਨੈਕਸਟ ਕੁਐਸਚਨ ਇਹ ਹੈ ਵਟ ਇਜ਼ ਦਾ ਯੂਨਿਟ ਆਫ ਲਾਊਡਨੈਸ, ਠੀਕ ਹੈ। ਲਾਊਡਨੈਸ ਕਿੰਨੀ ਹੈ, ਮਤਲਬ ਕਿ ਕਿੰਨੀ ਉੱਚੀ ਬੋਲ ਰਿਹਾ ਕੋਈ, ਉਹਦੀ ਯੂਨਿਟ ਹੈਗੀ ਹੈ ਡੈਸੀਬਲ। ਇਹ ਤੁਸੀਂ ਯਾਦ ਰੱਖਣੀਆਂ ਨੇ, ਡੈਸੀਬਲ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਕੁਐਸਚਨ ਹੈ। ਨੈਕਸਟ ਕੀ ਆ ਗਿਆ, ਆਹ ਕੁਐਸਚਨ, ਇਹ ਕੁਐਸਚਨ ਪੁੱਛਿਆ ਗਿਆ ਤੁਹਾਡਾ ਕੋਆਪਰੇਟਿਵ ਬੈਂਕ ਦੇ ਪੇਪਰ ਦੇ ਵਿੱਚ। ਜਿਹੜਾ ਕੋਆਪਰੇਟਿਵ ਬੈਂਕ ਦਾ ਪੇਪਰ ਹੋਇਆ ਸੀ ਉਹਦੇ ਵਿੱਚ ਪੁੱਛਿਆ ਗਿਆ ਸੀਗਾ ਕਿ ਸਪੀਡ ਆਫ ਲਾਈਟ ਕਿੰਨੀ ਹੁੰਦੀ ਹੈ 3 × 10⁸ ਮੀਟਰ ਪਰ ਸੈਕਿੰਡ, 3 × 10⁸ ਮੀਟਰ ਪਰ ਸੈਕਿੰਡ। ਇਹ ਤੁਸੀਂ ਯਾਦ ਰੱਖਣੀ ਹੈ, ਐਸ ਟੀ ਇਜ਼ ਵੈਲਿਊ ਬਹੁਤ ਵਾਰ ਪੁੱਛੀ ਜਾਂਦੀ ਹੈ। ਸਪੀਡ ਆਫ ਲਾਈਟ ਕਿੰਨੀ ਹੁੰਦੀ ਹੈ 3 × 10⁸ ਮੀਟਰ ਪਰ ਸੈਕਿੰਡ, ਠੀਕ ਹੈ। ਨੈਕਸਟ ਕੁਐਸਚਨ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਕੁਐਸਚਨ, ਜੇ ਆਪਾਂ ਦੇਖੀਏ ਤਾਂ ਹਰ ਇੱਕ ਸਾਲ ਤੁਸੀਂ ਦੇਖੋਗੇ 10 ਤੋਂ 12 ਪੇਪਰਾਂ ਦੇ ਵਿੱਚ ਇਹ ਪਿਆ ਹੁੰਦਾ ਹੈਗਾ, ਜਿੰਨੇ ਵੀ ਟ੍ਰੈਂਡ ਸੈੱਟ ਕਰਦੇ ਨੇਗੇ। ਮਾਇਓਪੀਆ ਕੀ ਹੈ, ਮਾਇਓਪੀਆ ਇੱਕ ਸ਼ੋਰਟ ਸਾਈਟਡਨੈਸ ਹੈ, ਮੀਨਸ ਆਪਾਂ ਨੂੰ ਕੀ ਕਰਦੇ ਹੈਗੇ, ਇਹਦੇ ਵਿੱਚ ਨੇੜੇ ਦਾ ਤਾਂ ਦਿਖਾਈ ਦਿੰਦਾ ਬਟ ਦੂਰ ਦਾ ਨਹੀਂ ਦਿਖਾਈ ਦਿੰਦਾ, ਠੀਕ ਹੈ। ਉਹਨੂੰ ਕਾਹਦੇ ਵਾਸਤੇ ਹੁੰਦਾ ਹੈਗਾ ਇਹ ਮਾਇਓਪੀਆ, ਕਿ ਆਪਾਂ ਨੂੰ ਜਿਹੜੀਆਂ ਅੱਖਾਂ ਤੋਂ ਨੇੜੇ ਦਾ ਤਾਂ ਦਿਖਾਈ ਦਿੰਦਾ ਬਟ ਦੂਰ ਦਾ ਦਿਖਾਈ ਨਹੀਂ ਦਿੰਦਾ, ਤਾਂ ਉਹਦੇ ਵਾਸਤੇ ਠੀਕ ਕਰਨ ਵਾਸਤੇ ਆਪਾਂ ਕਿਹੜਾ ਲੈਂਜ ਯੂਜ਼ ਕਰਦੇ ਹਾਂ, ਕਨਕੇਵ ਲੈਂਜ। ਫੈਕਚੁਅਲ ਕੁਐਸਚਨ ਹੈ, ਯਾਦ ਰੱਖਿਓ, ਕਨਕੇਵ ਲੈਂਜ ਯੂਜ਼ ਕੀਤਾ ਜਾਂਦਾ ਹੈਗਾ ਮਾਇਓਪੀਆ 'ਚ। ਇਹੀ ਹਾਈਪਰਮੈਟਰੋਪੀਆ ਦੇਖੀਏ, ਠੀਕ ਹੈ, ਇਹ ਹੁੰਦਾ ਹੈਗਾ ਵੀ ਜਿਹਨੂੰ ਫਾਰ ਸਾਈਟਡਨੈਸ ਕਹਿੰਦੇ ਨੇਗੇ, ਠੀਕ ਹੈ। ਇਹਦੇ ਵਿੱਚ ਕੀ ਹੁੰਦਾ, ਕਨਵੈਕਸ ਲੈਂਜ ਹੈ ਜਿਹੜਾ ਉਹ ਯੂਜ਼ ਕੀਤਾ ਜਾਂਦਾ ਹੈਗਾ ਕਿ ਆਪਾਂ ਨੂੰ ਸਹੀ ਦਿਖਾਈ ਦੇਣ ਲੱਗ ਜੇ, ਠੀਕ ਹੈ। ਇਹ ਹੋ ਗਿਆ ਕੁਐਸਚਨ ਤੁਹਾਡਾ। ਨੈਕਸਟ ਕੁਐਸਚਨ ਕੀ ਕਹਿ ਰਿਹਾ ਹੈਗਾ, ਦ ਗੈਸ ਯੂਜ਼ਡ ਫੋਰ ਆਰਟੀਫਿਸ਼ੀਅਲ ਫਰੂਟ ਰਾਈਪਨਿੰਗ ਆਫ ਗ੍ਰੀਨ ਫਰੂਟ ਇਜ਼, ਠੀਕ ਹੈ। ਇੱਥੋਂ ਤੁਹਾਡੀ ਲਗਭਗ ਕੈਮਿਸਟਰੀ ਸਟਾਰਟ ਹੋ ਗਈ ਹੈ ਨਾ, ਫਿਜ਼ਿਕਸ ਦੇ ਹੋਰ ਜਿਹੜੇ ਕਰੰਟ ਨਾਲ ਰਿਲੇਟਡ ਕੁਐਸਚਨ ਨੇ, ਸਾਇੰਸ ਐਂਡ ਟੈਕ ਨਾਲ, ਖਾਸ ਕਰਕੇ ਸਾਇੰਸ ਐਂਡ ਟੈਕ ਨਾਲ ਜਿੰਨੇ ਵੀ ਰਿਲੇਟਡ ਕੁਐਸਚਨ ਮੈਂ ਤੁਹਾਡੇ ਨੈਕਸਟ ਵੀਡੀਓ 'ਚ ਬਾਈਂਡ ਅਪ ਕਰ ਦੂੰਗਾ। ਸਾਰੀ ਸਾਇੰਸ ਤੁਹਾਡੀ ਜਿੰਨੇ ਵੀ ਨੰਬਰਾਂ ਦੀ ਆਉਣੀਆਂ ਤੁਹਾਡੀ ਸਾਰੀ ਕਵਰ ਹੋ ਜਾਏਗੀ ਨੈਕਸਟ ਵੀਡੀਓ 'ਚ, ਠੀਕ ਹੈ। ਨੈਕਸਟ ਕੁਐਸਚਨ ਤੁਹਾਡਾ ਦੱਸ ਰਿਹਾ ਮੈਂ, ਆਰਟੀਫਿਸ਼ੀਅਲ ਫਰੂਟ ਰਾਈਪਨਿੰਗ ਮੀਨਸ ਜਿਹੜੇ ਫਰੂਟਸ ਨੇ ਉਹ ਪੱਕ ਜਾਂਦੇ ਨੇਗੇ ਜਲਦੀ, ਠੀਕ ਹੈ, ਜਲਦੀ ਪੱਕ ਜਾਂਦੇ ਨੇ, ਉਹਦੇ ਵਾਸਤੇ ਕਿਹੜੀ ਚੀਜ਼ ਯੂਜ਼ ਕੀਤੀ ਜਾਂਦੀ ਹੈ, ਇਥਾਈਲੀਨ, ਠੀਕ ਹੈ। ਜੇ ਤੁਹਾਨੂੰ ਆਪਸ਼ਨ 'ਚ ਐਸੀਟਾਈਲੀਨ ਦਿਖ ਜੇ, ਐਸੀਟਾਈਲੀਨ, ਠੀਕ ਹੈ, ਐਸੀਟਾਈਲੀਨ ਦਿਖ ਜੇ ਤਾਂ ਤੁਸੀਂ ਆਂਸਰ ਐਸੀਟਾਈਲੀਨ ਵੀ ਲਾ ਕੇ ਆ ਸਕਦੇ ਹੋ, ਠੀਕ ਹੈ। ਇਥਾਈਲੀਨ ਵੀ ਆਂਸਰ ਹੈ ਅਤੇ ਐਸੀਟਾਈਲੀਨ ਵੀ ਆਂਸਰ ਹੈ, ਠੀਕ ਹੈ। ਤੁਸੀਂ ਇਹ ਯਾਦ ਰੱਖਣਾ ਹੈ।
ਕੈਮੀਕਲ ਐਸੋਸੀਏਟਡ ਵਿਦ ਮਸਲ ਫੈਟਿਕ, ਬਹੁਤ ਜ਼ਿਆਦਾ ਇੰਪੋਰਟੈਂਟ ਕੁਐਸਚਨ। ਜਦੋਂ ਆਪਾਂ ਨੂੰ ਥਕਾਵਟ ਹੋ ਜਾਂਦੀ ਹੈ, ਆਪਣੀਆਂ ਲੱਤਾਂ ਦਰਦ ਕਰਨ ਲੱਗ ਜਾਂਦੀਆਂ ਨੇ, ਜਾਂ ਆਪਣੇ ਅੰਦਰ ਕੋਈ ਤੇਜ਼ਾਬ ਜਿਹਾ ਬਣ ਜਾਂਦਾ ਹੈ ਨਾ, ਉਹ ਕਾਹਦੇ ਕਰਕੇ ਹੁੰਦਾ? ਲੈਕਟਿਕ ਐਸਿਡ ਕਰਕੇ। ਆਪਣੀ ਫੈਟੀਕ ਮੀਨਸ ਥਕਾਵਟ ਦਾ ਕਾਰਨ ਜੇ ਕੋਈ ਚੀਜ਼ ਹੈਗੀ ਆ ਤਾਂ ਉਹ ਹੈਗਾ ਆਪਣੇ ਅੰਦਰ ਲੈਕਟਿਕ ਐਸਿਡ ਦਾ ਪੈਦਾ ਹੋਣਾ, ਆਪਣੀ ਲੱਤਾਂ 'ਚ ਲੈਕਟਿਕ ਐਸਿਡ ਦਾ ਪੈਦਾ ਹੋਣਾ, ਇਹ ਕਾਰਨ ਹੈਗਾ ਫੈਟੀਕ ਦਾ ਆਪਣੀ ਦਾ। ਨੈਕਸਟ ਕੀ ਹੈ? ਹੂ ਡਿਵੈਲਪਡ ਹਾਈਡਰੋਜਨ ਬੰਬ, ਬਹੁਤ ਜ਼ਿਆਦਾ ਇੰਪੋਰਟੈਂਟ, ਬਹੁਤ ਵਾਰ ਪੁੱਛਿਆ ਗਿਆ। ਐਡਵਰਡ ਟੈਲਰ, ਠੀਕ ਹੈ, ਐਡਵਰਡ ਟੈਲਰ ਸੀ ਜਿਹੜੇ ਹਾਈਡਰੋਜਨ ਬੰਬ ਨੂੰ ਡਿਵੈਲਪ ਕੀਤਾ ਸੀਗਾ, ਯਾਦ ਰੱਖਿਓ। ਨੈਕਸਟ ਕੁਐਸਚਨ ਹੈ ਗੈਲਵੇਨਾਈਜੇਸ਼ਨ ਇਨਜ਼ ਦਾ, ਗੈਲਵੇਨਾਈਜੇਸ਼ਨ ਕਿਹਨੂੰ ਕਹਿੰਦੇ ਨੇਗੇ? ਗੈਲਵੇਨਾਈਜੇਸ਼ਨ ਹੁੰਦੀ ਡਿਪੋਜੀਸ਼ਨ ਆਫ ਜ਼ਿੰਕ ਔਨ ਆਇਰਨ। ਆਪਾਂ ਨੂੰ ਪਤਾ ਹੈ ਕਿ ਜਿਹੜਾ ਆਇਰਨ ਹੈ ਇਹਨੂੰ ਜਰ ਲੱਗ ਜਾਂਦੀ ਹੈ ਨਾ, ਬਹੁਤ ਜਲਦੀ ਜਰ ਲੱਗ ਜਾਂਦੀ, ਇਹਨੂੰ ਖਰਾਬ ਹੋ ਜਾਂਦਾ ਹੈ। ਇਸ ਕਰਕੇ ਇਹਨੂੰ ਬਚਾਉਣ ਲਈ ਕਿ ਇਹਨੂੰ ਜਰ ਨਾ ਲੱਗੇ, ਆਪਾਂ ਕੀ ਕਰਦੇ ਹਾਂ? ਜ਼ਿੰਕ ਦੀ ਪਰਤ ਚੜਾ ਦਿੰਦੇ ਹਾਂ। ਜੇ ਤਾਂ ਜ਼ਿੰਕ ਦੀ ਪਰਤ ਚੜਾਈਏ ਤਾਂ ਉਹਦੇ ਇੱਕ ਖਾਸ ਟਰਮ ਦਿੱਤੀ ਗਈ ਹੈ ਜਿਹੜੀ ਕਿ ਪੇਪਰਾਂ 'ਚ ਪੁੱਛੀ ਜਾਂਦੀ ਹੈ, ਕਿਹੜੀ ਹੁੰਦੀ ਹੈ? ਗੈਲਵੇਨਾਈਜੇਸ਼ਨ। ਗੈਲਵੇਨਾਈਜੇਸ਼ਨ ਹੈ ਜਿਹੜੀ, ਉਹਦੇ ਨਾਲ ਕੀ ਹੁੰਦਾ ਹੈ? ਆਇਰਨ ਤੇ ਜ਼ਿੰਕ ਦੀ ਪਰਤ ਚੜਾ ਦਿੱਤੀ ਜਾਂਦੀ ਹੈ, ਜਿਹਦੇ ਨਾਲ ਕੀ ਹੁੰਦਾ ਹੈਗਾ ਆਪਣਾ ਇੱਕ ਕੋਟਿੰਗ ਹੋ ਜਾਂਦੀ ਹੈ ਤੇ ਉਹ ਖਰਾਬ ਨਹੀਂ ਹੁੰਦੀ, ਜਰ ਨਹੀਂ ਲੱਗਦੀ। ਇਹ ਤੁਸੀਂ ਯਾਦ ਰੱਖਿਓ। ਨੈਕਸਟ ਕੀ ਆ ਗਿਆ? ਓਪਟਿਕ ਫਾਈਬਰਸ ਆਰ ਯੂਜ਼ਡ ਇਨ, ਜਿਹੜੀਆਂ ਓਪਟਿਕ ਫਾਈਬਰਸ ਨਹੀਂ ਆ, ਸਿੱਧਾ ਕੁਐਸਚਨ ਪੁੱਛਿਆ ਗਿਆ ਸੀਗਾ, ਇਹ ਕੁਐਸਚਨ ਆਇਆ ਸੀ ਤੁਹਾਡਾ ਮੇਰੇ ਖਿਆਲ 'ਚ SSC ਦਾ ਜਿਹੜਾ ਐਗਜ਼ਾਮ ਹੋਇਆ ਸੀ ਇਸ ਸਾਲ 2021 ਦਾ, ਉਹਦੇ ਵਿੱਚ ਕੁਐਸਚਨ ਪੁੱਛਿਆ ਗਿਆ ਸੀ ਇੱਕ ਸ਼ਿਫਟ ਦੇ ਵਿੱਚ ਕਿ ਓਪਟਿਕ ਫਾਈਬਰਸ ਆਰ ਯੂਜ਼ਡ ਇਨ, ਕਿਹਦੇ ਵਿੱਚ ਹੁੰਦੀਆਂ ਨੇ? ਐਂਡੋਸਕੋਪੀ ਦੇ ਵਿੱਚ, ਠੀਕ ਹੈ। ਐਂਡੋਸਕੋਪੀ ਦੇ ਵਿੱਚ ਓਪਟਿਕ ਫਾਈਬਰਸ ਦਾ ਯੂਜ਼ ਕੀਤਾ ਜਾਂਦਾ ਹੈ। ਓਪਟਿਕ ਫਾਈਬਰ ਦਾ ਹੀ ਯੂਜ਼ ਅੱਜ ਕੱਲ੍ਹ ਇੰਟਰਨੈਟ ਦੇ ਵਿੱਚ ਕੀਤਾ ਜਾ ਰਿਹਾ। ਜੇ ਮੈਂ ਗੱਲ ਕਰਾਂ ਤਾਂ ਜਿਹੜਾ ਇੰਟਰਨੈਟ ਹੈ ਉਹਨੂੰ ਦੂਰ ਦੂਰ ਤੱਕ ਪਹੁੰਚਾਉਣ ਲਈ ਕੇਬਲਸ ਵਿਛਾਈਆਂ ਜਾ ਰਹੀਆਂ ਨੇ, ਤਾਂ ਉਹ ਕਿਹੜੀਆਂ ਕੇਬਲਸ ਨੇ? ਓਪਟਿਕ ਫਾਈਬਰਸ ਕੇਬਲ ਨੇ, ਜਿਹਦੇ ਵਿੱਚ ਕਿ ਟੋਟਲ ਇੰਟਰਨਲ ਰਿਫਲੈਕਸ਼ਨ ਨਾਮ ਦੀ ਇੱਕ ਟਰਮ ਹੈ ਜਿਹੜੀ ਕਿ ਯੂਜ਼ ਕੀਤੀ ਜਾਂਦੀ ਹੈ ਦੂਰ ਦੂਰ ਤੱਕ ਕਮਿਊਨੀਕੇਸ਼ਨ ਕਰਨ ਲਈ। ਵੇਵਸ ਜਾਂਦੀਆਂ ਨਹੀਂ ਹੈ, ਕਿਹਦੇ ਥਰੂ ਜਾਂਦੀਆਂ ਨਹੀਂ ਆ? ਓਪਟਿਕ ਫਾਈਬਰਸ ਦੇ ਥਰੂ ਜਾਂਦੀਆਂ ਨਹੀਂ ਆ। ਇਹ ਤੁਸੀਂ ਯਾਦ ਰੱਖਿਓ। ਜੇ ਤੁਹਾਨੂੰ ਕੁਐਸਚਨ ਆ ਜੇ ਕਿ ਓਪਟੀਕਲ ਫਾਈਬਰਸ ਕਿਹੜੇ ਪ੍ਰਿੰਸੀਪਲ ਤੇ ਕੰਮ ਕਰਦੀਆਂ ਨੇ, ਤਾਂ ਟੋਟਲ ਇੰਟਰਨਲ ਰਿਫਲੈਕਸ਼ਨ ਪ੍ਰਿੰਸੀਪਲ ਦੇ ਉੱਤੇ ਕੰਮ ਕਰਦੀਆਂ ਨਹੀਂ ਆ। ਇਹ ਤੁਸੀਂ ਕਾਪੀ 'ਚ ਨੋਟ ਕਰ ਲੈਣਾ, ਠੀਕ ਹੈ। ਨੈਕਸਟ ਕੀ ਹੈ? ਪਿਓਰੈਸਟ ਫਾਰਮ ਆਫ ਆਇਰਨ ਕੀ ਹੈ? ਰੋਟ ਆਇਰਨ। ਪੇਪਰ ਸਿੱਧੀ ਪੁੱਛੀ ਜਾਂਦੀ ਹੈ ਕਿ ਪਿਓਰੈਸਟ ਫਾਰਮ ਆਫ ਆਇਰਨ ਕਿਹੜੀ ਹੈ? ਰੋਟ ਆਇਰਨ ਹੈ। ਨੈਕਸਟ ਕੀ ਹੈ? ਵਿਚ ਆਫ ਦਾ ਫੋਲੋਇੰਗ ਮੈਟਲਸ ਫੋਰਮ ਐਨ ਅਮਲਗਮ ਵਿਦ ਅਦਰ ਮੈਟਲਸ, ਠੀਕ ਹੈ। ਅਮਲਗਮ ਬਣਦੀ ਹੁੰਦੀ ਹੈ, ਠੀਕ ਹੈ, ਇੱਕ ਤਰ੍ਹਾਂ ਦਾ ਮਤਲਬ ਕਿ ਉਹ ਬਣਾ ਲੈਂਦੇ ਨੇਗੇ, ਕੈਮੀਕਲੀ ਬਣਾ ਦਿੰਦੇ HG ਮੇ ਬਣਾ ਲਏ, ਠੀਕ ਹੈ। HG ਨਾਲ ਕੋਈ ਇੱਕ ਮੈਟਲ ਲੱਗ ਜਾਏਗੀ, ਫਿਰ HG ਲੱਗ ਜਾਏਗਾ। ਇਹ ਇੱਕ ਤਰ੍ਹਾਂ ਦੀ ਅਮਲਗਮ ਮਤਲਬ ਕਿ ਇੱਕ ਪਿਓਰਟੀ ਬਣ ਜਾਂਦੀ ਹੈ। ਤਾਂ ਉਹ ਕੌਣ ਬਣਾਉਂਦੀ ਹੈ? ਮਰਕਰੀ ਬਣਾਉਂਦੀ ਹੈ। ਫੈਕਚੁਅਲ ਕੁਐਸਚਨ ਹੈ, ਬਹੁਤ ਵਾਰ ਪੇਪਰ 'ਚ ਪੁੱਛਿਆ ਗਿਆ। ਮੈਂ ਨਹੀਂ ਚਾਹੁੰਦਾ ਤੁਹਾਡਾ ਕੋਈ ਕੁਐਸਚਨ ਗਲਤ ਹੋਵੇ, ਇਸ ਕਰਕੇ ਇਹਨੂੰ ਕਾਪੀ 'ਚ ਨੋਟ ਕਰੀ ਚੱਲਿਓ ਜਿਹੜੀ ਮੈਂ ਐਕਸਟਰਾ ਤੋਂ ਇਨਫੋਰਮੇਸ਼ਨ ਦੇ ਰਿਹਾ, ਠੀਕ ਹੈ। ਨੈਕਸਟ ਕੁਐਸਚਨ ਹੈ ਜਿਹੜਾ ਇੰਸਟਰੂਮੈਂਟ ਹੈ, ਕਿਹੜਾ ਇੰਸਟਰੂਮੈਂਟ ਹੈ ਜਿਹੜਾ ਡੈਪਥ ਨੂੰ ਜਿਹੜੀ ਆਪਣੀ ਡੈਪਥ ਹੁੰਦੀ, ਠੀਕ ਹੈ, ਉਹਨੂੰ ਮੀਅਰ ਕਰਨ ਵਾਸਤੇ ਵਰਤਿਆ ਜਾਂਦਾ ਹੈਗਾ। ਤੁਹਾਨੂੰ ਮੈਂ ਪਹਿਲਾਂ ਵੀ ਦੱਸਿਆ ਕਿ ਜਿਹੜੀ ਟਰਮ ਯੂਜ਼ ਕੀਤੀ ਜਾਂਦੀ ਹੈਗੀ ਸੁਨਾਰ ਕੀਤੀ ਜਾਂਦੀ ਹੈ, ਠੀਕ ਹੈ। ਤੁਹਾਨੂੰ ਦੱਸਿਆ ਸੀ ਵੀ ਜਿਹੜੀਆਂ ਆਪਣੀਆਂ ਅਲਟਰਾਸੋਨਿਕ ਹੁੰਦੀਆਂ ਨੇਗੀਆਂ ਉਹਨਾਂ ਵੇਵਜ਼ ਨੂੰ ਯੂਜ਼ ਕਰਕੇ ਆਪਾਂ ਕੀ ਕਰ ਦਿਆਂਗੇ? ਨੀਚੇ ਡੈਪਥ ਨੂੰ ਪਤਾ ਕਰਦੇ ਹਾਂ। ਅਤੇ ਜਿਹੜੀ ਇੰਸਟਰੂਮੈਂਟ ਹੈ ਉਹ ਕਿਹੜਾ ਹੈਗਾ? ਸੁਨਾਰ, ਠੀਕ ਹੈ। ਇਹ ਯਾਦ ਰੱਖਿਓ। ਸਪੀਡ ਆਫ ਸਾਊਂਡ ਇਜ਼ ਗ੍ਰੇਟੈਸਟ ਇਨ ਸਟੀਲ, ਠੀਕ ਹੈ। ਆਪਾਂ ਦੇਖਿਆ ਵੀ ਜਿਹੜੀ ਸਾਊਂਡ ਦੀ ਸਪੀਡ ਹੁੰਦੀ ਹੈ ਉਹ ਜਿੰਨੇ ਸੋਲਿਡ ਮਟੀਰੀਅਲ ਹੁੰਦੇ ਨੇਗੇ, ਠੀਕ ਹੈ। ਜੇ ਆਪਾਂ ਹਵਾ 'ਚ ਗੱਲ ਕਰੀਏ ਤਾਂ ਉਹ ਘਣਤਾ ਉਹਦੀ ਡੈਂਸਿਟੀ ਇੰਨੀ ਜ਼ਿਆਦਾ ਨਹੀਂ ਹੁੰਦੀ, ਇਸ ਕਰਕੇ ਉਹਦੇ ਵਿੱਚ ਤਾਂ ਉਹਨੂੰ ਘੱਟ ਲੱਗੂਗੀ ਸਪੀਡ। ਜੇ ਉਹਨੂੰ ਕੋਈ ਮੀਡੀਅਮ ਮਿਲ ਜੇ, ਮੀਡੀਅਮ ਮੀਨਸ ਕੋਈ ਚੀਜ਼ ਮਿਲ ਜੇ ਜਿਹਦੇ ਰਾਹੀਂ ਉਹ ਮੂਵ ਕਰ ਸਕੇ, ਤਾਂ ਉਹਦੀ ਸਪੀਡ ਵੱਧ ਜਾਂਦੀ ਹੈ, ਠੀਕ ਹੈ। ਉਹੀ ਜੇ ਆਪਾਂ ਧਰਤੀ ਦੇ ਹੋਰ ਚੀਜ਼ਾਂ ਦੀ ਗੱਲ ਕਰੀਏ, ਏਅਰ ਦੀ ਗੱਲ ਕਰੀਏ, ਤਾਂ ਕਣ ਦੂਰ ਦੂਰ ਹੋਣ ਕਰਕੇ, ਮਿੱਟੀ ਦੇ ਕਣ ਹੋ ਗਏ, ਹੋਰ ਧੂੜ ਦੇ ਕਣ ਹੋ ਗਏ, ਦੂਰ ਦੂਰ ਹੋਣ ਕਰਕੇ ਇੰਨੀ ਸਪੀਡ ਨਹੀਂ ਬਣ ਪਾਉਂਦੀ। ਬਟ ਜੇ ਇਹੀ ਸਟੀਲ ਦੀ ਗੱਲ ਕਰੀਏ ਤਾਂ ਬਹੁਤ ਜ਼ਿਆਦਾ ਸਪੀਡ ਨਾਲ ਸਾਊਂਡ ਵੇਵਜ਼ ਜਾਂਦੀਆਂ ਨੇ। ਇਸ ਕਰਕੇ ਸਪੀਡ ਆਫ ਸਾਊਂਡ ਗ੍ਰੇਟੈਸਟ ਕਿਹਦੇ ਵਿੱਚ ਹੁੰਦੀ? ਸਟੀਲ ਦੇ ਵਿੱਚ ਹੁੰਦੀ, ਠੀਕ ਹੈ। ਨੈਕਸਟ ਕੁਐਸਚਨ ਆ ਗਿਆ, ਵਟ ਇਜ਼ ਫਾਰਮਿੰਗ ਅਲੋਂਗ ਵਿਦ ਐਨੀਮਲ ਹਸਬੈਂਡਰੀ ਕਾਲਡ। ਜੇ ਆਪਾਂ ਫਾਰਮਿੰਗ ਦੇ ਨਾਲ ਨਾਲ ਐਨੀਮਲ ਹਸਬੈਂਡਰੀ ਮੀਨਸ ਜਿਹੜੇ ਆਪਾਂ ਆਹ ਕਰਦੇ ਆਂਗੇ, ਪਸ਼ੂ ਪਾਲਣ ਕਰਦੇ ਹਾਂ, ਫਿਸ਼ਰੀ ਕਰਦੇ ਹਾਂ, ਸਾਰੀ ਐਨੀਮਲ ਹਸਬੈਂਡਰੀ 'ਚ ਆ ਜਾਂਦੀ ਹੈ, ਉਹਨੂੰ ਕਹਿੰਦੇ ਨੇਗੇ ਮਿਕਸਡ ਫਾਰਮਿੰਗ। ਇਹਨੂੰ ਮਿਕਸਡ ਕ੍ਰੋਪਿੰਗ ਦੇ ਨਾਲ ਤੁਸੀਂ ਕਨਫਿਊਜ਼ ਨਹੀਂ ਕਰਨਾ। ਮਿਕਸਡ ਕ੍ਰੋਪਿੰਗ ਹੁੰਦੀ ਹੈ ਵੀ 2 ਜਾਂ 3 ਫਸਲਾਂ ਇਕੱਠੇ ਉਗਾਉਣਾ, ਠੀਕ ਹੈ। ਇਹੀ ਗੱਲ ਆਪਾਂ ਕਰੀਏ ਜਿਹੜੀ ਮਿਕਸਡ ਫਾਰਮਿੰਗ ਹੋਈ ਉਹਦੇ ਵਿੱਚ ਐਨੀਮਲਸ ਰੇਅਰਿੰਗ, ਐਨੀਮਲਸ ਹਸਬੈਂਡਰੀ ਨੂੰ ਫਾਰਮਿੰਗ ਦੇ ਨਾਲ ਕੀਤਾ ਜਾਂਦਾ ਹੈਗਾ। ਨੈਕਸਟ ਕੁਐਸਚਨ ਹੈ ਮੋਸਟ ਇੰਪੋਰਟੈਂਟ ਔਰ ਆਫ ਐਲੂਮੀਨੀਅਮ। ਐਲੂਮੀਨੀਅਮ ਦੀ ਜਿਹੜੀ ਮੋਸਟ ਇੰਪੋਰਟੈਂਟ ਔਰ ਹੈਗੀ, ਔਰ ਮੀਨਸ ਜਿੱਥੋਂ ਉਹ ਨਿਕਲਦਾ, ਜਿੱਥੋਂ ਉਹ ਬਣਦਾ, ਤਾਂ ਕਿਹੜੀ ਹੈਗੀ ਉਹ? ਬੌਕਸਾਈਟ। ਕੁਐਸਚਨ ਪੁੱਛਿਆ ਜਾਂਦਾ, ਯਾਦ ਰੱਖਿਓ। ਗੈਸ ਕਾਮਨਲੀ ਯੂਜ਼ ਟੂ ਐਕਸਟਿੰਗੁਇਸ਼ ਫਾਇਰਸ, ਮੀਨਸ ਫਾਇਰਸ ਨੂੰ ਬੁਝਾਉਣ ਲਈ ਜਿਹੜੇ ਉਹ ਰੱਖੀਆਂ ਹੁੰਦੀਆਂ ਨੇਗੀਆਂ, ਬੋਤਲਸ ਦੀਆਂ ਰੱਖੀਆਂ ਹੁੰਦੀਆਂ ਨੇਗੀਆਂ, ਠੀਕ ਹੈ। ਉਹਦੇ ਵਿੱਚ ਕੀ ਭਰੀ ਹੁੰਦੀ? ਕਾਰਬਨ ਡਾਈਆਕਸਾਈਡ। ਕਾਰਬਨ ਡਾਈਆਕਸਾਈਡ ਹੈ ਜਿਹੜੀ ਉਹ ਯੂਜ਼ ਕੀਤੀ ਜਾਂਦੀ ਹੈਗੀ ਫਾਇਰਸ ਨੂੰ, ਅੱਗਾਂ ਨੂੰ ਬਚਾਉਣ ਲਈ, ਠੀਕ ਹੈ। ਮੀਨਸ ਜਿਹੜੇ ਅੱਗ ਨਹੀਂ ਲੱਗ ਗਈ ਕਿਤੇ, ਤਾਂ ਜਿਹੜੇ ਸਿਲੰਡਰ ਯੂਜ਼ ਕੀਤੇ ਜਾਂਦੇ ਨੇਗੇ ਉਹਨਾਂ ਵਿੱਚ ਕੀ ਹੁੰਦੀ ਹੈ? ਕਾਰਬਨ ਡਾਈਆਕਸਾਈਡ ਹੁੰਦੀ ਹੈਗੀ। ਨੈਕਸਟ ਕੁਐਸਚਨ ਹੈ
ਐਲੀਮੈਂਟ ਕਾਮਨ ਟੂ ਆਲ ਐਸਿਡਸ, ਹਰ ਇੱਕ ਐਸਿਡ ਦੇ ਵਿੱਚ ਇੱਕ ਐਲੀਮੈਂਟ ਕਾਮਨ ਹੁੰਦਾ ਹੈ, ਉਹਦਾ ਨਾਮ ਕੀ ਹੈਗਾ? ਹਾਈਡਰੋਜਨ। ਠੀਕ ਹੈ, ਜੇ ਹੁਣ ਆਪਾਂ ਗੱਲ ਕਰੀਏ HCl ਹੋ ਗਿਆ, H2SO4 ਹੋ ਗਿਆ, ਜਿਹਨੂੰ ਕਹਿੰਦੇ ਰਾਜਾ, ਕਿੰਗ ਆਫ ਐਸਿਡਸ ਇਜ਼ H2SO4, ਸਲਫਿਊਰਿਕ ਐਸਿਡ ਇਜ਼ ਕਾਲਡ ਕਿੰਗ ਆਫ ਐਸਿਡਸ। ਤੁਸੀਂ ਇਹ ਯਾਦ ਰੱਖਣਾ ਹੈ, ਇਹ ਵੀ ਕੁਐਸਚਨ ਪੁੱਛਿਆ ਜਾ ਸਕਦਾ ਹੈਗਾ। ਨੈਕਸਟ ਕੁਐਸਚਨ, ਮੋਸਟ ਮੈਲੀਏਬਲ ਮੈਟਲ ਇਜ਼, ਮੈਲੀਏਬਲ ਮਤਲਬ ਹੁੰਦਾ ਸ਼ੀਟਸ 'ਚ ਬਣਾਉਣਾ, ਮੀਨਸ ਸ਼ੀਟਸ ਕਿਹਦੀਆਂ ਬਣ ਸਕਦੀਆਂ ਨੇ? ਸਭ ਤੋਂ ਜ਼ਿਆਦਾ ਗੋਲਡ ਦੀਆਂ ਬਣ ਸਕਦੀਆਂ ਨੇਗੀਆਂ। ਠੀਕ ਹੈ, ਇਹ ਪ੍ਰੋਪਰਟੀ ਸਿੱਧਾ ਹੀ ਪੁੱਛ ਲੈਂਦੇ। ਮੈਲੀਏਬਲ ਦਾ ਮਤਲਬ ਕੀ ਹੈ? ਮੈਲੀਏਬਲ ਦਾ ਮਤਲਬ ਹੁੰਦਾ ਸ਼ੀਟਸ 'ਚ ਬਣਾਉਣਾ, ਸ਼ੀਟਸ ਮੀਨ ਜੋ ਉਹਨੂੰ ਇੱਕ ਪਲੇਟਾਂ ਦੇ ਵਿੱਚ ਬਣਾ ਦੇਣਾ, ਉਹਨੂੰ ਕਹਿੰਦੇ ਨੇਗੇ ਮੈਲੀਏਬਲ। ਮੋਸਟ ਮੈਲੀਏਬਲ ਮੈਟਲ ਕਿਹੜੀ ਹੈਗੀ? ਆਪਣੀ ਗੋਲਡ ਹੈਗੀ। ਇੱਕ ਕੁਐਸਚਨ ਪੁੱਛਿਆ ਜਾਂਦਾ ਲਾਫਿੰਗ ਗੈਸ ਕਿਹਨੂੰ ਕਹਿੰਦੇ ਨੇਗੇ? ਕਿਹਨੂੰ ਕਹਿੰਦੇ ਨੇ? ਨਾਈਟਰਸ ਆਕਸਾਈਡ। ਜਿਹੜੀ ਨਾਈਟਰਸ ਆਕਸਾਈਡ ਦਾ ਫਾਰਮੂਲਾ ਉਹ ਹੁੰਦਾ N2O, N2O ਹੁੰਦਾ ਹੈਗਾ ਨਾਈਟਰਸ ਆਕਸਾਈਡ ਦਾ ਫਾਰਮੂਲਾ, ਤਾਂ ਇਹਨੂੰ ਕੀ ਕਹਿੰਦੇ ਨੇ? ਲਾਫਿੰਗ ਗੈਸ ਕਹਿੰਦੇ ਨੇਗੇ, ਤੁਸੀਂ ਇਹ ਯਾਦ ਰੱਖਣਾ ਹੈ। ਨੈਕਸਟ ਕੁਐਸਚਨ ਹੈ, ਨੋਨ ਸਟਿਕ ਕੁਕਿੰਗ ਯੂਟੈਂਸਿਲਸ ਆਰ ਕੋਟਡ ਵਿਦ, ਆਪਾਂ ਨੂੰ ਪਤਾ ਹੈ ਅੱਜ ਕੱਲ੍ਹ ਜਿਹੜੇ ਭਾਂਡੇ ਨੇਗੇ ਉਹ ਜਿਹੜੇ ਸਟਿਕ ਨਹੀਂ ਕਰਦੇ, ਮੀਨਸ ਉਹਨਾਂ 'ਤੇ ਚੀਜ਼ਾਂ ਚਿਪਕਦੀਆਂ ਨਹੀਂ। ਕਿਉਂ ਨਹੀਂ ਚਿਪਕਦੀਆਂ? ਉਹਨਾਂ ਦੇ ਭਾਂਡਿਆਂ 'ਤੇ ਕੀ ਲੱਗੀ ਹੁੰਦੀ? ਇੱਕ ਨੋਨ ਸਟਿਕ ਕੋਟਿੰਗ ਕੀਤੀ ਹੁੰਦੀ। ਉਹ ਕੋਟਿੰਗ ਕਾਹਦੀ ਹੁੰਦੀ ਹੈ? ਟੈਫਲੋਨ ਦੀ। ਸਿੱਧਾ ਕੁਐਸਚਨ ਪੁੱਛਿਆ ਜਾਂਦਾ। ਜਿਹੜੇ ਅੱਜ ਕੱਲ੍ਹ ਪੇਪਰਾਂ 'ਚ ਕੁਐਸਚਨ ਆ ਰਹੇ ਨੇਗੇ ਉਹ ਸਿੱਧਾ ਐਵੇਂ ਹੀ ਆ ਰਹੇ ਨੇ, ਜਾਂ ਤਾਂ ਨਿਊਮੈਰੀਕਲ ਬੇਸਡ ਆ ਰਹੇ ਨੇਗੇ, ਜਾਂ ਫਿਰ ਉਹ ਪੁੱਛ ਰਹੇ ਨੇਗੇ ਪ੍ਰੈਕਟੀਕਲੀ ਯੂਜ਼ ਉਹਦਾ, ਉਹ ਚੀਜ਼ ਦਾ। ਤਾਂ ਹੁਣ ਆਪਾਂ ਨੂੰ ਪਤਾ ਲੱਗ ਗਿਆ ਕਿ ਟੈਫਲੋਨ ਹੈ ਜਿਹੜੀ, ਉਹ 'ਤੇ ਪਰਤ ਭਾਂਡਿਆਂ 'ਤੇ ਉਹ ਚੜਾ ਦਿੰਦੇ ਨੇ ਅਤੇ ਉਹ ਨੋਨ ਸਟਿਕ ਬਣ ਜਾਂਦੇ ਨੇਗੇ। ਠੀਕ ਹੈ, ਫਿਰ ਚੀਜ਼ ਉਹ 'ਤੇ ਚਿਪਕਦੀ ਨਹੀਂ। ਨੈਕਸਟ ਕੁਐਸਚਨ ਕਹਿੰਦੇ ਪਰਮਾਨੈਂਟ ਹਾਰਡਨੈਸ ਕੈਨ ਬੀ ਰਿਮੂਵਡ ਬਾਏ ਐਡਿੰਗ, ਜਿਹੜੀ ਵਾਟਰ ਹੁੰਦਾ, ਆਪਾਂ ਨੂੰ ਪਤਾ ਵਾਟਰ ਹੈਗਾ। ਠੀਕ ਹੈ, ਜਿਵੇਂ ਹੀ ਆਪਾਂ ਉਹਨੂੰ ਗਰਮ ਕਰ ਦੇਂਗੇ ਨਾ ਤਾਂ ਕੱਪੜੇ ਜ਼ਿਆਦਾ ਵਧੀਆ ਧੁੱਤੇ ਜਾਂਦੇ ਨੇਗੇ। ਕਿਉਂ ਧੁੱਤੇ ਜਾਂਦੇ ਨੇ? ਕਿਉਂਕਿ ਜਿਹੜੀ ਉਹਦੀ ਹਾਰਡਨੈਸ ਹੁੰਦੀ ਆ, ਉਹਦੇ ਵਿੱਚ ਸਬਸਟਾਂਸ ਹੁੰਦੇ ਨੇ, ਕੁਝ ਇੰਪਿਓਰਟੀਜ਼ ਹੁੰਦੀਆਂ ਨੇ, ਉਹ ਦੂਰ ਹੋ ਜਾਂਦੀਆਂ ਨੇਗੀਆਂ। ਇਸ ਕਰਕੇ ਆਪਾਂ ਕੀ ਕਰਦੇ ਹਾਂ? ਵਾਸ਼ਿੰਗ ਸੋਡਾ, ਜਿਹੜਾ ਵਾਸ਼ਿੰਗ ਸੋਡੇ ਦਾ ਫਾਰਮੂਲਾ ਕੀ ਹੁੰਦਾ ਹੈਗਾ? ਸੋਡੀਅਮ ਕਾਰਬੋਨੇਟ। ਜਿਹੜਾ ਸੋਡੀਅਮ ਹੁੰਦਾ ਹੈ, ਠੀਕ ਹੈ, ਆਹ ਫਾਰਮੂਲਾ ਹੁੰਦਾ ਨਾਲ 10H2। ਠੀਕ ਹੈ, ਇਹ ਫਾਰਮੂਲਾ ਹੁੰਦਾ ਸੋਡੀਅਮ ਕਾਰਬੋਨੇਟ ਨੂੰ ਕਹਿੰਦੇ ਨੇ, ਵਾਸ਼ਿੰਗ ਸੋਡਾ ਕਹਿੰਦੇ ਨੇਗੇ। ਇਹਨੂੰ ਪਾ ਕੇ ਕੀ ਹੁੰਦਾ ਹੈਗਾ? ਇਹਦੇ ਨਾਲ ਕੀ ਹੁੰਦਾ ਹੈਗਾ? ਜਿਹੜੀ ਪਰਮਾਨੈਂਟ ਹਾਰਡਨੈਸ ਹੈ ਵਾਟਰ ਦੀ ਦੂਰ ਹੋ ਜਾਂਦੀ ਅਤੇ ਆਪਣੇ ਕੱਪੜੇ ਆਸਾਨੀ ਨਾਲ ਧੋਏ ਜਾ ਸਕਦੇ ਨੇਗੇ। ਇਹ ਤੁਸੀਂ ਯਾਦ ਰੱਖਣਾ ਹੈ। ਨੈਕਸਟ ਆ ਗਿਆ ਗੋਬਰ ਗੈਸ ਕੰਟੇਨਸ ਮੇਨਲੀ, ਜਿਹੜੀ ਆਪਣੀ ਗੋਬਰ ਗੈਸ ਹੁੰਦੀ, ਮੀਨਸ ਆਪਾਂ ਨੇ ਪਿੰਡਾਂ 'ਚ ਦੇਖਿਆ ਹੈ ਨਾ, ਗੋਬਰ ਦੇ ਉੱਤੇ ਇੱਕ ਗੈਸ ਬਣ ਜਾਂਦੀ ਹੈ ਨਾ। ਤਾਂ ਅੱਜ ਕੱਲ੍ਹ ਤਾਂ ਇਹ ਮਤਲਬ ਕਿ ਪਲਾਂਟ ਬਣਾ ਕੇ ਉਹਨਾਂ ਨੂੰ ਯੂਜ਼ ਵੀ ਕੀਤਾ ਜਾਂਦਾ, ਉਹ ਗੈਸ ਨੂੰ ਯੂਜ਼ ਵੀ ਕੀਤਾ ਜਾ ਰਿਹਾ ਹੈਗਾ। ਤਾਂ ਉਹ ਗੈਸ ਹੈ ਜਿਹੜੀ, ਉਹ ਕੀ ਹੈਗੀ? ਮਿਥੇਨ। ਠੀਕ ਹੈ, ਗੋਬਰ ਗੈਸ ਨੂੰ ਮੇਨਲੀ ਕੀ ਹੁੰਦੀ ਹੈ? ਉਹ 'ਚ ਮਿਥੇਨ ਹੁੰਦੀ ਹੈ। ਠੀਕ ਹੈ, ਇਹ ਤੁਸੀਂ ਯਾਦ ਰੱਖਣਾ ਹੈ। ਅੱਗੇ ਕੀ ਆ ਗਿਆ? ਫਿਲਾਮੈਂਟ ਆਫ ਐਨ ਇਲੈਕਟ੍ਰਿਕ ਬਲਬ ਇਜ਼ ਮੇਡ ਆਫ, ਜਿਹੜੀ ਫਿਲਾਮੈਂਟ ਹੁੰਦੀ ਹੈ ਇਲੈਕਟ੍ਰਿਕ ਬਲਬ ਦੀ, ਮੀਨਸ ਕੋਈ ਬਲਬ ਹੈ ਉਹਦੇ ਵਿੱਚ ਇੱਕ ਫਿਲਾਮੈਂਟ ਜੀ ਲੱਗੀ ਹੁੰਦੀ ਹੈ ਐਵੇਂ ਐਵੇਂ ਕਰਕੇ। ਠੀਕ ਹੈ, ਉਹ ਕਾਹਦੀ ਬਣੀ ਹੁੰਦੀ ਹੈ? ਉਹ ਬਣੀ ਹੁੰਦੀ ਹੈ ਟੰਗਸਟਨ ਦੀ। ਯਾਦ ਰੱਖਣਾ, ਬਹੁਤ ਹੀ ਇੰਪੋਰਟੈਂਟ ਕੁਐਸਚਨ ਹੈ। ਫਿਲਾਮੈਂਟ ਆਫ ਇਲੈਕਟ੍ਰਿਕ ਬਲਬ ਕਿਹਦੀ ਬਣੀ ਹੁੰਦੀ? ਟੰਗਸਟਨ ਦੀ। ਨੈਕਸਟ ਆ ਗਿਆ ਵਿਚ ਇਜ਼ ਦਾ ਲਾਈਟੈਸਟ ਗੈਸ, ਸਭ ਤੋਂ ਲਾਈਟੈਸਟ ਗੈਸ ਕਿਹੜੀ ਹੈਗੀ? ਹਾਈਡਰੋਜਨ। ਫੈਕਚੁਅਲ ਕੁਐਸਚਨ। ਨੈਕਸਟ ਕੀ ਹੈ? ਪੋਟਾਸ਼ੀਅਮ ਨਾਈਟ੍ਰੇਟ ਇਜ਼ ਯੂਜ਼ਡ ਇਨ ਮੇਕਿੰਗ, ਜਿਹੜੀ ਆਪਣੀ ਫਰਟੀਲਾਈਜ਼ਰਸ ਹੁੰਦੀਆਂ ਨੇ, ਖਾਦਾਂ ਹੁੰਦੀਆਂ ਨੇ, ਉਹਦੇ ਵਿੱਚ ਇੱਕ ਐਲੀਮੈਂਟ ਯੂਜ਼ ਕੀਤਾ ਜਾਂਦਾ ਹੈਗਾ, ਤਾਂ ਉਹ ਕਿਹੜਾ ਹੁੰਦਾ ਹੈਗਾ? ਪੋਟਾਸ਼ੀਅਮ ਨਾਈਟ੍ਰੇਟ। ਇਹ ਤੁਸੀਂ ਯਾਦ ਰੱਖਣਾ ਹੈ। ਨੈਕਸਟ ਕੀ ਆ ਗਿਆ? ਹੈਵੀ ਵਾਟਰ ਇਜ਼ ਅਦਰਵਾਈਜ਼ ਕਾਲਡ, ਜਿਹੜਾ ਹੈਵੀ ਵਾਟਰ ਹੁੰਦਾ ਹੈ ਆਪਾਂ ਨੂੰ ਪਤਾ ਹੈ ਕਿ ਜਿਹੜਾ ਹਾਈਡਰੋਜਨ ਹੁੰਦਾ ਹੈ ਉਹਦੇ ਕੀ ਹੁੰਦੇ ਨੇਗੇ? ਐਲਟ੍ਰੋਪਸ ਹੁੰਦੇ ਨੇ। ਠੀਕ ਹੈ, ਐਲਟ੍ਰੋਪਸ ਹੁੰਦੇ ਨੇ, ਜਿਵੇਂ ਡਿਊਟੇਰੀਅਮ ਹੋ ਗਿਆ ਡੀ ਨਾਲ, ਟ੍ਰੀਟੀਅਮ ਹੋ ਗਿਆ। ਠੀਕ ਹੈ, ਇਹ ਸਾਰੇ ਕੀ ਨੇਗੇ? ਇਹਦੇ ਐਲਟ੍ਰੋਪਸ ਨੇਗੇ। ਐਲਟ੍ਰੋਪਸ ਦਾ ਮਤਲਬ ਇਹ ਹੁੰਦਾ ਹੈ ਕਿ ਉਹਨਾਂ ਦੇ ਵਿੱਚ ਜਿਹੜੇ ਪ੍ਰੋਟੋਨਸ ਨੇ, ਮੀਨਸ ਜਿਵੇਂ ਫਾਰਮੂਲਾ ਦੇਖਾਂ ਮੈਂ, ਜੇ ਜਿਹੜਾ ਹਾਈਡਰੋਜਨ ਹੈ ਵੈਸੇ ਤਾਂ ਇੱਕ ਪ੍ਰੋਟੋਨ ਹੁੰਦਾ, ਇੱਕ ਕੀ ਹੁੰਦਾ? ਉਹਦਾ ਮਾਸ ਹੁੰਦਾ। ਠੀਕ ਹੈ, ਜੇ ਆਪਾਂ ਡਿਊਟੇਰੀਅਮ ਦੀ ਗੱਲ ਕਰੀਏ ਤਾਂ ਇੱਕ ਮਾਸ ਹੁੰਦਾ, ਦੋ ਕੀ ਹੁੰਦਾ ਉਹਦਾ? ਇੱਕ ਪ੍ਰੋਟੋਨ ਹੁੰਦਾ, ਐਟੋਮਿਕ ਨੰਬਰ ਹੁੰਦਾ, ਇੱਕ ਹੁੰਦਾ ਉਹਦਾ ਮਾਸ ਨੰਬਰ। ਜ਼ਿਆਦਾ ਡੀਪ 'ਚ ਜਾਣ ਦੀ ਲੋੜ ਨਹੀਂ ਤੁਹਾਨੂੰ, ਬਸ ਤੁਸੀਂ ਇੰਨਾ ਯਾਦ ਰੱਖਣਾ ਹੈ ਕਿ ਜਿਹੜਾ ਡਿਊਟੇਰੀਅਮ ਹੁੰਦਾ ਇਹਨੂੰ ਡੀ ਨਾਲ ਡਿਨੋਟ ਕਰਦੇ, ਅਤੇ ਜਿਹੜਾ ਆਪਣਾ ਹੈਵੀ ਵਾਟਰ ਹੁੰਦਾ ਉਹਦਾ ਫਾਰਮੂਲਾ ਕੀ ਹੁੰਦਾ? D2O। D2O ਹੈ ਜਿਹੜਾ, ਉਹਦਾ ਫਾਰਮੂਲਾ ਹੁੰਦਾ ਹੈਵੀ ਵਾਟਰ ਦਾ। ਇਹ ਤੁਸੀਂ ਯਾਦ ਰੱਖਿਓ। ਨੈਕਸਟ ਕੁਐਸਚਨ ਹੈ ਮੋਸਟ ਸੋਲੂਬਲ ਸਬਸਟਾਂਸ ਇਨ ਵਾਟਰ ਇਜ਼, ਸਭ ਤੋਂ ਜ਼ਿਆਦਾ ਆਪਾਂ ਨੂੰ ਪਤਾ ਵੀ ਸ਼ੂਗਰ ਘੁਲਦੀ ਹੈ ਨਾ, ਸਭ ਤੋਂ ਸੋਲੂਬਲ ਕੀ ਹੈਗਾ ਵਾਟਰ ਦੇ ਵਿੱਚ? ਸ਼ੂਗਰ ਹੈ। ਅਲੋਏ ਯੂਜ਼ਡ ਇਨ ਮੇਕਿੰਗ ਮੈਗਨੇਟਸ, ਜਿਹੜੇ ਆਪਣੇ ਚੁੰਬਕ ਹੁੰਦੇ, ਚੁੰਬਕ ਨੂੰ ਬਣਾਉਣ ਵਾਸਤੇ ਕਿਹੜੀ ਮੈਟਲ ਦੀ, ਕਿਹੜੀ ਅਲੋਏ ਦੀ ਯੂਜ਼ ਕੀਤੀ ਜਾਂਦੀ? ਅਲੋਏ ਹੁੰਦਾ ਹੈਗਾ ਜਿਹਦੇ ਵਿੱਚ 2-3 ਮੈਟਲਾਂ ਮਿਲੀਆਂ ਹੁੰਦੀਆਂ ਨੇਗੀਆਂ, ਉਹਨੂੰ ਅਲੋਏ ਕਹਿ ਦਿੰਦੇ ਨੇਗੇ। ਤਾਂ ਨਾਮ ਕੀ ਹੈ? ਐਲਨਿਕੋ। ਐਲਨਿਕੋ ਇਹ ਜੀ ਅਲੋਏ ਹੈ ਜਿਹਨੂੰ ਮਿਲਾ ਕੇ ਕੀ ਬਣਦੇ ਨੇ? ਮੈਗਨੇਟਸ ਬਣਦੇ ਨੇ, ਚੁੰਬਕ ਬਣਦੇ ਨੇ। ਇਹ ਤੁਸੀਂ ਯਾਦ ਰੱਖਣਾ। ਨੈਕਸਟ ਕੁਐਸਚਨ, ਟੂ ਐਲੀਮੈਂਟਸ ਫ੍ਰੀਕੁਐਂਟਲੀ ਯੂਜ਼ਡ ਇਨ ਮੇਕਿੰਗ ਟਰਾਂਜਿਸਟਰਸ ਆਰ, ਜਿਹੜੇ ਟਰਾਂਜਿਸਟਰਸ ਹੁੰਦੇ ਨੇਗੇ ਇਹ ਆਪਣੇ ਬਿਜਲੀ ਜਿਹੜੇ PSPCL ਦੇ ਕੰਮ ਕਰਦੇ ਨੇ ਉਹਨਾਂ ਨੂੰ ਪਤਾ ਹੋਵੇਗਾ। ਜਿਹੜੇ ਟਰਾਂਜਿਸਟਰਸ ਹੁੰਦੇ ਨੇਗੇ ਉਹਨਾਂ ਵਿੱਚ ਦੋ ਧਾਤੂਆਂ ਦਾ ਯੂਜ਼ ਕੀਤਾ ਜਾਂਦਾ ਹੈ, ਤਾਂ ਉਹ ਦੋ ਧਾਤੂਆਂ ਕਿਹੜੀਆਂ ਨੇਗੀਆਂ? ਸਿਲੀਕੋਨ ਹੈ ਅਤੇ ਇੱਕ ਜਰਮੇਨੀਅਮ ਹੈ। ਇਹ ਤੁਸੀਂ ਯਾਦ ਰੱਖਣਾ ਹੈ, ਕੁਐਸਚਨ ਸਿੱਧਾ ਹੀ ਪੁੱਛ ਲੈਂਦੇ ਨੇ ਕਿ ਟਰਾਂਜਿਸਟਰ 'ਚ ਕਿਹੜੇ ਐਲੀਮੈਂਟ ਦਾ ਯੂਜ਼ ਕੀਤਾ ਜਾਂਦਾ? ਸਿਲੀਕੋਨ ਅਤੇ ਜਰਮੇਨੀਅਮ 'ਤੇ। ਕਿਉਂਕਿ ਇਹ ਸੈਮੀ ਕੰਡਕਟਰ ਨੇ, ਸੈਮੀ ਕੰਡਕਟਰਸ ਨੇ, ਇਹਨਾਂ ਦੀ ਜਿਹੜੀ ਆਪਾਂ ਇਸ ਵਿੱਚ ਇੰਪਿਊਰਿਟੀ ਐਡ ਕਰਕੇ ਇਹਨਾਂ ਨੂੰ ਵਧੀਆ ਕੰਡਕਟਰ ਬਣਾ ਸਕਦੇ ਹਾਂ, ਇਸ ਕਰਕੇ ਇਹਨਾਂ ਦਾ ਯੂਜ਼ ਕੀਤਾ ਜਾਂਦਾ। ਠੀਕ ਹੈ,
ਨੈਕਸਟ ਕੁਐਸਚਨ ਕੀ ਹੈ, ਮੈਟਲਸ ਲਾਈਕ ਗੋਲਡ ਐਂਡ ਕੋਪਰ ਆਰ ਮੋਸਟਲੀ ਫਾਊਂਡ ਇਨ ਵਿਚ ਟਾਈਪ ਆਫ ਰੋਕ। ਜਿਹੜੀਆਂ ਗੋਲਡ ਨੇ, ਕੋਪਰ ਨੇਗੇ, ਆਪਾਂ ਨੂੰ ਪਤਾ ਇਹ ਰੋਕਸ ਦੇ ਵਿੱਚੋਂ ਲੱਭਦੇ ਨੇ, ਹੈ ਨਾ। ਆਪਾਂ ਇਹਨਾਂ ਨੂੰ ਮਾਈਨਿੰਗ ਕਰ ਦਿਆਂਗੇ, ਸਾਰੀਆਂ ਚੀਜ਼ਾਂ ਕਰ ਦਿਆਂਗੇ, ਤਾਂ ਉਹ ਕਿਹੜੀਆਂ ਰੋਕਸ ਨੇਗੇ ਜਿਨ੍ਹਾਂ 'ਚ ਮਿਲਦੇ ਨੇ? ਓਲਡ ਇਗਨੀਅਸ ਰੋਕਸ, ਠੀਕ ਹੈ। ਇੱਕ ਮੈਟਾਮੋਰਫਿਕ ਰੋਕਸ ਹੁੰਦੀਆਂ ਨੇਗੀਆਂ, ਇੱਕ ਸਟੈਟਾ ਰੋਕਸ ਹੋ ਗਈਆਂ, ਇਗਨੀਅਸ ਰੋਕਸ ਨੇ, ਬਟ ਜਿਹੜੀਆਂ ਓਲਡ ਬਹੁਤ ਪੁਰਾਣੀਆਂ ਨੇ ਉਹਨਾਂ ਵਿੱਚ ਫਸਿਆ ਹੋਇਆ ਹੁੰਦਾ ਕੋਪਰ ਜਾਂ ਗੋਲਡ, ਉਹਨਾਂ ਨੂੰ ਆਪਾਂ ਕੀ ਕਰਦੇ ਹਾਂ? ਮਾਈਨ ਕਰਦੇ ਹਾਂ, ਉਹਨਾਂ ਨੂੰ ਕੱਢਦੇ ਹਾਂ ਫਿਰ, ਠੀਕ ਹੈ। ਇਹ ਤੁਸੀਂ ਯਾਦ ਰੱਖਣਾ ਹੈ ਕਿ ਓਲਡ ਇਗਨੀਅਸ ਰੋਕਸ ਤੋਂ ਕੀ ਮਿਲਦਾ ਹੈਗਾ? ਗੋਲਡ ਅਤੇ ਕੋਪਰ ਮਿਲਦਾ ਹੈ। ਨੈਕਸਟ ਜਿਹੜੀ ਮਿਥੇਨ ਗੈਸ ਹੈ, ਜਿਹੜੀ ਕਿ ਆਪਾਂ ਗੋਬਰ ਗੈਸ ਵੀ ਕਹਿ ਸੀ, ਉਹਨੂੰ ਨਾਲ ਕੀ ਕਹਿੰਦੇ ਨੇ? ਮਾਰਸ਼ ਗੈਸ। ਤੁਸੀਂ ਪਿੰਡਾਂ 'ਚ ਸੁਣਿਆ ਹੋਊਗਾ ਕਿ ਮਾਰਸ਼ ਗੈਸ ਕੀ ਹੁੰਦੀ, ਇੱਥੇ ਜਿਹੜੀ ਮਿਥੇਨ ਹੁੰਦੀ ਉਸ ਨੂੰ ਕੀ ਕਹਿੰਦੇ ਨੇਗੇ? ਮਾਰਸ਼ ਗੈਸ। ਇੱਕ ਕੁਐਸਚਨ ਹੋਰ ਬਣ ਜਾਂਦਾ ਹੈ, ਜਿਹੜੀ ਜਗਾਲੀ ਹੁੰਦੀ ਹੈ, ਮੀਨਜ਼ ਆਪਣੀ ਮੱਝ ਹੈ ਜਿਹੜੀ, ਠੀਕ ਹੈ, ਉਹ ਝੱਗ ਜੀ ਉਹਦੇ ਵਿੱਚੋਂ ਨਿਕਲਦੀ, ਉਹਦੇ ਵਿੱਚੋਂ ਵੀ ਕੀ ਪ੍ਰੋਡਿਊਸ ਹੁੰਦੀ? ਮਿਥੇਨ ਗੈਸ ਹੁੰਦੀ। ਇਹੀ ਜਿਹੜੀਆਂ ਰਾਈਸ ਪੈਡੀ ਮੀਨਜ਼ ਪੈਡੀ ਦੀਆਂ ਜਿਹੜੀਆਂ ਫੀਲਡਸ ਹੁੰਦੀਆਂ ਨੇ, ਖੇਤ ਹੁੰਦੇ ਨੇ, ਉਹਨਾਂ 'ਚੋਂ ਵੀ ਜਿਹੜੀ ਗੈਸ ਨਿਕਲਦੀ ਉਹ ਕਿਹੜੀ ਹੁੰਦੀ? ਮਿਥੇਨ ਗੈਸ ਹੁੰਦੀ। ਇਹ ਵੀ ਤੁਸੀਂ ਯਾਦ ਰੱਖਣਾ ਹੈ। ਨੈਕਸਟ ਆ ਗਿਆ, ਵਿਚ ਵਨ ਇਜ਼ ਯੂਜ਼ਡ ਐਜ਼ ਲੂਬਰੀਕੈਂਟ। ਲੂਬਰੀਕੈਂਟ ਮੀਨਜ਼ ਇੱਕ ਤਰ੍ਹਾਂ ਦਾ ਇੱਕ ਲੂਬਰੀਕੈਂਟ ਹੁੰਦਾ ਹੈਗਾ, ਜਿਵੇਂ ਮਤਲਬ ਕਿ ਜਿਵੇਂ ਤੇਲ ਹੋ ਗਿਆ, ਹੈ ਨਾ, ਕੋਈ ਵੀ ਚੀਜ਼ ਹੋ ਗਈ, ਉਹ ਸਾਰੀ ਲੂਬਰੀਕੈਂਟਸ ਨੇਗੇ ਜਿਹੜੇ ਕਿ ਫ੍ਰਿਕਸ਼ਨ ਘੱਟ ਕਰਨ। ਤਾਂ ਗ੍ਰੇਫਾਈਟ ਕਾਹਦੇ ਵਾਸਤੇ ਯੂਜ਼ ਹੁੰਦਾ ਹੈਗਾ? ਲੂਬਰੀਕੈਂਟ ਦੇ ਤੌਰ 'ਤੇ ਯੂਜ਼ ਹੁੰਦਾ। ਇਹ ਤੁਸੀਂ ਯਾਦ ਰੱਖਿਓ। ਨੈਕਸਟ ਕੁਐਸਚਨ ਹੈ, ਬਰਾਸ ਇਜ਼ ਐਨ ਅਲੋਏ ਆਫ, ਠੀਕ ਹੈ। ਮੈਂ ਅਲੋਏ ਦੱਸਿਆ ਸੀ ਤੁਹਾਨੂੰ, ਦੋ ਜਾਂ ਤਿੰਨ ਧਾਤੂਆਂ ਤੋਂ, ਮੈਟਲ ਜਾਂ ਨੋਨ ਮੈਟਲ ਤੋਂ ਮਿਲਾ ਕੇ ਜਿਹੜੀ ਚੀਜ਼ ਬਣਦੀ ਉਹਨੂੰ ਕਹਿੰਦੇ ਨੇਗੇ ਅਲੋਏ ਕਹਿੰਦੇ ਨੇ। ਤਾਂ ਬਰਾਸ ਬਹੁਤ ਵਾਰ ਪੁੱਛਿਆ ਜਾਂਦਾ ਹੈ ਕਿ ਬਰਾਸ ਕੀ ਤੋਂ ਮਿਲ ਕੇ ਬਣਦਾ? ਜ਼ਿੰਕ ਅਤੇ ਕੋਪਰ ਤੋਂ। ZC ਤੋਂ ਕੀ ਬਣਦਾ? B ਬਣਦਾ। ਕੀ ਮਿਲਦਾ? B। ਕੀ ਬਣ ਗਿਆ? ਜ਼ਿੰਕ ਕੋਪਰ ਮਿਲਾ ਕੇ ਕੀ ਬਣ ਗਿਆ? ਬਰਾਸ ਬਣ ਗਿਆ। ਇਹ ਤੁਸੀਂ ਯਾਦ ਰੱਖਣਾ। ਬਹੁਤ ਹੀ ਜ਼ਿਆਦਾ ਇੰਪੋਰਟੈਂਟ ਕੁਐਸਚਨ ਆ ਗਿਆ। ਨੈਕਸਟ ਸਟਾਰ ਮਾਰਕ ਕਰ ਲਓ ਕਿ ਬੈਸਟ ਕੰਡਕਟਰ ਆਫ ਇਲੈਕਟ੍ਰੀਸਿਟੀ ਕੀ ਹੈ? ਜਿਹੜਾ ਇਲੈਕਟ੍ਰੀਸਿਟੀ ਦਾ ਬੈਸਟ ਕੰਡਕਟਰ ਹੈ ਉਹ ਕਿਹੜਾ ਹੈਗਾ? ਸਿਲਵਰ। ਜਿਹੜਾ ਸਿਲਵਰ ਹੈ ਉਹਦਾ ਫਾਰਮੂਲਾ ਹੁੰਦਾ Ag, ਠੀਕ ਹੈ। Ag ਲੋ ਜੀ, ਸੁਣੋ ਜੀ, ਠੀਕ ਹੈ। ਜਿਹੜਾ Ag ਹੁੰਦਾ ਹੈ ਉਹ ਕੀ ਹੁੰਦਾ ਹੈਗਾ? ਸਿਲਵਰ, ਠੀਕ ਹੈ। ਇਹ ਕੀ ਹੁੰਦਾ? ਬੈਸਟ ਕੰਡਕਟਰ ਆਫ ਇਲੈਕਟ੍ਰੀਸਿਟੀ। ਨੈਕਸਟ ਕੁਐਸਚਨ ਆ ਗਿਆ, ਵਿਚ ਮੈਟਲ ਵਾਜ਼ ਫਸਟ ਡਿਸਕਵਰਡ ਬਾਏ ਮੈਨ, ਠੀਕ ਹੈ। ਮੈਨ ਨੇ ਕਿਹੜੀ ਮੈਟਲ ਸਭ ਤੋਂ ਪਹਿਲਾਂ ਡਿਸਕਵਰਡ ਕੀਤੀ ਸੀ? ਆਪਾਂ ਏਸ਼ੀਅੰਟ ਹਿਸਟਰੀ ਦੇ ਵਿੱਚ ਪੜ੍ਹਦੇ ਹਾਂ ਕਿ ਚਾਲਕੋਲਿਥਿਕ ਏਜ ਆਈ, ਉਹ ਸਾਰੀਆਂ, ਉਹਦੇ ਵਿੱਚ ਕੀ ਡਿਸਕਵਰਡ ਕੀਤਾ ਗਿਆ ਸਭ ਤੋਂ ਪਹਿਲਾਂ? ਕੋਪਰ। ਤੁਸੀਂ ਯਾਦ ਰੱਖਣਾ ਕੋਪਰ ਦਾ ਕੈਮੀਕਲ ਫਾਰਮੂਲਾ ਹੁੰਦਾ ਇਹ ਵਾਲਾ, ਯਾਦ ਰੱਖਿਓ। ਸਿੰਬਲ ਇਹ ਹੁੰਦਾ ਹੈ ਕੋਪਰ ਦਾ। ਨੈਕਸਟ ਹੋ ਗਿਆ, ਕਾਰਬਨ, ਡਾਇਮੰਡ ਐਂਡ ਗ੍ਰੇਫਾਈਟ ਆਰ ਟੂਗੈਦਰ ਕਾਲਡ, ਠੀਕ ਹੈ। ਜਿਹੜੇ ਉਹ ਹੁੰਦੇ ਨੇਗੇ ਆਪਣੇ ਕਾਰਬਨ, ਡਾਇਮੰਡ ਅਤੇ ਗ੍ਰੇਫਾਈਟ ਆਰ ਟੂਗੈਦਰ, ਕੀ ਕਹਿੰਦੇ ਨੇ ਉਹਨਾਂ ਨੂੰ? ਐਲਟ੍ਰੋਪਸ ਕਹਿੰਦੇ ਨੇ। ਮੈਨੂੰ ਲੱਗਦਾ ਮੈਂ ਪਹਿਲਾਂ ਥੋੜ੍ਹਾ ਜਿਹਾ ਗਲਤ ਪੜ੍ਹਾ ਗਿਆ ਕਿ ਜਿਹੜੇ ਆਪਣੇ ਪੜ੍ਹੇ ਸੀਗੇ ਨਾ ਹਾਈਡਰੋਜਨ ਦੇ, ਡਿਊਟੀਰੀਅਮ ਅਤੇ ਟ੍ਰੀਟੀਅਮ, ਦੋ ਚੀਜ਼ਾਂ ਪੜ੍ਹੀਆਂ ਸੀਗੀਆਂ, ਉਹਨਾਂ ਨੂੰ ਕਹਿੰਦੇ ਨੇਗੇ ਆਈਸੋਟੋਪਸ। ਮੈਂ ਮਿਸਟੇਕ ਕਰ ਗਿਆ ਉੱਥੇ। ਆਈਸੋਟੋਪਸ ਹੁੰਦੇ ਨੇਗੇ ਜਿਨ੍ਹਾਂ ਦੇ ਵਿੱਚ ਪ੍ਰੋਟੋਨ ਤਾਂ ਸੇਮ ਹੋਣ, ਠੀਕ ਹੈ, ਪ੍ਰੋਟੋਨ ਤਾਂ ਸੇਮ ਹੋਣ, ਬਟ ਜਿਹੜੇ ਮਾਸ ਨੰਬਰ ਹੋਵੇ ਉਹਨਾਂ ਦਾ, ਐਟੋਮਿਕ ਨੰਬਰ ਤਾਂ ਸੇਮ ਹੈ ਬਟ ਮਾਸ ਨੰਬਰ ਹੋਵੇ ਡਿਫਰੈਂਟ। ਜਿਵੇਂ ਉਰੇ 2 ਆ ਜੇ ਜਾਂ 3 ਆ ਜੇ, ਟ੍ਰੀਟੀਅਮ ਬਣ ਗਿਆ 3 ਨਾਲ, 2 ਨਾਲ ਡਿਊਟੀਰੀਅਮ ਬਣ ਗਿਆ। ਇਹ ਤਾਂ ਹੋ ਗਿਆ ਤੁਹਾਡਾ ਕੀ ਹੋ ਗਏ? ਆਈਸੋਟੋਪਸ। ਬਟ ਇਹੀ ਗੱਲ ਕਰਾਂ ਮੈਂ, ਐਲਟ੍ਰੋਪਸ ਕੀ ਹੁੰਦੇ ਨੇ? ਐਲਟ੍ਰੋਪਸ ਉਹ ਹੁੰਦੇ ਨੇ ਜਿਨ੍ਹਾਂ ਦੀ ਫਿਜ਼ੀਕਲ ਜਿਹੜੀ ਪ੍ਰੋਪਰਟੀਜ਼ ਨੇ ਉਹ ਤਾਂ ਹੋਣ ਅਲੱਗ-ਅਲੱਗ। ਮੀਨਜ਼ ਜਿਵੇਂ ਹੁਣ ਡਾਇਮੰਡ ਹੈ, ਡਾਇਮੰਡ ਦੀ ਫਿਜ਼ੀਕਲ ਦਿੱਖ ਅਲੱਗ ਹੈ, ਉਹਦਾ ਟੈਂਪਰੇਚਰ ਅਲੱਗ ਹੈ। ਫਿਜ਼ੀਕਲ ਚੀਜ਼ਾਂ ਦਾ ਮਤਲਬ ਹੁੰਦਾ ਉਹਦਾ ਟੈਂਪਰੇਚਰ ਹੋਣਾ, ਉਹਦਾ ਮੈਲਟਿੰਗ ਪੁਆਇੰਟ, ਠੀਕ ਹੈ, ਉਹਦਾ ਆਪਣਾ ਦਿੱਖ ਕਿਹੋ ਜਿਹੀ ਹੈ, ਤਾਂ ਉਹ ਤਾਂ ਅਲੱਗ ਹੈ। ਕਾਰਬਨ ਦੀ ਅਲੱਗ ਹੈ, ਡਾਇਮੰਡ ਦੀ ਅਲੱਗ ਹੈ, ਗ੍ਰੇਫਾਈਟ ਦੀ ਅਲੱਗ ਹੈ। ਪਰ ਜਿਹੜੀਆਂ ਕੈਮੀਕਲ ਪ੍ਰੋਪਰਟੀਜ਼ ਨੇ, ਮੀਨਜ਼ ਮਿਲ ਕੇ ਕਿਤੋਂ ਬਣੇ ਨੇ? ਸਾਰੇ ਕਾਰਬਨ ਤੋਂ ਬਣੇ ਨੇ। ਇਸ ਕਰਕੇ ਇਹ ਕੀ ਹੋ ਗਏ ਤੁਹਾਡੇ? ਐਲਟ੍ਰੋਪਸ ਹੋ ਗਏ। ਬਟ ਆਈਸੋਟੋਪਸ ਤੁਹਾਨੂੰ ਮੈਂ ਦੱਸਤਾ, ਉਦੋਂ ਮੈਂ ਮਿਸਟੇਕ ਨਾਲ ਤੁਹਾਨੂੰ ਦੱਸ ਗਿਆ। ਇਹ ਤੁਸੀਂ ਯਾਦ ਰੱਖਣਾ, ਕਾਪੀ 'ਚ ਨੋਟ ਕਰ ਲੈਣਾ, ਕਰੈਕਟ ਕਰ ਲਓ ਜਿੱਥੇ ਵੀ ਤੁਸੀਂ ਲਿਖਿਆ, ਠੀਕ ਹੈ। ਬਾਕੀ ਕੀ ਹੈ ਨੈਕਸਟ ਕੁਐਸਚਨ, ਵਿਚ ਵਨ ਆਫ ਦਾ ਫੋਲੋਇੰਗ ਇਜ਼ ਦਾ ਬੇਸਿਸ ਆਫ ਮੋਡਰਨ ਪੀਰੀਓਡਿਕ ਟੇਬਲ। ਮੋਡਰਨ ਪੀਰੀਓਡਿਕ ਟੇਬਲ ਹੈ ਜਿਹੜਾ, ਉਹਦਾ ਬੇਸਿਸ ਕੀ ਹੈ? ਮਤਲਬ ਕਿ ਕਿਸ ਆਧਾਰ 'ਤੇ ਉਹਨੂੰ ਡਿਵਾਈਡ ਕੀਤਾ ਗਿਆ? ਪਹਿਲਾ ਐਲੀਮੈਂਟ ਇਹੀ ਆਊਗਾ, ਦੂਜਾ ਇਹੀ ਆਊਗਾ। ਕੀ ਹੈ? ਐਟੋਮਿਕ ਨੰਬਰ। ਕਿੰਨੇ ਉਹਦੇ ਵਿੱਚ ਪ੍ਰੋਟੋਨ ਨੇ, ਉਹਦੇ ਹਿਸਾਬ ਨਾਲ, ਐਟੋਮਿਕ ਨੰਬਰ ਦੇ ਹਿਸਾਬ ਨਾਲ ਉਹਨੂੰ ਡਿਵਾਈਡ ਕੀਤਾ, ਜਿਹਨੂੰ ਮੋਡਰਨ ਪੀਰੀਓਡਿਕ ਟੇਬਲ ਕਹਿੰਦੇ ਨੇਗੇ, ਠੀਕ ਹੈ। ਸਭ ਤੋਂ ਪਹਿਲਾਂ ਕਿਹੜਾ, ਮਤਲਬ ਕਿ ਜਿਹੜਾ ਪਹਿਲਾਂ ਮੰਨਿਆ ਜਾਂਦਾ ਸੀ ਉਹ ਮੈਡੀਲੀਵ, ਠੀਕ ਹੈ, ਮੈਡੀਲੀਵ ਪੀਰੀਓਡਿਕ ਟੇਬਲ ਸੀਗਾ। ਉਹ ਕੀ ਕਰਦਾ ਸੀ? ਐਟੋਮਿਕ ਮਾਸ ਨੰਬਰ 'ਤੇ ਵੀ ਕਿੰਨਾ ਮਾਸ ਹੈ ਉਹਦਾ, ਠੀਕ ਹੈ, ਉਹਦੇ ਹਿਸਾਬ ਨਾਲ ਕਰਦਾ ਸੀਗਾ। ਬਟ ਇਹੀ ਗੱਲ ਕਰੀਏ ਆਪਾਂ ਮੋਡਰਨ ਪੀਰੀਓਡਿਕ ਟੇਬਲ ਦੀ, ਉਹਦੇ ਵਿੱਚ ਕੀ ਆ ਗਿਆ? ਤੁਹਾਡਾ ਐਟੋਮਿਕ ਨੰਬਰ ਆ ਗਿਆ। ਇਹ ਤੁਸੀਂ ਯਾਦ ਰੱਖਣਾ ਹੈ। ਨੈਕਸਟ ਕੁਐਸਚਨ, ਬਹੁਤ ਹੀ ਜ਼ਿਆਦਾ ਇੰਪੋਰਟੈਂਟ ਕੁਐਸਚਨ, ਜਿਹੜੇ ਆਪਣੇ ਫਾਇਰਵਰਕਸ ਹੁੰਦੇ ਨੇਗੇ, ਦਾ ਗ੍ਰੀਨ ਫਲੇਮ ਇਜ਼ ਪ੍ਰੋਡਿਊਸਡ ਬਿਕੋਜ਼ ਆਫ, ਜਿਹੜੇ ਫਾਇਰ ਕਰੈਕਰਸ ਹੋ ਗਏ, ਮੀਨਸ ਪਟਾਕੇ ਹੋ ਗਏ, ਠੀਕ ਹੈ, ਉਹਦੇ ਵਿੱਚ ਕੀ ਹੁੰਦਾ? ਕੀ ਚੀਜ਼ ਪਾਈ ਜਾਂਦੀ ਹੈ ਜਿਹਦੇ ਕਰਕੇ ਗ੍ਰੀਨ ਫਲੇਮ ਆਉਂਦੀ? ਗ੍ਰੀਨ ਜੀ ਆਪਾਂ ਨੂੰ ਦਿੰਦੀ ਹੈ ਨਾ, ਚਮਕਦਾਰ ਜੀ, ਉਹ ਹੁੰਦਾ ਬੇਰੀਅਮ। ਬਹੁਤ ਵਾਰ ਕੁਐਸਚਨ ਪੁੱਛਿਆ ਜਾਂਦਾ, ਕਾਹਦੇ ਕਰਕੇ ਹੁੰਦਾ? ਬੇਰੀਅਮ ਕਰਕੇ। ਨੈਕਸਟ ਆ ਗਿਆ, ਦਾ ਸਿੰਥੈਟਿਕ ਫਾਈਬਰ ਮੇਡ ਬਾਈ ਮੈਨ ਵਾਜ਼। ਜਿਹੜੀ ਸਿੰਥੈਟਿਕ ਫਾਈਬਰ ਹੁੰਦੀ ਹੈ, ਸਿੰਥੈਟਿਕ ਮੀਨਜ਼ ਮਤਲਬ ਕਿ ਆਰਟੀਫਿਸ਼ਲੀ ਬਣਾਈ ਗਈ, ਮਤਲਬ ਕਿ ਨੈਚੁਰਲ ਨਹੀਂ, ਆਰਟੀਫਿਸ਼ਲੀ ਬਣਾਈ, ਸਿੰਥੈਟਿਕ ਕੀਤੀ ਗਈ, ਮਤਲਬ ਸਿੰਥੈਟਿਕ ਮਤਲਬ ਬਣਾਉਣਾ।
फाइबर किहड़ी है? नायलॉन। ये तुसीं याद रखो, नायलॉन के कपड़े, नायलॉन के चप्पलां, बहुत कुछ हुंदा ना, ये तुसीं याद रखियो। वल्कनाइजेशन बहुत ज़्यादा इंपोर्टेंट, इन्हूं स्टार मार्क कर लो, ठीक है। वल्कनाइजेशन की हुंदी? सीधा ही पुछ लेंदे वट इज़ वल्कनाइजेशन। वल्कनाइजेशन हुंदी हार्डनिंग करना। रबड़ हुंदी, आपां पता है जिहड़े टायर टूर बनते रबड़ दे बनते ना, अपने वाइकल्स के जो टायर होंगे जां होर चीज़ां होंदियां, हार्ड क्यों होंगे? क्योंकि उहदे विच रबड़ नूं हीट करदा किहदे नाल? सल्फर नाल। सल्फर नाल हीट करके उन्होंने हार्ड बना लिया जाता, वो प्रोसैस नूं की कहते हैं? वल्कनाइजेशन। ये तुसीं याद रखियो, वल्कनाइजेशन की है? प्रोसैस ऑफ हार्डनिंग ऑफ रबड़ बाय हीटिंग इट विद सल्फर, ठीक है। नैक्सट क्वेश्चन बहुत ज़्यादा इंपोर्टेंट, स्टार मार्क कर लो, क्योंकि ये 2000 जिहड़ा अपना मतलब कि 2021 का, ठीक है, इंटैलीजेंस कॉन्स्टेबल वाला पेपर होया सीगा, ਉਹਦੇ ਵਿੱਚ ਜਿਹੜਾ शिफ्ट हुई सी, ਉਹਦੇ ਵਿੱਚ ਇਹਦਾ फार्मूला यूज़ करके नूमैरिकल पूछा गया सीगा। ਉਹ ਤੁਹਾਨੂੰ मैं ਜਦੋਂ सीरीज़ ਹੁਣ मैं ਕੱਲ੍ਹ ਜਾਂ परसों ਲੈ ਕੇ ਆਊਂਗਾ सीरीज़ कि नूमैरिकल ਜਿਹੜੇ ਪੁੱਛੇ ਗਏ ਨੇ ਆ 2-4 ਹੈੱਡ ਕੌਂਸਟੇਬਲ ਦੇ ਪੇਪਰਾਂ 'ਚ, ਉਹ ਸਾਰੇ ਮੈਂ ਤੁਹਾਨੂੰ ਸੋਲਵ ਕਰਾ ਦਾਂ ਤਾਂ ਕਿ ਤੁਹਾਡਾ ਕੋਈ ਵੀ ਨੂਮੈਰਿਕਲ ਬੇਸ ਰਹੇ ਨਾ, ਠੀਕ ਹੈ। ਇਹਦੇ ਵਿੱਚ ਕੀ ਹੈ, ਕੁਐਸਚਨ ਕੀ ਹੈ, ਕਹਿੰਦੇ ਪੈਂਡੂਲਮ ਦਾ ਜਿਹੜਾ ਟਾਈਮ ਪੀਰੀਅਡ ਹੈ, ਮੀਨਸ ਇੱਕ ਪੈਂਡੂਲਮ, ਪਹਿਲਾਂ ਮੈਂ ਤੁਹਾਨੂੰ ਪੈਂਡੂਲਮ ਦਿਖਾ ਦਾਂ। ਪੈਂਡੂਲਮ ਕੀ ਹੁੰਦਾ ਹੈ? ਇੱਕ ਤਰ੍ਹਾਂ ਦਾ ਇਹੋ ਜਿਹੀ ਚੀਜ਼ ਹੁੰਦੀ ਹੈ, ਉਹ ਇੱਧਰ ਮੂਵ ਕਰਦਾ ਹੈ, ਇੱਧਰ ਮੂਵ ਕਰਦਾ। ਇਹ ਕੀ ਹੋਗਾ ਤੁਹਾਡਾ ਪੈਂਡੂਲਮ, ਐਵੇਂ ਐਵੇਂ ਕੀ ਕਰਦਾ ਹੈਗਾ? ਰੋਟੇਟ ਕਰਦਾ ਰਹਿੰਦਾ ਹੈਗਾ। ਤਾਂ ਪੈਂਡੂਲਮ ਦਾ ਟਾਈਮ ਪੀਰੀਅਡ ਕੀ ਹੁੰਦਾ? ਮੀਨਸ ਆਹ ਟਾਈਮ ਪੀਰੀਅਡ ਕੀ ਹੈਗਾ? ਟਾਈਮ ਪੀਰੀਅਡ ਦਾ ਕੱਢਣ ਦਾ ਫਾਰਮੂਲਾ ਹੁੰਦਾ ਹੈਗਾ T = 2π√L/g, ਠੀਕ ਹੈ। L ਕੀ ਹੈਗੀ? ਲੈਂਥ, G ਆ ਗਈ ਗ੍ਰੈਵੀਟੇਸ਼ਨ, ਐਕਸਲੇਸ਼ਨ ਡਿਊ ਟੂ ਗ੍ਰੈਵਿਟੀ, 2π ਤਾਂ ਤੁਹਾਨੂੰ ਪਤਾ, ਪਾਈ ਦੀ ਵੈਲਿਊ ਕਿੰਨੀ ਹੁੰਦੀ ਹੈਗੀ ਤੁਹਾਨੂੰ ਪਤਾ, 2/7, ਠੀਕ ਹੈ। ਇਹ ਸਾਰੇ ਫਾਰਮੂਲੇ ਵਿੱਚ ਤੁਸੀਂ ਭਰ ਕੇ ਟਾਈਮ ਪੀਰੀਅਡ ਕੱਢ ਸਕਦੇ ਹੋ। ਇਹੀ ਇੱਕ ਤਰ੍ਹਾਂ ਦੀ क्वेश्चन पूछा जाता है कि फ्रिक्वेंसी कितनी होंगी? फ्रिक्वेंसी मैं तुम्हें दसा तो फ्रिक्वेंसी होंगी 1/T, जिन्ना टाइम पीरीयड है उदों उल्ट। मीनस की हो गया, जे आप इस फार्मूला ड्राइव करना चाहिए तो आप ये सारी टर्म जो /1 कर देंगे तो की बन जू थोड़ी फ्रिक्वेंसी बन जूगी। ये तुम कापी च नोट कर लेना, क्योंकि ये बेस से नूमैरिकल पूछे गए हैं कॉन्स्टेबल के पेपर में जो इंटैलीजेंस का होया सीगा, तो हुण भी पूछे जाने की पूरी उम्मीद है। नैक्सट क्वेश्चन, वट इज़ ओम लॉ, ठीक है। बहुत बार पूछा गया कि ओम लॉ की है, ठीक है। V = IR, मीनस वोल्टेज है जी अपनी वो कि बराबर होंगी? करंट इंटू रजिस्टेंस। ये तुसीं याद रखना है, V = IR। ये मैं तुहानूं तां करा रहा, ये तो भी नूमैरिकल पूछा जा चुका है कि करंट है जिहड़ा मान लो वो 3 एम्पीयर है, तो जी रजिस्टेंस है वो थोड़ी 4 ओम है। इनू ओम एवें लिख दे, ठीक है। तो तुहानूं दसो भी वोल्टेज कितनी होएगी, तो दोनों मल्टीप्लाई कर दो, कितनी आ गई? 12 वोल्टेज, ठीक है। ये तुसीं याद रखना है, सीधा नूमैरिकल पूछा जाता है, इनू करके आना, तुसीं पेपर 'च गलत नहीं करके आना। याद रखियो ओहम्स लॉ की हुंदा है? V = IR। नैक्सट की है, कनकेव मिरर यूज़। कनकेव जिहड़ा मिरर है, ठीक है, वो कित्थे कित्थे यूज़ हुंदा है? शेविंग ग्लास लई, ठीक है, सोलर कुकर 'च। ये तुसीं सीधा याद रखना है। ज़्यादा पूछा जाने वाला क्यों है ये? क्योंकि जिहड़ा कनकेव मिरर हुंदा है, ये जिहड़ी इमेज है ना, जदों ये कनकेव मिरर की इमेज बनती तो वह की करता? मैगनीफाई कर दिंदा, उन्होंने लार्ज कर दिंदा। भी छोटे छोटे बाल ने जिहड़े अपने वो वड्डे करके, डेंटिस्ट भी इस यूज़ करते जो दंदां नूं अपने चैक करते कि जिहड़ी चीज़ आ वो वड्डी करके देख सकन, तां करके कनकेव मिरर का यूज़ किया जाता है, तुसीं याद रखियो, ठीक है। सेविंग ग्लास हो गया, ठीक है, तो इन सोलर कुकरस हो गया, तुसीं याद रखना है। यही कन्वैक्स मिरर की गल करा मैं तो कित्थे यूज़ होंदा? वाइकल च। ये की होंदा हैगा भी ब्रॉड चीज़ नूं छोटा करके देखना। मीनस जिहड़ा हुण मान लो वाइकल है, उहदे उरे शीशा लग्या होया, तो वह वड्डा सारा व्यू दिखावे, तो उहदे वास्ते किहड़ा यूज़ किया जाता है? कन्वैक्स मिरर यूज़ किया जाता हैगा, ठीक है। ये तुसीं याद रखना है। नैक्सट, ठीक है, तुहाडे दोनों लैंज दिखाए ने मैंने, ठीक है। कन्वैक्स लैंज इहो जिहा हुंदा हैगा ते कनकेव लैंज इहो जिहा हुंदा हैगा। जिहड़ा कनकेव लैंज हुंदा है उहदा लाइट्स नूं एवें एवें दूर कर दिंदा है, ते जिहड़ा कन्वैक्स हुंदा वो एवें मिला दिंदा है। ये तुसीं याद रखना है। एक क्वेश्चन पूछा गया सीगा SSC दे विच कि जिहड़ा पावर ऑफ लैंज है उहदा फार्मूला की है? P = 1/f। F की है तुहाडा इत्थे? F तुहाडी हैगी फोकल पॉइंट, ठीक है। फोकल पॉइंट है जिहड़ा वो हैगा तुहाडा F, ते P तुहाडी की हैगी? पावर है। कोई मान लो तुहानूं फोकल लेंथ दे दे, एक लैंज की फोकल लेंथ दे दे, अब लैंज है, लैंज की फोकल लेंथ दे दे तुहानूं 0.1 है जी फोकल लेंथ है 0.1 मीटर, ठीक है। तो पावर किवें कड्डोगे तुसीं? 1/0.1, ठीक है। जो हुण तुसीं इहनूं करोगे तो यह बन जूगी? ऊपर जाके 10 बन जूगी। ये होगी उसकी पावर होगी, ठीक है। इहनूं मैं तुहानूं इहदा यूनिट भी दस्सिया सी, पहला जां दूजा क्वेश्चन सीगा कि पावर ऑफ लैंज की यूनिट की हुंदी? डायोप्टर। की हुंदी? डायोप्टर। ये तुसीं याद रखना है, ठीक है। डायोप्टर की होगी तुहाडी पावर ऑफ लैंज की यूनिट होगी। ये तुसीं न्यूमैरिकल जे कोई आ गया तो तुसीं सोल्व करके आना है, ठीक है। नैक्सट क्वेश्चन, विच कलर हैज़ मैक्सिमम वेवलेंथ। वेवलेंथ की हुंदी तुहानूं दस्स दित्ता सीगा ना,
ਐਵੇਂ ਕਰਕੇ ਲੈਮਡਾ ਜਿਹੜੀ ਵੈਲਿਊ ਹੁੰਦੀ ਵੀ ਕਿੰਨੀਆਂ ਵੇਵਸ ਬਣਦੀਆਂ, ਤਾਂ ਉਹ ਸਾਰੀ ਕੀ ਹੁੰਦੀ ਮੈਕਸਿਮਮ ਕਿਹਦੀ ਹੁੰਦੀ ਰੈੱਡ ਦੀ। ਤੁਸੀਂ ਦੇਖ ਹੀ ਲਿਆ ਹੋਊਗਾ। ਆਪਾਂ ਨੂੰ ਪਤਾ ਇਹਨੂੰ ਕੀ ਕਹਿੰਦੇ ਨੇਗੇ ਸਪੈਕਟਰਮ ਕੀ ਹੁੰਦਾ ਹੈ ਵੀ ਜਿਹੜੀਆਂ ਇਲੈਕਟ੍ਰੋਮੈਗਨੈਟਿਕ ਵੇਵਸ ਨੇਗੀਆਂ ਉਹਨਾਂ ਨੂੰ ਇੱਕ ਪੈਟਰਨ 'ਚ ਸੈੱਟ ਕਰਨਾ। ਇੱਧਰ ਕੀ ਕਰਦੀ ਹੈਗੀ ਵੇਵਲੈਂਥ ਵੱਧਦੀ ਹੈ ਅਤੇ ਇੱਧਰਲੇ ਪਾਸੇ ਕੀ ਕਰਦੀ ਹੈ ਫ੍ਰੀਕੁਐਂਸੀ ਵੱਧਦੀ ਹੈ। ਠੀਕ ਹੈ, ਫ੍ਰੀਕੁਐਂਸੀ ਅਤੇ ਵੇਵਲੈਂਥ ਮੈਂ ਤੁਹਾਨੂੰ ਦੱਸਿਆ ਹੀ ਹੋਏਗਾ ਕੀ ਹੁੰਦੀਆਂ ਨੇਗੀਆਂ, ਇਨਵਰਸਲੀ ਪ੍ਰੋਪੋਰਸ਼ਨ ਹੁੰਦੀਆਂ ਨੇਗੀਆਂ ਫ੍ਰੀਕੁਐਂਸੀ ਅਤੇ ਵੇਵਲੈਂਥ। ਇਹ ਤੁਸੀਂ ਦੱਸਿਆ ਸੀ ਤੁਹਾਨੂੰ ਮੈਂ ਪਹਿਲੇ ਲੈਕਚਰ ਦੇ ਵਿੱਚ। ਠੀਕ ਹੈ, ਇਹਦੇ ਵਿੱਚ ਕੀ ਹੈਗਾ ਵੀ ਜਿਹੜੀ ਰੈੱਡ ਹੈਗੀ ਇਹਦੀ ਵੇਵਲੈਂਥ ਸਿੱਧਾ ਹੀ ਪੁੱਛ ਲੈਂਦੇ ਨੇ ਕਿ ਸਭ ਤੋਂ ਜ਼ਿਆਦਾ ਕਿਹਦੀ ਹੁੰਦੀ। ਇਹ ਕੁਐਸਚਨ ਪੁੱਛਿਆ ਗਿਆ ਸੀਗਾ ਕੋਆਪਰੇਟਿਵ ਬੈਂਕ ਦੇ ਪੇਪਰ ਦੇ ਵਿੱਚ। ਠੀਕ ਹੈ, ਕੋਆਪਰੇਟਿਵ ਬੈਂਕ ਦੇ ਪੇਪਰ ਦੇ ਵਿੱਚ ਇਹ ਕੁਐਸਚਨ ਵੀ ਪੁੱਛਿਆ ਗਿਆ ਸੀਗਾ ਕਿ ਸਭ ਤੋਂ ਜ਼ਿਆਦਾ ਮੈਕਸਿਮਮ ਵੇਵਲੈਂਥ ਕਿਹਦੀ ਹੁੰਦੀ, ਰੈੱਡ ਦੀ ਹੁੰਦੀ। ਠੀਕ ਹੈ, ਜੇ ਆਪਾਂ ਸਾਰੀ ਰੇਸ ਤੋਂ ਗੱਲ ਕਰੀਏ ਤਾਂ ਰੇਡੀਓ ਵੇਵਸ ਦੀ ਹੁੰਦੀ। ਤਾਂ ਹੀ ਜਿਹੜੇ ਆਪਣੇ ਸਿਗਨਲ ਨੇਗੇ ਦੂਰ ਦੂਰ ਤੱਕ ਪਹੁੰਚਦੇ ਨੇ। ਸੈਟੇਲਾਈਟਸ ਦੇ ਜਿਹੜੇ ਸਿਗਨਲਸ ਨੇਗੇ ਆਪਣੇ ਚੈਨਲ ਕਿਉਂ ਚੱਲਦੇ ਨੇ, ਸੈਟੇਲਾਈਟਸ ਕਰਕੇ। ਸੈਟੇਲਾਈਟਸ ਦੇ ਜਿਹੜੇ ਸਿਗਨਲ ਨੇਗੇ ਉਹ ਰੇਡੀਓ ਵੇਵਸ ਦੀ ਫਾਰਮ ਦੇ ਵਿੱਚ, ਮਾਈਕ੍ਰੋਵੇਵਸ ਦੀ ਫਾਰਮ ਦੇ ਵਿੱਚ ਆਪਣੇ ਤੱਕ ਪਹੁੰਚਦੇ ਨੇ। ਇਸ ਕਰਕੇ ਉਹਨਾਂ ਦੀ ਵੇਵਲੈਂਥ ਕੀ ਹੁੰਦੀ, ਬਹੁਤ ਜ਼ਿਆਦਾ ਹਾਈ ਹੁੰਦੀ। ਠੀਕ ਹੈ, ਇਹ ਤੁਸੀਂ ਯਾਦ ਰੱਖਣਾ। ਨੈਕਸਟ ਆ ਗਿਆ ਵਿਚ ਮਟੀਰੀਅਲ ਹੈਜ਼ ਕ੍ਰੋਸ ਲਿੰਕਡ ਪੋਲੀਮਰ ਚੇਨ। ਕੁਐਸਚਨ ਪੁੱਛਿਆ ਜਾਂਦਾ ਸਿੱਧਾ ਹੀ ਕਿ ਜਿਹੜੀ ਕ੍ਰੋਸ ਲਿੰਕਡ ਚੇਨ ਹੁੰਦੀ ਮੀਨਸ ਐਵੇਂ ਮੋਲੀਕੂਲ ਮਤਲਬ ਕੋਈ ਮੰਨ ਲਓ ਕੋਈ CH2 ਹੈ, CH2 ਫਿਰ ਨੀਚੇ CH2 ਐਵੇਂ ਹਾਈ ਲੈਵਲ ਦਾ ਹੋ ਗਿਆ ਵੈਸੇ ਕੁਐਸਚਨ, ਬਟ ਇਹ ਕੁਐਸਚਨ ਪੁੱਛਿਆ ਗਿਆ ਸੀ ਇਸ ਕਰਕੇ ਮੈਂ ਇਹ ਕੁਐਸਚਨ ਨੂੰ ਕੰਸੀਡਰ ਕਰ ਲਿਆ ਕਿ ਸਿੱਧਾ ਹੀ ਪੁੱਛ ਲਿਆ ਸੀਗਾ ਵੀ ਮਟੀਰੀਅਲ ਕਿਹੜਾ ਹੈਗਾ ਜਿਸ ਵਿੱਚ ਕ੍ਰੋਸ ਲਿੰਕਡ ਪੋਲੀਮਰ ਚੇਨਸ ਹੁੰਦੀ। ਕਿਹੜਾ ਹੁੰਦਾ, ਬੈਕਲਾਈਟ ਹੁੰਦਾ। ਅਤੇ ਜਿਹੜਾ ਇਲੈਕਟ੍ਰਿਕ ਸਵਿੱਚਸ ਹੁੰਦੀਆਂ ਨੇ ਆਪਣੀਆਂ ਸੁੱਚਾਂ ਹੁੰਦੀਆਂ ਨੇਗੀਆਂ ਜਿਹਦੇ ਫੈਨ ਦੀ ਸੁੱਚ ਹੋ ਗਈ, ਠੀਕ ਹੈ, ਲਾਈਟ ਦੀ ਸੁੱਚ ਹੋ ਗਈ, ਸਾਰੀਆਂ ਜਿਹੜੀਆਂ ਸਵਿੱਚਾਂ ਨੇਗੀਆਂ ਕਿਹਦੀਆਂ ਬਣੀਆਂ ਹੁੰਦੀਆਂ ਨੇ, ਬੈਕਲਾਈਟ ਦੀਆਂ ਹੀ ਬਣੀਆਂ ਹੁੰਦੀਆਂ ਨੇ। ਤਾਂ ਕਰਕੇ ਇਹ ਕੁਐਸਚਨ ਕੀ ਬਣ ਜਾਂਦਾ, ਇੰਪੋਰਟੈਂਟ ਬਣ ਜਾਂਦਾ ਹੈਗਾ। ਨੈਕਸਟ ਕੀ ਹੈ ਲਾਸਟ ਤੇ ਅੱਜ ਦਾ ਆਪਣਾ ਲਾਸਟ ਟੋਪਿਕ ਹੈ। ਇਸ ਤੋਂ ਬਾਅਦ ਕੀ ਕਰਾਂਗੇ ਆਪਾਂ ਸਾਇੰਸ ਐਂਡ ਟੈਕ ਅਤੇ ਬਾਇਓ ਦੇ 100 ਮੋਸਟ ਇੰਪੋਰਟੈਂਟ ਜਿਹੜੇ ਕੁਐਸਚਨ ਉਹ ਲੈ ਕੇ ਤੁਹਾਡੀ ਜਿਹੜੀ ਸਾਇੰਸ ਹੈ 8 ਜਾਂ 10 ਨੰਬਰ ਦੀ ਜਿੰਨੀ ਵੀ ਆਣੀ ਕਨਸਟੇਬਲ ਦੇ ਵਿੱਚ ਉਹ ਸਾਡੀ ਸਾਰੀ ਕਵਰ ਹੋ ਜਾਏਗੀ। ਇਹਦੇ ਵਿੱਚੋਂ ਜਿੰਨੇ ਵੀ ਇੰਪੋਰਟੈਂਟ ਕੁਐਸਚਨ ਬਣਦੇ ਮੈਂ ਤੁਹਾਨੂੰ ਕਰਾ ਦਿੱਤੇ। ਇਹਦੇ ਵਿੱਚ ਕੀ ਹੈ ਕੁਝ ਕੁ ਕਾਮਨ ਨੇਮ ਨੇ ਅਤੇ ਉਹਨਾਂ ਦੇ ਕੈਮੀਕਲ ਫਾਰਮ ਨੇਮ ਦਿੱਤੇ ਹੋਏ ਨੇਗੇ, ਤੁਸੀਂ ਯਾਦ ਰੱਖਣੇ ਨੇਗੇ ਕਿ ਬੇਕਿੰਗ ਸੋਡਾ ਹੁੰਦਾ ਜਿਹੜਾ ਉਹਨੂੰ ਕੀ ਕਹਿੰਦੇ ਨੇ, ਸੋਡੀਅਮ ਬਾਈਕਾਰਬੋਨੇਟ। ਇਹ ਸਿੱਧਾ ਹੀ ਕੁਐਸਚਨ ਪੁੱਛਿਆ ਜਾਂਦਾ ਕਿ ਸੋਡੀਅਮ ਬਾਈਕਾਰਬੋਨੇਟ ਨੂੰ ਹੋਰ ਕੀ ਕਹਿੰਦੇ ਨੇ, ਬੇਕਿੰਗ ਸੋਡਾ, ਮਿੱਠਾ ਸੋਡਾ ਜਿਹੜਾ ਆਪਾਂ ਘਰਾਂ 'ਚ ਯੂਜ਼ ਕਰਦੇ ਹਾਂ। NaHCO3 ਇਹਦਾ ਕੀ ਹੋ ਗਿਆ, ਫਾਰਮੂਲਾ ਹੋ ਗਿਆ। ਵਾਸ਼ਿੰਗ ਸੋਡਾ ਤਾਂ ਮੈਂ ਤੁਹਾਨੂੰ ਕਰਾਇਆ ਦਿੱਤਾ, ਸੋਡੀਅਮ ਕਾਰਬੋਨੇਟ, ਫਾਰਮੂਲਾ ਕੀ ਸੀ, Na2CO3। ਠੀਕ ਹੈ, ਵਿਨੇਗਰ ਸਿੱਧਾ ਹੀ ਕੁਐਸਚਨ PCS 'ਚ ਆਇਆ ਸੀਗਾ, ਇਹ 2017 ਜਾਂ 2018 ਵਾਲੇ PCS 'ਚ ਆਇਆ ਸੀਗਾ ਕਿ ਜਿਹੜਾ ਵਿਨੇਗਰ ਹੁੰਦਾ ਹੈਗਾ, ਠੀਕ ਹੈ, ਉਹਨੂੰ ਕੀ ਕਹਿੰਦੇ ਨੇ, ਐਸਟਿਕ ਐਸਿਡ। ਠੀਕ ਹੈ, CH3COOH ਇਹਦਾ ਫਾਰਮੂਲਾ ਹੈਗਾ। ਇਹੀ ਬਲੀਚ ਦੀ ਗੱਲ ਕਰੀਏ ਸੋਲਿਡ ਦੀ ਤਾਂ ਸੋਡੀਅਮ ਪ੍ਰੋਬਰੇਟ ਇਹਦੀ ਫਾਰਮੂਲਾ ਹੁੰਦਾ ਹੈਗਾ। ਠੀਕ ਹੈ, ਕੀ ਹੁੰਦਾ, NaBO3। ਬੋਰੈਕਸ ਦੀ ਗੱਲ ਕਰੀਏ ਇਹ ਜ਼ਿਆਦਾ ਇੰਪੋਰਟੈਂਟ ਨਹੀਂ ਹੈਗੇ ਦੋਨੋਂ, ਪਰ ਜਿਹੜੇ ਉੱਪਰਲੇ ਤਿੰਨ ਨੇ ਨਾ ਇਹ ਤਾਂ ਮੋਸਟ ਇੰਪੋਰਟੈਂਟ ਨੇ, ਤੁਸੀਂ ਸਟਾਰ ਮਾਰਕ ਕਰ ਸਕਦੇ ਹੋਗੇ ਕਿ ਇਹ ਕੁਐਸਚਨ ਪੇਪਰ ਤੁਹਾਡੇ ਆਇਆ ਹੀ ਲੋ। ਠੀਕ ਹੈ, ਇਹ ਤੁਸੀਂ ਯਾਦ ਰੱਖਣਾ। ਬੋਰੈਕਸ ਦੀ ਕੀ ਹੋ ਗਿਆ, ਸੋਡੀਅਮ ਟੈਟਰਾਬੋਰੇਟ। ਠੀਕ ਹੈ, ਤੁਸੀਂ ਯਾਦ ਰੱਖਿਓ। ਇੱਥੇ ਹੀ ਆਪਾਂ ਅੱਜ ਦਾ ਲੈਕਚਰ ਸਮਾਪਤ ਕਰ ਦਿਆਂਗੇ। ਨੈਕਸਟ ਦੇ ਵਿੱਚ ਮੈਂ ਤੁਹਾਨੂੰ ਦੱਸਿਆ ਦਿੱਤਾ, ਜਿਵੇਂ ਪਹਿਲਾਂ ਵੀ ਦੱਸਤਾ ਸੀਗਾ, ਵਿਚਕਾਰ ਵੀ ਦੱਸਿਆ ਕਿ ਆਪਾਂ 2 ਵੀਡੀਓ ਦੇ ਵਿੱਚ ਪੂਰੀ ਸਾਇੰਸ ਹੈ ਜਿਹੜੀ ਕਵਰ ਕਰਨੀ ਸੀਗੀ। ਸਾਇੰਸ ਐਂਡ ਟੈਕ ਦੇ ਜਿਹੜੇ ਕਰੰਟ ਅਫੇਅਰਸ ਦੇ ਕੁਐਸਚਨ ਨੇ ਉਹ ਮੈਂ ਤੁਹਾਨੂੰ ਨੈਕਸਟ ਵੀਡੀਓ ਦੇ ਵਿੱਚ ਪਲੱਸ ਬਾਇਓ ਦੋਨੋਂ ਚੀਜ਼ਾਂ ਕਵਰ ਕਰਵਾ ਦੂੰਗਾ। ਅੱਜ ਲਈ ਇੰਨਾ ਬਹੁਤ ਹੈ। ਥੈਂਕ ਯੂ। ਲਾਈਕ ਕਰ ਦਿਓ, ਸ਼ੇਅਰ ਕਰ ਦਿਓ, ਸਬਸਕ੍ਰਾਈਬ ਕਰ ਲਓ ਚੈਨਲ ਨੂੰ, ਅਤੇ ਜਿੰਨਾ ਹੋ ਸਕੇ ਵੱਧ ਤੋਂ ਵੱਧ ਸ਼ੇਅਰ ਕਰੋ। ਥੈਂਕ ਯੂ ਸੋ ਮਚ।